ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਦਾ ਦਿਨ ਇੱਕ ਬਹੁਤ ਅਹਿਮ ਦਿਨ ਹੈ ਜਿਹੜਾ ਦੁਨੀਆ ਦੇ ਵਿੱਚ ਸਟੂਡੈਂਟਸ ਦੇ ਨਾਂ ਦੇ ਉੱਤੇ ਮਨਾਇਆ ਜਾਂਦਾ। ਅੱਜ ਦੇ ਦਿਨ ਨੂੰ ਵਰਲਡ ਸਟੂਡੈਂਟਸ ਡੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਕਿਉਂਕਿ ਭਾਰਤ ਦੇ ਜਿਹੜੇ ਰਾਸ਼ਟਰਪਤੀ ਰਹੇ ਸਨ ਡਾਕਟਰ APJ ਅਬਦੁਲ ਕਲਾਮ, ਉਹਨਾਂ ਦਾ ਜਿਹੜਾ ਜਨਮ ਦਿਨ ਹੈ ਅੱਜ ਦੇ ਦਿਨ, ਉਸ ਦਿਨ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਸਟੂਡੈਂਟਸ ਦੇ ਨਾਮ ਕਰ ਦਿੱਤਾ ਗਿਆ। ਸੋ ਇਸ ਦਿਨ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਸਟੂਡੈਂਟਸ ਦੀ ਕੀ ਅਹਿਮੀਅਤ ਹੈ, ਸਟੂਡੈਂਟਸ ਜਿਹੜੇ ਨੇ, ਵਿਦਿਆਰਥੀ ਨੇ ਦੁਨੀਆ ਭਰ ਦੇ, ਉਹਨਾਂ ਦੇ ਲਈ ਕੀ ਲੋੜੀਂਦਾ ਹੈ, ਉਹਨਾਂ ਦੀ ਅਪਲਿਫਟਮੈਂਟ ਦੇ ਲਈ, ਉਹਨਾਂ ਦੀ ਬਿਹਤਰੀ ਦੇ ਲਈ, ਉਹਨਾਂ ਦੀ ਐਜੂਕੇਸ਼ਨ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਅੱਜ ਇਸ ਮੌਕੇ 'ਤੇ ਮੈਂ ਸੋਚਿਆ ਕਿ ਕਿਉਂ ਨਾ ਜਿਹੜੇ ਸਟੂਡੈਂਟਸ ਦੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਇੱਕ ਤਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਦਿਨ ਮਨਾਇਆ ਜਾ ਰਿਹਾ ਹੈ ਉਹ ਭਾਰਤ ਦੇ ਰਾਸ਼ਟਰਪਤੀ ਰਹੇ ਸਨ। ਭਾਰਤ ਦੇ ਵਿੱਚ ਇਸ ਵੇਲੇ ਸਟੂਡੈਂਟਸ ਦੀ ਸਥਿਤੀ ਕੀ ਹੈ, ਸਟੂਡੈਂਟਸ ਕੀ ਕਰ ਰਹੇ ਨੇ, ਕਿਹੋ ਜਿਹਾ ਸੋਚਦੇ ਨੇ, ਉਹਨਾਂ ਨੂੰ ਲੀਡ ਕੌਣ ਕਰ ਰਿਹਾ ਹੈ। ਜਿੱਥੇ ਅਸੀਂ ਇੱਥੇ ਬੈਠੇ ਕੈਨੇਡਾ ਦੇ ਵਿੱਚ ਇਹ ਗੱਲਾਂ ਕਰ ਰਹੇ ਹਾਂ ਕਿ ਸਾਰਾ ਯੂਥ ਇੱਧਰ ਨੂੰ ਆਈ ਜਾਂਦਾ, ਬਾਹਰਲੇ ਮੁਲਕਾਂ ਨੂੰ ਆਈ ਜਾਂਦਾ, ਕੈਨੇਡਾ ਆ ਗਿਆ, ਆਸਟ੍ਰੇਲੀਆ ਆ ਗਿਆ, ਜਾਂ ਹੋਰ ਬਾਹਰਲੇ ਮੁਲਕਾਂ ਵੱਲ ਨੂੰ ਭੱਜ ਰਿਹਾ ਸਾਰਾ ਯੂਥ, ਸਟੂਡੈਂਟਸ ਖਾਸ ਕਰਕੇ। ਅੱਜ ਇਹ ਮੈਂ ਸੋਚਿਆ ਕਿ ਕਿਉਂ ਨਾ ਭਾਰਤ ਦੇ ਹੀ ਕਿਸੇ ਸਟੂਡੈਂਟ ਲੀਡਰ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਹ ਜਿਹੜਾ ਟਰੈਂਡ ਹੈ ਉਹ ਕਿਵੇਂ ਇਸ ਵੇਲੇ ਸਟੂਡੈਂਟਸ ਨੂੰ ਇੱਧਰ ਨੂੰ ਧੱਕ ਰਿਹਾ ਹੈ। ਦੂਸਰੀ ਗੱਲ ਇਹ ਹੈ ਕਿ ਕੀ ਇਹ ਸੋਲਿਊਸ਼ਨ ਹੈ ਕਿ ਯੂਥ ਉੱਥੋਂ ਭੱਜਣਾ ਸ਼ੁਰੂ ਕਰ ਦੇਵੇ ਜਿਹਨੂੰ ਬ੍ਰੇਨ ਡਰੇਨ ਦਾ ਨਾਮ ਦਿੱਤਾ ਜਾ ਰਿਹਾ ਹੈ। ਭਾਰਤ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਖਤਮ ਹੋ ਜਾਣਗੀਆਂ। ਆਪਾਂ ਸਾਰੇ ਬੇਸ਼ੱਕ ਇੱਥੇ ਬਿਹਤਰ ਜ਼ਿੰਦਗੀ ਦੇ ਲਈ ਆਏ ਹਾਂ, ਜਿਹੜੇ ਬੱਚੇ ਹੋਰ ਵੀ ਆ ਰਹੇ ਉਹ ਵੀ ਬਿਹਤਰ ਜ਼ਿੰਦਗੀ ਦੇ ਲਈ ਹੀ ਆ ਰਹੇ ਆ। ਸਟਿਲ ਅਸੀਂ ਕਨੈਕਟਡ ਹਾਂ ਉਸ ਕੰਟਰੀ ਦੇ ਨਾਲ। ਇਸੇ ਕਰਕੇ ਅੱਜ ਮੈਂ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਇਹ ਦਿਨ ਸਟੂਡੈਂਟਸ ਦਾ ਦਿਨ ਭਾਰਤ ਦੇ ਰਾਸ਼ਟਰਪਤੀ ਰਹੇ ਵਿਅਕਤੀ ਦੇ ਨਾਂ ਦੇ ਉੱਤੇ ਯੂਨਾਈਟਿਡ ਨੇਸ਼ਨਸ ਨੇ ਵਰਲਡ ਸਟੂਡੈਂਟਸ ਡੇ ਦੇ ਤੌਰ ਦੇ ਉੱਤੇ ਓਬਜ਼ਰਵ ਕੀਤਾ, ਕਿਉਂ ਨਾ ਭਾਰਤ ਦੇ ਹੀ ਕਿਸੇ ਸਟੂਡੈਂਟ ਲੀਡਰ ਦੇ ਨਾਲ ਗੱਲਬਾਤ ਕੀਤੀ ਜਾਵੇ। ਮੈਂ ਆਪਣੇ ਨਾਲ ਇਸ ਵੇਲੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਨੈਸ਼ਨਲ ਜਨਰਲ ਸੈਕਟਰੀ ਵਿੱਕੀ ਮਹੇਸ਼ਰੀ, ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਅੱਜ ਮੈਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ, ਚਾਹੇ ਤੁਸੀਂ ਸਟੂਡੈਂਟਸ ਹੋ ਜਾਂ ਤੁਸੀਂ ਸਟੂਡੈਂਟਸ ਦੇ ਮਾਪੇ ਹੋ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਸਟੂਡੈਂਟਸ ਬਾਰੇ ਮਹਿਸੂਸ ਕਰਦੇ ਹੋ, ਸਟੂਡੈਂਟਸ ਲਈ ਮਹਿਸੂਸ ਕਰਦੇ ਹੋ, ਇੰਡੀਆ ਲਈ ਮਹਿਸੂਸ ਕਰਦੇ ਹੋ, ਤੁਹਾਨੂੰ ਲੱਗੇਗਾ ਕਿ ਵਿੱਕੀ ਮਹੇਸ਼ਰੀ ਕੋਲੋਂ ਕੁਝ ਤੁਸੀਂ ਜਵਾਬ ਲੈ ਸਕੋਗੇ, ਕੁਝ ਗੱਲਾਂ ਵਿੱਕੀ ਮਹੇਸ਼ਰੀ ਤੁਹਾਡੇ ਲਈ ਸਪਸ਼ਟ ਕਰ ਸਕਣਗੇ। ਵਿੱਕੀ ਮਹੇਸ਼ਰੀ ਇੱਕ ਇਹੋ ਜਿਹਾ ਨੌਜਵਾਨ ਹੈ ਜਿਹੜਾ ਸਾਡੇ ਪੰਜਾਬ ਤੋਂ ਹੀ ਸੰਬੰਧਿਤ ਹੈ। ਮੋਗਾ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ, ਮਹੇਸ਼ਰੀ ਪਿੰਡ ਤੋਂ ਵਿੱਕੀ ਮਹੇਸ਼ਰੀ, ਜਿਹੜੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਨੈਸ਼ਨਲ ਜਨਰਲ ਸੈਕਟਰੀ ਨੇ, ਇਸ ਵੇਲੇ ਟੈਲੀਫੋਨ ਲਾਈਨ 'ਤੇ ਮੇਰੇ ਨਾਲ ਨੇ। ਵਿੱਕੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ ਬਹੁਤ-ਬਹੁਤ ਨਵਜੋਤ ਜੀ, ਤੇ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਸ਼ੋਅ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਨੂੰ ਮੈਂ ਹਿੰਦੁਸਤਾਨ ਦੇ ਉਸ ਅਵਾਮ ਵੱਲੋਂ ਸਤਿ ਸ਼੍ਰੀ ਅਕਾਲ ਆਖਦਾ ਜਿਹੜਾ ਅਵਾਮ ਅੱਜ ਜੂਝ ਰਿਹਾ ਤਾਂ ਕਿ ਉਹਨਾਂ ਦੀ ਜ਼ਿੰਦਗੀ ਖੂਬਸੂਰਤ ਹੋ ਸਕੇ। ਵਿੱਕੀ, ਇਸ ਤੋਂ ਪਹਿਲਾਂ ਕਿ ਆਪਾਂ ਡੀਟੇਲ ਦੇ ਵਿੱਚ ਹੋਰ ਇਸ਼ੂਜ਼ ਦੇ ਉੱਤੇ ਗੱਲਬਾਤ ਸ਼ੁਰੂ ਕਰੀਏ, ਥੋੜ੍ਹੀ ਜਿਹੀ ਜੇ ਤੁਸੀਂ ਮੈਨੂੰ ਬੈਕਗਰਾਊਂਡ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਬਾਰੇ ਦੇ ਸਕੋ ਕਿ ਇਹ ਸੰਸਥਾ ਕਦੋਂ ਬਣੀ ਸੀ ਅਤੇ ਕੀ ਮਿਸ਼ਨ ਸੀ ਅਤੇ ਅੱਜ ਕਿੱਥੇ ਖੜੀ ਹੈ। ਜੀ, ਮੈਂ ਇਸ ਵੇਲੇ ਜਦੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਨੈਸ਼ਨਲ ਜਨਰਲ ਸੈਕਟਰੀ ਦੇ ਤੌਰ 'ਤੇ ਸਾਰੇ ਸਰੋਤਿਆਂ ਦਾ ਮੁਖਾਤਿਬ ਹੋ ਰਿਹਾ, ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਉਸ ਵੇਲੇ 1936 ਦੇ ਵਿੱਚ ਜਦੋਂ ਦੇਸ਼ ਆ ਜਿਹੜਾ ਅੰਗਰੇਜ਼ਾਂ ਦਾ ਗੁਲਾਮ ਸੀ, ਲੰਬਾ ਸਮਾਂ ਗੁਲਾਮ ਰਿਹਾ, ਉਸ ਵੇਲੇ ਕੋਈ ਵੀ ਨੈਸ਼ਨਲ ਲੈਵਲ ਦੀ ਔਰਗੇਨਾਈਜੇਸ਼ਨ ਵਿਦਿਆਰਥੀਆਂ ਦੀ ਨਹੀਂ ਸੀ ਜਿਹੜੀ ਉਸ ਗੁਲਾਮੀ ਦੇ ਖਿਲਾਫ ਵਿਦਿਆਰਥੀਆਂ ਦਾ ਮੰਚ ਬਣਾ ਕੇ ਲੜ ਸਕੇ। ਤਾਂ ਉਸ ਵੇਲੇ 1936 ਦੇ ਵਿੱਚ ਗੰਗਾ ਪ੍ਰਸਾਦ ਮੈਮੋਰੀਅਲ ਹਾਲ ਦੇ ਵਿੱਚ ਲਖਨਊ ਦੇ ਵਿੱਚ ਪੂਰੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਵਿਦਿਆਰਥੀ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਲੜ ਰਹੇ ਸੀ ਪਰ ਨੈਸ਼ਨਲ ਲੈਵਲ 'ਤੇ ਔਰਗੇਨਾਈਜ਼ਡ ਨਹੀਂ ਸੀ, ਉਹਨਾਂ ਨੇ ਇੱਕ ਕਾਨਫਰੰਸ ਕਰਕੇ ਨੈਸ਼ਨਲ ਲੈਵਲ ਦੀ ਸਟੂਡੈਂਟ ਔਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ, ਜਿਹਨੂੰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨਾਮ ਦਿੱਤਾ ਗਿਆ। AISFT ਦੀ ਸ਼ਾਰਟ ਫਾਰਮ ਹੈ। ਕਿ ਉਸ ਵੇਲੇ ਤੋਂ ਲੈ ਕੇ ਲਗਾਤਾਰ ਅਸੀਂ ਪਿਛਲੇ ਥੋੜ੍ਹੇ ਦਿਨ ਪਹਿਲਾਂ ਹੀ 12 ਅਗਸਤ ਨੂੰ ਇਹਦੇ 85 ਵਰ੍ਹੇ ਆ, ਜਿਹੜੇ ਸ਼ਾਨਦਾਰ 85 ਸਾਲ
ਉਹਨਾਂ ਨੂੰ ਸੈਲੀਬ੍ਰੇਟ ਕੀਤਾ ਵਿਦਿਆਰਥੀਆਂ ਦੇ ਵਿੱਚ, ਕਿਉਂਕਿ ਲਗਾਤਾਰ ਸੰਘਰਸ਼ਾਂ ਤੋਂ ਨਿਕਲਦੇ ਇਸ ਜਥੇਬੰਦੀ ਨੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਉਹਨਾਂ ਦੀ ਝੋਲੀ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਕਰਕੇ ਪਾਈਆਂ ਤੇ ਲਗਾਤਾਰ ਜਿਹੜਾ ਸੰਘਰਸ਼ ਜਾਰੀ ਹੈ ਜੀ। ਸੋ ਉਸ ਵੇਲੇ ਜਿਹੜਾ ਮਿਸ਼ਨ ਸੀ ਉਹ ਕੁਝ ਹੋਰ ਸੀ, ਅੱਜ ਮਿਸ਼ਨ ਹੋਰ ਹੈ? ਉਸ ਵੇਲੇ ਆਜ਼ਾਦੀ ਦੀ ਲੜਾਈ, ਜਿਹਦਾ ਉਸ ਵੇਲੇ ਵੀ ਸਲੋਗਨ ਸੀ ਕਿ ਜਿਹੜੀ ਪੂਰਨ ਆਜ਼ਾਦੀ, ਜਿਹਨੂੰ ਕੰਪਲੀਟ ਇੰਡੀਪੈਂਡੈਂਸ ਦਾ ਨਾਅਰਾ ਭਗਤ ਸਿੰਘ ਨੇ ਦਿੱਤਾ ਸੀ, ਜਿਹਦੇ ਤੇ ਕੋਈ ਵੀ ਰਾਜਨੀਤਿਕ ਧਿਰ ਉਸ ਵੇਲੇ ਦੀ ਰਾਜੀ ਨਹੀਂ ਸੀ। ਅਸੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਕੰਪਲੀਟ ਇੰਡੀਪੈਂਡੈਂਸ ਦੀ ਮੰਗ ਕਰ ਰਹੇ ਸੀ ਉਸ ਵੇਲੇ ਵੀ, ਤੇ ਅੱਜ ਵੀ ਜਦੋਂ ਅਧੂਰੀ ਆਜ਼ਾਦੀ ਸਾਡੇ ਕੋਲੇ ਆ, ਜਿਹਦੇ ਚ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ, ਉਸ ਆਜ਼ਾਦੀ ਨੂੰ ਪੂਰਾ ਕਰਵਾਉਣ ਦੇ ਲਈ ਅਸੀਂ ਲਗਾਤਾਰ ਲੜ ਰਹੇ ਹਾਂ। ਅੱਜ ਦੀਆਂ ਚੁਣੌਤੀਆਂ ਨਿਰਸੰਦੇਹ ਪਹਿਲਾਂ ਨਾਲੋਂ ਵੱਖਰੀਆਂ ਨੇ, ਵਧੇਰੇ ਗੰਭੀਰ ਨੇ, ਪਰ ਲੜਾਈ ਲਗਾਤਾਰ ਜਾਰੀ। ਸੋ ਵਿੱਕੀ, ਤੁਸੀਂ ਇਹ ਗੱਲ ਮੰਨ ਕੇ ਚੱਲ ਰਹੇ ਹੋ ਕਿ ਇਹ ਹਾਲੇ ਤੱਕ ਪੂਰਨ ਆਜ਼ਾਦੀ ਨਹੀਂ ਹੈ ਹਿੰਦੁਸਤਾਨ ਦੇ ਲੋਕਾਂ ਦੇ ਕੋਲ? ਬਿਲਕੁਲ ਨਹੀਂ, ਬਿਲਕੁਲ ਨਹੀਂ। ਜੇ ਇਹ ਆਜ਼ਾਦੀ ਪੂਰਨ ਆਜ਼ਾਦੀ ਹੁੰਦੀ ਤਾਂ ਸ਼ਾਇਦ ਉਹ 600 ਤੋਂ ਵਧੇਰੇ ਕਿਸਾਨ ਜਿਨ੍ਹਾਂ ਦੀ ਇਸ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ, ਉਹ ਸ਼ਹੀਦ ਨਾ ਹੁੰਦੇ। ਜੇ ਵਾਕਈ ਪੂਰਨ ਆਜ਼ਾਦੀ ਹੁੰਦੀ ਤੇ ਰੋਜ਼ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਹਿੰਦੁਸਤਾਨ ਤੋਂ ਟਰੈਵਲ ਕਰਦੀਆਂ ਦੁਨੀਆ ਭਰ ਦੇ ਕੋਨਿਆਂ 'ਚ ਜਾ ਕੇ ਸਿਰ ਨੀਵਾਂ ਕਰਨ ਵਾਸਤੇ ਹਿੰਦੁਸਤਾਨ ਦੇ ਲੋਕਾਂ ਨੂੰ ਮਜਬੂਰ ਕਰਦੀਆਂ, ਉਹ ਨਹੀਂ ਸੀ ਹੋਣਾ। ਇਸ ਕਰਕੇ ਪੂਰਨ ਆਜ਼ਾਦੀ ਉਦੋਂ ਹੀ ਹੋਏਗੀ ਜਦੋਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣੇਗਾ। ਉਹਦਾ ਪੈਂਡਾ ਲੰਬਾ ਹੋ ਸਕਦਾ ਹੈ, ਔਖਾ ਹੋ ਸਕਦਾ ਹੈ, ਕੁਰਬਾਨੀਆਂ ਮੰਗ ਸਕਦਾ ਹੈ, ਪਰ ਉਹ ਪੈਂਡਾ ਬਹੁਤ ਜਲਦ ਲੋਕ ਸਰ ਕਰਨਗੇ। ਸਾਨੂੰ ਇਸ ਗੱਲ ਦੀ ਵੀ ਉਮੀਦ ਹੈ। ਵਿੱਕੀ, ਤੁਸੀਂ ਇੱਕ ਸਟੂਡੈਂਟ ਲੀਡਰ ਹੋ, ਤੁਹਾਡੀ ਵੀ ਇਹ ਗੱਲ ਨੌਲੇਜ ਦੇ ਵਿੱਚ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਭਾਰਤ ਨੂੰ ਛੱਡ ਕੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਸਟੂਡੈਂਟ ਪਹੁੰਚੇ ਹੋਏ ਆ। ਸੋ ਇਹ ਜਿਹੜਾ ਵਰਤਾਰਾ ਸ਼ੁਰੂ ਹੋਇਆ, ਇਹ ਕਿਸੇ ਨਾ ਕਿਸੇ ਨਿਰਾਸ਼ਾ ਦੇ ਵਿੱਚੋਂ ਸ਼ੁਰੂ ਹੋਇਆ ਹੋਏਗਾ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਨਵਜੋਤ ਜੀ, ਇੱਕ ਗੱਲ ਬਹੁਤ ਸਪਸ਼ਟ ਹੈ ਕਿ ਬੰਦਾ ਜਿਹੋ ਜਿਹੀ ਜ਼ਿੰਦਗੀ ਵਿੱਚ ਰਹਿ ਰਿਹਾ, ਉਹ ਉਸ ਤੋਂ ਵਧੀਆ ਜ਼ਿੰਦਗੀ ਵੱਲ ਨੂੰ ਭੱਜਦਾ। ਅਸੀਂ ਮਤਲਬ ਜਿਸ ਨਸਲ ਚੋਂ ਅਸੀਂ ਡਿਵੈਲਪ ਹੋ ਕੇ ਇੱਥੇ ਤੱਕ ਮਨੁੱਖ ਬਣ ਕੇ ਆਏ ਹਾਂ, ਅਸੀਂ ਇਸੇ ਕਰਕੇ ਮਨੁੱਖ ਬਣ ਪਾਏ ਕਿਉਂਕਿ ਅਸੀਂ ਮਾੜੇ ਹਾਲਾਤਾਂ ਦੇ ਖਿਲਾਫ ਲੜਦੇ ਹਾਂ, ਚੰਗੇ ਹਾਲਾਤਾਂ ਵੱਲ ਨੂੰ ਭੱਜਦੇ ਸੀ। ਤੇ ਅੱਜ ਵੀ ਜਿਹੜੇ ਲੋਕ ਚੰਗੀ ਜ਼ਿੰਦਗੀ ਦੀ ਕਾਮਨਾ ਵਾਸਤੇ ਕੈਨੇਡਾ, ਅਮਰੀਕਾ ਜਾਂ ਜਿੱਥੇ ਵੀ ਦੁਨੀਆ ਦੇ ਵਿੱਚ ਜਿੱਥੋਂ ਰੋਜੀ ਰੋਟੀ ਦਾ ਕੋਈ ਵਸੀਲਾ ਕੀਤਾ ਜਾ ਸਕਦਾ, ਲੋਕ ਉੱਥੇ ਜਾਂਦੇ ਆ। ਪਰ ਨਾਲ ਇਹਦੇ ਇਹ ਵੀ ਆ, ਮੇਰੀ ਅੰਡਰਸਟੈਂਡਿੰਗ ਇਹ ਆ ਕਿ ਜਦੋਂ ਘਰੇ ਕੋਈ ਸਮੱਸਿਆ ਆਉਂਦੀ ਆ ਤੇ ਅਸੀਂ ਘਰ ਛੱਡ ਕੇ ਭੱਜਦੇ ਨਹੀਂ, ਅਸੀਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਲੜਦੇ ਆ ਉਹਦੇ ਖਿਲਾਫ। ਤੇ ਇਸੇ ਤਰ੍ਹਾਂ ਜਿਹੜੇ ਹੁਣ ਵਿਦਿਆਰਥੀ ਪਿਛਲੇ ਕਹਿ ਲਓ 15 ਸਾਲਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਪੰਜਾਬ ਦੀ ਆਰਥਿਕਤਾ ਦਾ ਵੀ ਤੇ ਪੰਜਾਬ ਦੇ ਧੀਆਂ ਪੁੱਤਾਂ ਦਾ ਵੀ ਜਿਹੜਾ ਅੱਜ ਬਾਹਰ ਚਲਿਆ ਗਿਆ। ਮੈਂ ਇਹੀ ਉਮੀਦ ਕਰਦਾ ਵੀ ਜਦੋਂ ਗਦਰ ਮੂਵਮੈਂਟ ਸੀ ਉਦੋਂ ਵੀ ਬਹੁਤ ਸਾਰੇ ਲੋਕ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਰੁਜ਼ਗਾਰ ਲੱਭਦੇ ਸੀ, ਉੱਥੇ ਕਿਸਾਨੀ ਖੇਤੀ ਵੀ ਕਰਦੇ ਸੀ। ਫਿਰ ਇੱਕ ਮੁਹਿੰਮ ਆ ਜਿਹੜੀ ਦੇਸ਼ ਦੇ ਵਿੱਚ ਉੱਠਦੀ ਆ ਤੇ ਜਿਹਦੇ ਚ ਸਾਰੇ ਦੇ ਸਾਰੇ ਲੋਕ ਆ ਸੈਨ ਫਰਾਂਸਿਸਕੋ ਤੋਂ ਉੱਠ ਕੇ ਟਾਮਾਗਾਟਾਮਾਰੂ ਚ ਜਹਾਜ਼ ਚ ਮਤਲਬ ਤਾਰੀਆਂ ਲਾਉਂਦੇ ਹੋਏ ਫੇਰ ਵਾਪਸ ਮੁੜ ਆਉਂਦੇ। ਮੈਂ ਉਮੀਦ ਕਰਦਾ ਜਿਹੜੇ ਲੋਕ ਅੱਜ ਮੈਨੂੰ ਸੁਣ ਰਹੇ ਹੋਣਗੇ ਉਹਨਾਂ ਤੋਂ ਇਸ ਗੱਲ ਦੀ ਕਿ ਉਹ ਸਰਾਬੇ ਨੂੰ ਯਾਦ ਕਰਨਗੇ, ਉਸ 19 ਸਾਲਾਂ ਦੇ ਨੌਜਵਾਨ ਨੂੰ ਜਿਹਨੇ ਆਪਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਗਦਰ ਦੀ ਟ੍ਰੇਨਿੰਗ ਲੈਣ ਵਾਸਤੇ ਉਹ ਸੈਨ ਫਰਾਂਸਿਸਕੋ ਵੀ ਗਿਆ, ਪਰ ਉਹ ਵਾਪਸ ਮੁੜਿਆ ਤੇ ਇੱਕ ਗਦਰੀ ਬਣ ਕੇ ਮੁੜਿਆ। ਸੋ ਸਰਾਬੇ ਜਿਹੜੇ ਅੱਜ ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਲਈ ਗਏ ਆ, ਕਦੇ ਮੁੜਨਗੇ ਜਦੋਂ ਇੱਕ ਵੱਡੀ ਮੂਵਮੈਂਟ ਇਸ ਦੇਸ਼ ਦੇ ਵਿੱਚ ਉਹਨਾਂ ਦੀ ਅਸਲੀ ਮੁਕਤੀ ਵੱਲ ਇਸ਼ਾਰਾ ਕਰੇਗੀ। ਉਹ ਸਾਰੇ ਲੋਕ ਆ ਜਿਹੜੇ ਉਸ ਅੰਦੋਲਨ 'ਚ ਵੀ ਸ਼ਾਮਿਲ ਹੋਣਗੇ। ਇਹ ਹੁੰਦਾ ਹਮੇਸ਼ਾ ਹੀ ਪਰਵਾਜ਼ ਹੁੰਦਾ, ਉਸ ਤੋਂ ਬਾਅਦ ਲੋਕ ਫਿਰ ਘਰਾਂ ਨੂੰ ਪਰਤਦੇ ਆ। ਮੈਂ ਸਮਝਦਾ ਉਹ ਹਜੇ ਆਲਮਿਆਂ 'ਚ ਨਿਕਲ ਕੇ ਗਏ ਹੋਏ ਪੰਛੀ ਆ ਕਿਤੇ ਹੋਰ ਆਸ਼ਿਆਨਾ ਬਣਾਉਣ ਵਾਸਤੇ, ਉਹ ਮੁੜਨਗੇ ਆਪਦੇ ਆਲਮਿਆਂ 'ਚ ਹੀ ਆਉਣਗੇ। ਉਮੀਦ ਕਰਦੀ ਹਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਜਦੋਂ ਵਿੱਕੀ ਦੀਆਂ ਗੱਲਾਂ ਸੁਣ ਰਹੇ ਨੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆ ਰਹੇ ਹੋਣਗੇ, ਕਈ ਤਰ੍ਹਾਂ ਦੇ ਸਵਾਲ ਆ ਰਹੇ ਹੋਣਗੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਝ ਅਸੀਂ ਕਾਲਸ ਵੀ ਲੈ ਸਕਾਂਗੇ। 6042040600 ਸਾਡਾ ਟੈਲੀਫੋਨ ਨੰਬਰ ਰਹੇਗਾ, 6042040600। ਵਿੱਕੀ, ਰੋਜ਼ਗਾਰ ਜਿਹੜਾ ਹੈ ਉਹ ਬਹੁਤ ਵੱਡਾ ਮਸਲਾ ਬਣਿਆ ਹੋਇਆ। ਇੱਕ ਬਣੇਗਾ ਨਾਂ ਦੀ ਜਿਹੜੀ ਤੁਸੀਂ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਇੰਡੀਆ ਦੇ ਵਿੱਚ, ਮੈਂ ਚਾਹੁੰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਉਹਦੇ ਬਾਰੇ ਦੱਸੋ ਕਿ ਉਹ ਕੀ ਪ੍ਰਪੋਜ਼ਲ ਹੈ, ਕੀ ਤੁਸੀਂ ਚਾਹੁੰਦੇ ਹੋ? ਜੀ 75 ਸਾਲਾਂ ਦੀ ਆਜ਼ਾਦੀ ਦੇ ਵਿੱਚ ਹਰ ਵੇਲੇ ਜਦੋਂ ਤੋਂ ਮਤਲਬ ਬੇਰੁਜ਼ਗਾਰੀ ਨੇ ਸਿਖਰ ਸ਼ੁਰੂ ਕੀਤੀ ਆ, ਰਾਜਨੀਤਿਕ ਪਾਰਟੀਆਂ ਕਦੇ ਮੰਨਦੀਆਂ ਨਹੀਂ ਸੀ ਕਿ ਬੇਰੁਜ਼ਗਾਰੀ ਨਾਮ ਦਾ ਕੋਈ ਮਸਲਾ ਹੈ।
ਪਰ ਪਿਛਲੇ 20 ਸਾਲਾਂ ਦੇ ਵਿੱਚ ਲਗਾਤਾਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਨਾਲ ਹੀ ਜਿਹੜੀ ਭਰਾਤਰੀ ਜਥੇਬੰਦੀ ਆਲ ਇੰਡੀਆ ਯੂਥ ਫੈਡਰੇਸ਼ਨ, ਇਹਨਾਂ ਦੋ ਜਥੇਬੰਦੀਆਂ ਨੇ ਰੁਜ਼ਗਾਰ, ਕਿਉਂਕਿ ਪੰਜਾਬ ਦੇ ਵਿੱਚ ਤਖਾਨਵੱਧ ਪਿੰਡ ਦੇ ਵਿੱਚੋਂ ਹੀ ਇਹ ਗੱਲ ਹੋਈ ਕਿ ਨੈਸ਼ਨਲ ਲੈਵਲ ਦੇ 2 ਕਬੱਡੀ ਦੇ ਖਿਡਾਰੀ ਉਹ ਜਿਹੜੇ ਮਤਲਬ ਸੁਸਾਈਡ ਕਰ ਗਏ। ਕਿਉਂਕਿ ਉਹਨਾਂ ਨੂੰ ਕਿਸੇ ਪਾਸੇ ਰੁਜ਼ਗਾਰ ਮਿਲਣ ਵਾਲਾ ਕੰਮ ਨਹੀਂ ਸੀ। ਲਗਾਤਾਰ ਜਦੋਂ ਸੁਸਾਈਡ ਕਰਨ ਵਾਲਾ ਦੌਰ ਵੱਧ ਰਿਹਾ ਸੀ, ਉਸ ਵੇਲੇ ਇਹਨਾਂ ਜਥੇਬੰਦੀਆਂ ਨੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਬਣਾ ਕੇ ਇੱਕ ਸਲੋਗਨ ਤੇ ਕੰਮ ਕਰਦਿਆਂ ਲੋਕਾਂ ਨੂੰ ਚੇਤਨ ਕਰਨਾ ਸ਼ੁਰੂ ਕੀਤਾ, ਤਾਂ ਕਿ ਜਿਹਦਾ ਸਲੋਗਨ ਵੀ ਇਹ ਦਿੱਤਾ ਗਿਆ ਕਿ ਖੁਦਕੁਸ਼ੀ ਨਹੀਂ ਪ੍ਰਾਪਤੀ ਦੇ ਰਾਹ ਪੈਵੇ ਲੋਕਾਂ। ਤੇ ਉਸ ਤੋਂ ਅੱਗੇ ਆ ਕੇ ਪਿਛਲੇ 4 ਸਾਲਾਂ ਤੋਂ ਲਗਾਤਾਰ ਅਸੀਂ ਕਿ ਦੇਸ਼ ਦੀ ਸਰਕਾਰ ਜਦੋਂ ਲੋਕਾਂ ਤੋਂ ਹੱਕ ਖੋਹਣੇ ਹੁੰਦੇ ਆ ਤੇ ਉਹ ਕਾਨੂੰਨ ਬਣਾਉਂਦੇ ਆ, ਜਦੋਂ ਲੋਕਾਂ ਤੋਂ ਜ਼ਮੀਨਾਂ ਖੋਹਣੀਆਂ ਤੇ ਉਹਨਾਂ ਨੇ ਇਹ ਐਗਰੀਕਲਚਰ ਲਾਅ ਆ ਜਿਹੜੇ ਉਹ ਲੈ ਆਉਂਦੇ, ਜਦੋਂ ਐਜੂਕੇਸ਼ਨ ਖੋਹਣੀ ਸੀ ਉਦੋਂ ਨਿਊ ਐਜੂਕੇਸ਼ਨ ਪਾਲਿਸੀ ਜਿਹਨੂੰ NEP ਕਿਹਾ ਜਾਂਦਾ ਉਹਨੂੰ ਇੰਟਰੋਡਿਊਸ ਕਰਾਇਆ। ਕਿਉਂ ਨਹੀਂ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਵਿਦੇਸ਼ਾਂ 'ਚ ਵੀ ਜਾ ਰਹੇ ਆ ਉਹਨਾਂ ਸਾਰਿਆਂ ਨੂੰ ਇਸ ਧਰਤੀ 'ਤੇ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਸਕਦਾ? ਬਿਲਕੁਲ ਹੀ ਦਿੱਤਾ ਜਾ ਸਕਦਾ। ਇਹਦੇ ਲਈ ਕੀ ਜ਼ਰੂਰੀ ਆ ਕਿ ਸਰਕਾਰ ਕਾਨੂੰਨ ਬਣਾਵੇ। ਫਿਰ ਅਸੀਂ ਇਸ ਮੰਗ ਤੇ ਲਗਾਤਾਰ ਲੜ ਰਹੇ ਹਾਂ ਕਿ ਭਗਤ ਸਿੰਘ ਦੇ ਨਾਂ ਤੇ, ਕਿਉਂਕਿ ਭਗਤ ਸਿੰਘ ਇਸ ਦੇਸ਼ ਦੀ ਆਜ਼ਾਦੀ ਦੇ ਲਈ ਵੀ ਲੜਿਆ ਤੇ ਉਹਦੇ ਮਨ ਦੇ ਵਿੱਚ ਭਵਿੱਖ ਦਾ ਸੁਪਨਾ ਵੀ ਸੀ ਕਿ ਕਿਹੋ ਜਿਹੀ ਸੁਸਾਇਟੀ ਹੋਣੀ ਚਾਹੀਦੀ ਆ। ਤਾਂ ਭਗਤ ਸਿੰਘ ਦੇ ਨਾਂ ਤੇ ਪੂਰੇ ਦੇਸ਼ ਦੇ ਵਿੱਚ ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਾਰੰਟੀ ਐਕਟ, ਜਿਹਦੀ ਸ਼ਾਰਟ ਫਾਰਮ ਬਨੇਗਾ ਨਾਂ ਦਾ ਕਾਨੂੰਨ ਇਸ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣਾ ਚਾਹੀਦਾ, ਤਾਂ ਕਿ ਜਿਹਦੀ ਜਿੰਨੀ ਯੋਗਤਾ, ਕੋਈ ਅਨਸਕਿਲਡ ਆ ਤੇ ਉਹਨੂੰ ਉਸ ਤਰੀਕੇ ਦਾ ਰੁਜ਼ਗਾਰ ਦਿੱਤਾ ਜਾਵੇ। ਸਰਕਾਰ ਖੁਦ ਆ ਜਿਹੜੀ ਉਹਨੂੰ 4 ਹਿੱਸਿਆਂ 'ਚ ਵੰਡਦੇ, ਜਿਸ 'ਚ ਅਨਸਕਿਲਡ, ਸੈਮੀ ਸਕਿਲਡ, ਸਕਿਲਡ ਤੇ ਹਾਈਲੀ ਸਕਿਲਡ 4 ਕੈਟੇਗਰੀਆਂ। ਸੋ ਅਸੀਂ ਇਸ ਗੱਲ ਦੇ ਲਈ ਲਗਾਤਾਰ ਲੜ ਰਹੇ ਹਾਂ ਕਿ ਘੱਟੋ ਘੱਟ 20,000 ਰੁਪਇਆ ਮਹੀਨੇ ਦੀ ਗਰੰਟੀ ਕਰਨ ਤੋਂ ਲੈ ਕੇ 35,000 ਰੁਪਏ ਤੱਕ ਦੀ ਪ੍ਰੋਵੀਜ਼ਨ ਇਸ ਕਾਨੂੰਨ ਦੇ ਵਿੱਚ ਦਿੱਤੀ ਜਾਵੇ। ਉਸ ਤੋਂ ਬਾਅਦ ਜੇ ਸਰਕਾਰ ਕੰਮ ਦੇਣ 'ਚ ਫੇਲ ਹੋ ਜਾਂਦੀ ਆ ਤੇ ਵਰਕ ਵੇਟਿੰਗ ਅਲਾਊਂਸ, ਜਿਹਨੂੰ ਉਹ ਅਨਇੰਪਲਾਇਮੈਂਟ ਅਲਾਊਂਸ ਕਹਿੰਦੇ ਆ, ਕਿਉਂਕਿ ਅਸੀਂ ਬੇਰੁਜ਼ਗਾਰ ਨਹੀਂ ਰਹਿਣਾ ਚਾਹੁੰਦੇ, ਇਸ ਕਰਕੇ ਅਸੀਂ ਅਨਇੰਪਲਾਇਮੈਂਟ ਅਲਾਊਂਸ ਨਹੀਂ ਕਹਿੰਦੇ, ਅਸੀਂ ਕੰਮ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਕਰਕੇ ਵਰਕ ਵੇਟਿੰਗ ਅਲਾਊਂਸ ਉਦੋਂ ਤੱਕ ਇਹਦਾ ਅੱਧਾ ਪੈਸਾ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ ਤੇ ਬਿਲਕੁਲ ਦਿੱਤਾ ਜਾ ਸਕਦਾ। ਬਨੇਗਾ ਦੇ ਨਾਮ ਤੇ ਇਸ ਦੇਸ਼ ਦੇ ਵਿੱਚ 3 ਵਾਰ ਲਗਾਤਾਰ ਪਾਰਲੀਮੈਂਟ ਮਾਰਚ ਵੀ ਹੋ ਚੁੱਕਿਆ। ਕੇਰਲਾ ਤੋਂ ਹੀ ਇੱਕ ਸੰਸਦ ਨੇ ਕਾਮਰੇਡ ਬਿਨੋਏ ਵਿਸ਼ਵਮ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਰੈਜ਼ੋਲਿਊਸ਼ਨ ਵੀ ਮੂਵ ਕੀਤਾ। ਸਾਨੂੰ ਉਮੀਦ ਹੈ ਜਿਹੜੀ ਸਾਡੀ ਸੜਕਾਂ ਦੀ ਲੜਾਈ ਹੈ, ਜਿਹੜੀ ਸਾਡੀ ਰੋਡ ਤੇ ਅੱਜ ਲੜਾਈ ਉਹ ਪਾਰਲੀਮੈਂਟ ਵਿੱਚ ਵੀ ਜਿੱਤ ਹਾਸਲ ਕਰੂਗੀ। ਰੁਜ਼ਗਾਰ ਦਾ ਕਾਨੂੰਨ ਬਣਾਏ ਬਿਨਾਂ ਇਸ ਦੇਸ਼ ਦਾ ਭਲਾ ਨਹੀਂ ਕੀਤਾ ਜਾ ਸਕਦਾ। ਤੁਸੀਂ ਖਬਰਾਂ ਦੇਖੀਆਂ ਹੋਣਗੀਆਂ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਪੰਜਾਬ 'ਚ 2022 ਦੇ ਵਿੱਚ ਇਲੈਕਸ਼ਨ ਹੋਣੇ ਆ ਤੇ ਕੁਝ ਮਤਲਬ ਟੁਕੜੇ ਸਿੱਟਣ ਵਾਲਾ ਕੰਮ ਆ ਲੋਕਾਂ ਨੂੰ ਕੀਤਾ ਜਾ ਰਿਹਾ। ਦੇਸ਼ ਦੀ ਹਾਲਤ ਇੰਨੀ ਮਾੜੀ ਆ ਕਿ ਇੱਕ ਪਾਸੇ GDP ਆ ਜਿਹੜੀ ਉਹ ਆਪਦੇ ਲੋਐਸਟ ਪੁਆਇੰਟ ਤੇ ਆ ਤੇ ਅਨਇੰਪਲਾਇਮੈਂਟ ਰੇਟ ਆਪਦੇ ਹਾਈਐਸਟ ਪੁਆਇੰਟ ਤੇ ਆ। ਜਿੱਥੇ ਦੇਸ਼ ਦੇ ਲੋਕਾਂ ਕੋਲੇ ਕੰਮ ਹੀ ਕੋਈ ਨਹੀਂ, ਉੱਥੋਂ ਦੀ ਨੈਸ਼ਨਲ ਇਨਕਮ ਇਨਕਰੀਜ਼ ਕਿਵੇਂ ਹੋ ਸਕਦੀ ਆ ਜਿੱਥੇ ਕੰਮ ਕਰਨ ਵਾਲੇ ਹੱਥ ਖਾਲੀ ਬੈਠੇ ਆ। ਸੋ ਅਸੀਂ ਕਹਿ ਰਹੇ ਹਾਂ ਜੇ GDP ਨੈਸ਼ਨਲ ਇਨਕਮ ਇਸ ਦੇਸ਼ ਦੀ ਵਧਾਉਣੀ ਆ ਤੇ ਬਿਨਾਂ ਰੁਜ਼ਗਾਰ ਦਿੱਤੇ ਦੇ ਨਹੀਂ ਕੀਤਾ ਜਾ ਸਕਦਾ। 1300 ਪਟਵਾਰੀ ਦੀ ਪੋਸਟ ਨਿਕਲੀ ਪੰਜਾਬ ਦੇ ਵਿੱਚ, ਉਹ ਵੀ ਇਸ ਕਰਕੇ ਕਿਉਂਕਿ ਹੁਣ ਸਰਕਾਰ ਨੇ ਦੁਬਾਰਾ ਫਿਰ ਇਹਨਾਂ ਨੂੰ ਉਮੀਦ ਆ ਕਿ ਅਸੀਂ ਚੁਣ ਕੇ ਦੁਬਾਰਾ ਆ ਜਾਵਾਂਗੇ। 1300 ਪਟਵਾਰੀ ਦੀ ਪੋਸਟ ਵਾਸਤੇ 10 ਲੱਖ ਤੋਂ ਵੱਧ ਮੁੰਡੇ ਕੁੜੀ ਨੇ ਫਾਰਮ ਭਰਿਆ। ਇੱਕੋ ਦਿਨ ਪੇਪਰ ਹੋਣਾ ਸੀ। ਤੁਸੀਂ ਪੰਜਾਬ ਦੀ ਹਾਲਤ ਦੇਖੀ ਹੋਏਗੀ, ਪੰਜਾਬ ਦੀਆਂ ਬੱਸਾਂ ਦੇ ਉੱਪਰ ਨੀਚੇ ਸਾਈਡਾਂ ਤੇ ਕਿਤੇ ਖੜਨ ਲਈ ਥਾਂ ਨਹੀਂ, ਕੁੜੀਆਂ ਤੱਕ ਜਿਹੜੀਆਂ ਲੰਮਕ ਕੇ ਬੱਸਾਂ ਦੇ ਨਾਲ ਪੇਪਰ ਦੇਣ ਜਾ ਰਹੀਆਂ। ਇਹ ਜਲੀਲ ਕਰਨਾ ਨਹੀਂ ਤੇ ਹੋਰ ਕੀ ਆ। ਕੀ ਲੋਕ ਜਿਨ੍ਹਾਂ ਨੇ ਜ਼ਮੀਨਾਂ ਪੱਧਰੀਆਂ ਕਰਕੇ, ਜਿਨ੍ਹਾਂ ਨੇ ਇਸ ਧਰਤੀ ਨੂੰ ਰਹਿਣ ਯੋਗ ਬਣਾਇਆ, ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਦਾ, ਫਿਰ ਲੋਕ ਕੀ ਕਰਨਗੇ? ਫਿਰ ਵਿਦੇਸ਼ਾਂ ਨੂੰ ਜਾਣਗੇ। ਸੋ ਰੁਜ਼ਗਾਰ ਦਾ ਪ੍ਰਬੰਧ ਇੱਥੇ ਕੀਤਾ ਜਾਵੇ ਤਾਂ ਕਿ ਮਾਪੇ ਆ ਉਹ ਵੀ ਵਿਛੋੜੇ ਦੀ ਅੱਗ 'ਚ ਨਾ ਚੜ੍ਹਨ ਆਪਦੇ ਧੀਆਂ ਪੁੱਤਾਂ ਦੇ, ਤੇ ਜਿਹੜੇ ਨੌਜਵਾਨ ਆ ਉਹਨਾਂ ਦੀ એનર્ਜੀ ਨੂੰ ਯੂਜ਼ ਕਰਕੇ ਇਸ ਦੇਸ਼ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ। ਸੋ ਬਨੇਗਾ ਦਾ ਕਾਨੂੰਨ ਉਸੇ ਸੁਪਨੇ 'ਚੋਂ, ਉਸੇ ਉਮੀਦ 'ਚੋਂ ਉੱਠਿਆ। ਓਕੇ, ਇਹ ਬਨੇਗਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਇਸ ਐਕਟ ਦੀ ਮੰਗ ਕਰ ਰਹੇ ਹੋ ਕਿ ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ, ਪਰ ਤੁਹਾਡੀ ਆਰਗੇਨਾਈਜੇਸ਼ਨ ਜਾਂ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਨੇ ਪਹਿਲਾਂ ਕਈ ਤਰ੍ਹਾਂ ਦੇ ਪ੍ਰੈਸ਼ਰ ਪਾਏ ਹੋਣਗੇ ਕਿਸੇ ਇਸੇ ਤਰੀਕੇ ਦੇ ਜਾਂ ਕੋਈ ਹੋਰ ਕਾਨੂੰਨ ਬਣਨ ਦੇ। ਆਰਗੇਨਾਈਜੇਸ਼ਨਸ ਦਾ ਜਿਹੜਾ ਇਹ ਪ੍ਰੈਸ਼ਰ ਹੈ ਜਾਂ ਜਿਹੜੀ ਇੱਕ ਕੈਂਪੇਨ ਬਣਦੀ ਹੈ, ਮੂਵਮੈਂਟ ਬਣਦੀ ਹੈ, ਇਹ ਕੰਮ ਕਰਦੀ ਰਹੀ ਹੈ ਪਹਿਲਾਂ? ਕੋਈ ਇਹੋ ਜਿਹੀਆਂ ਐਗਜ਼ਾਮਪਲਸ ਤੁਹਾਡੇ ਸਾਹਮਣੇ ਹੈਗੀਆਂ ਕਿ ਇਹ ਕੰਮ ਹੋ ਸਕਿਆ ਹੋਵੇ ਪਬਲਿਕ ਦੇ ਹੱਕ ਦੇ ਵਿੱਚ? ਤੁਸੀਂ ਆਰਗੇਨਾਈਜੇਸ਼ਨਸ ਨੇ ਕੁਝ ਇਹੋ ਜਿਹਾ ਬਣਵਾਇਆ ਹੋਵੇ ਕਾਨੂੰਨ? ਕਿਉਂਕਿ ਹੁਣ ਜਿਹੜਾ ਕਿਸਾਨਾਂ ਵਾਲਾ ਕਾਨੂੰਨ ਆ, ਉਹ ਕਿਸਾਨਾਂ ਦੇ ਕਾਨੂੰਨ ਰੱਦ ਕਰਾਉਣ ਦੇ ਲਈ ਵੀ ਤੁਸੀਂ ਉਸ ਮੁਹਿੰਮ ਦੇ ਵਿੱਚ ਸ਼ਾਮਿਲ ਹੈਗੇ ਹੋ,
ਪਰ ਮੈਂ ਗੱਲ ਕਰ ਰਹੀ ਹਾਂ ਕਾਨੂੰਨ ਬਣਾਏ ਜਾਣ ਦੀ। ਜਿਹੜੇ ਲੋਕ ਪੱਖੀ ਕਾਨੂੰਨ ਤੁਹਾਡੀ ਆਰਗੇਨਾਈਜੇਸ਼ਨ ਜਾਂ ਇਸ ਤਰ੍ਹਾਂ ਦੀਆਂ ਹੋਰ ਆਰਗੇਨਾਈਜੇਸ਼ਨਸ ਦੇ ਦਬਾਅ ਤਹਿਤ ਬਣੇ ਹੋਣ, ਹੈਗੇ ਨੇ ਕੋਈ ਜਿੱਥੇ ਕਾਮਯਾਬੀ ਮਿਲੀ ਹੋਵੇ? ਕਿਉਂਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਰਾਜਨੀਤਿਕ ਤੌਰ ਤੇ ਤੁਹਾਡਾ ਪਾਰਲੀਮੈਂਟ ਦੇ ਵਿੱਚ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਅੱਜ ਜੇ ਕਿਸਾਨਾਂ ਨੂੰ ਇੰਨੀ ਲੰਬੀ ਲੜਾਈ ਲੜਨੀ ਪੈ ਰਹੀ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ, ਉਹ ਲੰਬੀ ਲੜਾਈ ਦਾ ਕਾਰਨ ਵੀ ਇਹ ਆ ਕਿ ਲੋਕ ਪੱਖੀ ਤਾਕਤਾਂ ਜਿਹੜੀਆਂ ਇਸ ਦੇਸ਼ ਦੇ ਵਿੱਚ, ਚਾਹੇ ਉਹ ਲੈਫਟ ਹੋਵੇ, ਚਾਹੇ ਉਹ ਮਤਲਬ ਵੱਖਰੀਆਂ ਰਾਜਨੀਤਿਕ ਪਾਰਟੀਆਂ ਹੋਣ ਜਿਹੜੀਆਂ ਲੋਕਾਂ ਦੇ ਲਈ ਖੜਦੀਆਂ, ਉਹਨਾਂ ਦੀ ਤਾਕਤ ਪਾਰਲੀਮੈਂਟ 'ਚ ਬਹੁਤ ਕਮਜ਼ੋਰ ਹੋਈ ਆ। ਇਸੇ ਕਰਕੇ ਇਹੋ ਜਿਹੇ ਕਾਨੂੰਨ ਆ ਜਿਹੜੇ ਮੋਦੀ ਦੀ ਸਰਕਾਰ ਇਹ ਸਮਝਦੀ ਆ ਵੀ ਅਸੀਂ ਮਤਲਬ ਨੰਗੇ ਦੈਣ ਆ ਜਿਹੜਾ ਉਹ ਪਾਸ ਕਰ ਦਿਆਂਗੇ ਤੇ ਕੋਈ ਬੋਲਣ ਵਾਲਾ ਨਹੀਂ। ਪਰ ਇਦੋਂ ਪਿਛਲੀ ਸਰਕਾਰ ਦੇ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਨੇ ਇਸ ਦੇਸ਼ ਦੇ ਵਿੱਚ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਲੈ ਕੇ ਆਉਂਦੀਆਂ, ਪਰ ਕਿਉਂਕਿ 62 MP ਉਹ ਵੀ ਸੀ ਜਿਹੜੇ ਲੋਕਾਂ ਨੇ ਕੇਰਲਾ ਤੋਂ, ਤਾਮਿਲਨਾਡੂ ਤੋਂ, ਵੱਖ-ਵੱਖ ਥਾਵਾਂ ਤੋਂ ਜਿਤਾ ਕੇ ਲੈਫਟ ਦੀਆਂ ਪਾਰਟੀਆਂ ਦੇ ਭੇਜੇ ਸੀ, ਉਸ ਦਬਾਅ ਦੇ ਥੱਲੇ ਉਹਨਾਂ MPs ਦੇ ਕਰਕੇ ਨਰੇਗਾ ਦਾ ਕਾਨੂੰਨ ਬਣਿਆ, ਰਾਈਟ ਟੂ ਇਨਫੋਰਮੇਸ਼ਨ ਦਾ ਕਾਨੂੰਨ ਬਣਿਆ, ਤੇ ਨਾਲ ਦੀ ਨਾਲ ਹੀ ਐਜੂਕੇਸ਼ਨ ਜਿਹਦੀ ਅਸੀਂ ਬਾਹਰ ਮੰਗ ਕਰਦੇ ਸੀ ਤੇ ਅਸੀਂ ਲਗਾਤਾਰ MPs ਨੂੰ ਉਹਨਾਂ ਨੂੰ ਲਿਖ ਰਹੇ ਸੀ ਕਿ ਜਿਹੜੀ ਐਜੂਕੇਸ਼ਨ, ਰਾਈਟ ਟੂ ਐਜੂਕੇਸ਼ਨ ਦਾ ਕਾਨੂੰਨ ਵੀ ਬਣਨਾ ਚਾਹੀਦਾ, ਉਹ ਵੀ ਕਾਨੂੰਨ ਆ ਜਿਹੜਾ ਵਿਦਿਆਰਥੀਆਂ ਦੇ ਸੰਘਰਸ਼ ਦੇ ਦਬਾਅ ਥੱਲੇ ਬਣਿਆ। ਸੋ ਇਸ ਕਰਕੇ ਜਦੋਂ ਪਾਰਲੀਮੈਂਟ ਦੇ ਵਿੱਚ ਲੋਕਾਂ ਦੀ ਤਾਕਤ ਮਜ਼ਬੂਤ ਹੁੰਦੀ ਤੇ ਨਵੇਂ ਕਾਨੂੰਨ ਬਣਾਉਣੇ ਉਹ ਸੌਖੇ ਹੋ ਜਾਂਦੇ। ਬਟ ਡਜ਼ ਇਟ ਮੀਨ ਕਿ ਜੇ ਅੱਜ ਤਾਕਤ ਕਮਜ਼ੋਰ ਆ ਤੇ ਕਾਨੂੰਨ ਨਹੀਂ ਬਣਵਾਏ ਜਾ ਸਕਦੇ? ਇਹ ਵੀ ਸੱਚ ਨਹੀਂ। ਜਿੱਡਾ ਵੱਡਾ ਕਿਸਾਨ ਅੰਦੋਲਨ ਅੱਜ ਖੜਾ, ਜੇ ਕੋਈ ਕਵੇ ਜੀ ਨਹੀਂ ਇੱਕ ਵਾਰੀ ਬਣਾਇਆ ਕਾਨੂੰਨ ਉਹ ਵਾਪਸ ਨਹੀਂ ਹੁੰਦਾ, ਲੋਕਾਂ ਦੀ ਤਾਕਤ ਅੱਗੇ ਕੋਈ ਚੀਜ਼ ਨਹੀਂ ਰੁਕਦੀ। ਜੇ ਲੋਕ ਚਾਹੁਣ ਤਾਂ ਮਤਲਬ ਜਿਹੜੀ ਧਿਰ ਸੱਤਾ ਤੇ ਕਾਬਜ਼ ਆ ਉਸ ਧਿਰ ਨੂੰ ਵੀ ਸੱਟ ਸਕਦੇ ਆ ਤੇ ਦੁਬਾਰਾ ਇਲੈਕਸ਼ਨ ਕਰਵਾਉਣ ਵਾਲੇ ਪਾਸੇ ਵੀ ਜਾ ਸਕਦੇ। ਤਾਂ ਲੋਕਾਂ ਦੀ ਤਾਕਤ ਨੂੰ ਅੰਡਰ ਐਸਟੀਮੇਟ ਨਹੀਂ ਕੀਤਾ ਜਾ ਸਕਦਾ। ਇਹ ਕਾਨੂੰਨ ਆ ਜਿਹੜੇ ਇਹਨਾਂ ਨੂੰ ਵਾਪਸ ਵੀ ਕਰਵਾਇਆ ਜਾ ਸਕਦਾ। ਤੇ ਬਨੇਗਾ ਦਾ ਕਾਨੂੰਨ, ਕਿਉਂਕਿ ਹੋਰ ਰਾਹ ਕੀ ਆ? ਜੇ ਬਨੇਗਾ ਦਾ ਕਾਨੂੰਨ ਪਾਸ ਨਹੀਂ ਕਰੇਗੀ ਦੇਸ਼ ਦੀ ਸਰਕਾਰ, ਪੂਰੇ ਦੇਸ਼ 'ਚ ਬੇਰੁਜ਼ਗਾਰੀ ਦਾ ਆਲਮ ਇੰਨਾ ਜ਼ਿਆਦਾ ਬੁਰਾ ਹੋ ਚੁੱਕਿਆ। ਮਤਲਬ ਤੁਸੀਂ ਸੋਚੋ ਵੀ ਦੇਸ਼ ਦਾ ਪ੍ਰਧਾਨ ਮੰਤਰੀ PhD ਕੀਤੇ ਨੌਜਵਾਨਾਂ ਨੂੰ ਪਕੌੜੇ ਤਲਣ ਦੀ ਸਲਾਹ ਦਿੰਦਾ ਹੋਵੇ, ਇਦੋਂ ਵੱਧ ਸ਼ਰਮਨਾਕ ਗੱਲ ਕੀ ਹੋ ਸਕਦੀ? ਖੁਦ ਅਨਸਾਇੰਟਿਫਿਕ ਬੰਦਾ, ਜਿਸ ਬੰਦੇ ਦੀ ਡਿਗਰੀ ਡਾਊਟਫੁਲ ਆ, ਜਿਹੜਾ ਜਿਸ ਸਟੇਸ਼ਨ ਤੇ ਚਾਹ ਵੇਚਣੀ ਕਲੇਮ ਕਰਦਾ ਸੀ, ਉਸ ਸਮੇਂ 'ਚ ਉੱਥੇ ਕੋਈ ਚਾਹ ਦੀ ਮਤਲਬ ਰੇਲਵੇ ਸਟੇਸ਼ਨ ਤੱਕ ਨਹੀਂ ਸੀ, ਜਿਹਨੂੰ ਇਹ ਨਹੀਂ ਪਤਾ ਵੀ ਬੱਦਲਾਂ 'ਚ ਜਾਣ ਵੇਲੇ ਰਡਾਰ ਮਤਲਬ ਜਹਾਜ਼ ਆ ਜਿਹੜਾ ਉਹ ਰਡਾਰ ਦੀ ਮਾਰ ਤੋਂ ਨਹੀਂ ਬਚ ਸਕਦਾ, ਜਿਹਦੇ ਲਈ ਪਲਾਸਟਿਕ ਸਰਜਰੀ, ਦਿਨੇਸ਼ ਦੀ ਪਹਿਲੀ ਪਲਾਸਟਿਕ ਸਰਜਰੀ ਆ। ਉਸ ਦੇਸ਼ ਦੇ ਵਿੱਚ ਤੁਸੀਂ ਅਨਸਾਇੰਟਿਫਿਕ ਮਾਹੌਲ ਦੇ ਵਿੱਚ ਇਹ ਲੇਟ ਤਾਂ ਜ਼ਰੂਰ ਹੋ ਸਕਦਾ, ਪਰ ਲੋਕਾਂ ਦੀ ਤਾਕਤ ਤੇ ਸਿਆਣਪ ਦੇ ਨਾਲ ਇਹ ਕਾਨੂੰਨ ਬਣਾਉਣੇ ਤੇ ਕਾਨੂੰਨ ਜਿਹੜੇ ਲੋਕਾਂ ਦੇ ਵਿਰੋਧ ਦੇ ਉਹਨਾਂ ਨੂੰ ਰੱਦ ਕਰਾਉਣੇ, ਇਹ ਕੋਈ ਔਖਾ ਕੰਮ ਨਹੀਂ, ਕੋਈ ਮੁਸ਼ਕਿਲ ਕੰਮ ਨਹੀਂ, ਪਰ ਰੈਵੋਲੂਸ਼ਨਰੀ ਟਾਸਕ ਹੋਵੇ ਤਾਂ। ਜੇ ਅਸੀਂ ਕਹੀਏ ਵੀ ਇਹ ਸਿਸਟਮ ਬਣਿਆ ਰਹੇ, ਮੋਦੀ ਦੀ ਸਰਕਾਰ ਵੀ ਚੱਲਦੀ ਰਹੇ, BJP RSS ਇਸ ਦੇਸ਼ ਨੂੰ ਲੁੱਟਦੀ ਵੀ ਰਹੇ, ਤੇ ਫਿਰ ਵੀ ਕੋਈ ਭਲਾ ਕੀਤਾ ਜਾ ਸਕਦਾ। ਇਹ ਦੋਵੇਂ ਗੱਲਾਂ ਪੋਸੀਬਲ ਨਹੀਂ। ਜੇ ਬਨੇਗਾ ਦਾ ਕਾਨੂੰਨ ਪਾਸ ਕਰਾਉਣਾ ਤੇ ਲੋਕਾਂ ਨੂੰ ਇਹ ਵੀ ਸੋਚਣਾ ਪਏਗਾ ਕਿ ਕਿਹੜੀ ਧਿਰ, ਕਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਜਿਤਾਇਆ, ਜਿਨ੍ਹਾਂ ਦੇ ਹੱਥ ਮਜ਼ਬੂਤ ਕੀਤਿਆ ਸਾਡੀ ਸੱਤਾ। ਭਗਤ ਸਿੰਘ ਜਿਹੜੀ ਗੱਲ ਕਹਿ ਰਿਹਾ ਆਪਦੀਆਂ ਲੇਖਣੀ ਦੇ ਵਿੱਚ ਕਿ ਮਜ਼ਦੂਰਾਂ ਕਿਸਾਨਾਂ ਨੂੰ ਆਪਦੀ ਰਾਜਨੀਤਿਕ ਪਾਰਟੀ ਬਣਾ ਕੇ ਜਿਹੜਾ ਇਸ ਸੱਤਾ ਤੇ ਕਾਬਜ਼ ਹੋਣਾ ਪਏਗਾ, ਇਦੋਂ ਬਿਨਾਂ ਇਸ ਦੇਸ਼ ਦੀ ਕਾਂਗਰਸ, ਇਸ ਦੇਸ਼ ਦੀ ਕੋਈ ਵੀ ਹੋਰ ਪਾਰਟੀ ਉਹਨਾਂ ਦਾ ਭਲਾ ਨਹੀਂ ਕਰ ਸਕਦੀ। ਸੋ ਮਜ਼ਦੂਰ ਕਿਸਾਨ ਜਾਂ ਤਾਂ ਆਪਣੀ ਤਾਕਤ ਨੂੰ ਬਾਕੀ ਪਾਰਟੀਆਂ ਦੇ ਵਿੱਚ ਸੰਮਿਲਿਤ ਕਰਕੇ ਦੇਖਣ ਜਾਂ ਇੱਕ ਪਾਰਟੀ ਦੇ ਰੂਪ ਵਿੱਚ ਇਸ ਦੇਸ਼ ਦੀ ਸੱਤਾ ਤੇ ਕਾਬਜ਼ ਹੋਣ। ਸੋ ਬਨੇਗਾ ਦਾ ਕੰਮ ਇਸ ਦੇਸ਼ ਦੇ ਵਿੱਚੋਂ ਰਾਜਨੀਤਿਕ ਤਾਕਤਾਂ ਪਲਟ ਕਰਨ ਦਾ ਕੰਮ ਵੀ ਹੈ ਤੇ ਨੌਜਵਾਨਾਂ ਦੇ ਲਈ ਇੱਕ ਸੁਨਹਿਰੇ ਭਵਿੱਖ ਦਾ ਜਿਹਦਾ ਸੁਪਨਾ ਭਗਤ ਸਿੰਘ ਦੀਆਂ ਅੱਖਾਂ ਦੇ ਵਿੱਚ ਸੀ, ਉਹ ਦੋਵੇਂ ਕੰਮ ਇਕੱਠੇ ਕਰਦਾ। ਸੋ ਵਿਦਿਆਰਥੀਆਂ ਲਈ ਲੜਦਿਆਂ ਵੀ ਕਾਨੂੰਨ ਬਣਾਇਆ ਤੇ ਨਰੇਗਾ, ਰਾਈਟ ਟੂ ਇਨਫੋਰਮੇਸ਼ਨ, ਰਾਈਟ ਟੂ ਐਜੂਕੇਸ਼ਨ, ਇਹ ਸਾਰੇ ਕਾਨੂੰਨ ਆ ਲੋਕਾਂ ਦੀ ਤਾਕਤ ਨਾਲ ਹੀ ਬਣਿਆ। ਜਦੋਂ ਪੰਜਾਬ ਦੇ ਵਿੱਚ ਮਤਲਬ ਮੈਂ ਥੋੜਾ ਜਿਹਾ ਬੈਕਗਰਾਊਂਡ ਤੋਂ ਕਿਸਾਨ ਅੰਦੋਲਨ ਦੀ ਜੇ ਕਹਾਂ, ਜੇ PDS ਸਿਸਟਮ ਸਾਡੇ ਦੇਸ਼ 'ਚ ਪਹਿਲਾਂ ਨਹੀਂ ਸੀ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਕਾਨੂੰਨ ਵੀ ਲੋਕਾਂ ਦੇ ਦਬਾਅ ਥੱਲੇ ਹੀ ਬਣਿਆ ਸੀ। ਸੋ ਕਾਨੂੰਨ ਬਣਦੇ ਵੀ ਆਏ ਆ ਤੇ ਵਾਪਸ ਹੁੰਦੇ ਵੀ ਆਏ ਆ। ਇਹ ਕੋਈ ਮਤਲਬ ਅਤਕਥਨੀ ਨਹੀਂ, ਪਰ ਲੋਕ ਮਜ਼ਬੂਤੀ ਨਾਲ ਖੜੇ ਰਹਿਣ। ਜੀ, ਬਹੁਤ ਵੱਡਾ ਮਸਲਾ ਹੈ ਸਟੂਡੈਂਟਸ ਦਾ। ਦੁਨੀਆ ਭਰ ਦੇ ਸਟੂਡੈਂਟਸ ਦੀ ਜੇ ਅਸੀਂ ਗੱਲ ਕੀਤੀ ਜਾਵੇ, ਅੱਜ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ ਹੈ ਵਰਲਡ ਸਟੂਡੈਂਟਸ ਡੇ, ਬੇਸ਼ੱਕ ਇਹ ਭਾਰਤ ਦੇ ਰਾਸ਼ਟਰਪਤੀ ਰਹੇ ਡਾਕਟਰ APJ ਅਬਦੁਲ ਕਲਾਮ ਹੁਣਾਂ ਦੇ ਜਨਮ ਦਿਨ ਦੇ ਮੌਕੇ 'ਤੇ ਮਨਾਇਆ ਜਾ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਮੇਰੇ ਨਾਲ ਗੱਲ ਕਰ ਰਹੇ ਸਨ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਨੈਸ਼ਨਲ ਜਨਰਲ ਸੈਕਟਰੀ ਇੰਡੀਆ ਤੋਂ।
ਉਹਨਾਂ ਨੇ ਗੱਲ ਕੀਤੀ, ਕਹਿੰਦੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਅਪਰੋਚ ਹੈ, ਸੋਚ ਹੈ, ਉਹੀ ਇੰਨੀ ਅਨਸਾਇੰਟੀਫਿਕ ਹੈ ਅਤੇ ਅਸੀਂ ਆਸ ਕੀ ਰੱਖ ਸਕਦੇ ਹਾਂ। ਇਸ ਕਰਕੇ ਅਸੀਂ ਤਬਦੀਲੀ ਲਿਆਉਣ ਦੇ ਇੱਛੁਕ ਹਾਂ। ਅਸੀਂ ਅੱਜ ਜਦੋਂ ਇਹ ਗੱਲ ਕਰ ਰਹੇ ਹਾਂ, ਹੈਰਾਨੀ ਦੀ ਗੱਲ ਹੈ ਕਿ ਜਿਸ ਵਿਅਕਤੀ ਦੇ ਨਾਂ ਦੇ ਉੱਤੇ ਇਹ ਸਟੂਡੈਂਟਸ ਦਾ ਦਿਨ ਮਨਾਇਆ ਜਾ ਰਿਹਾ ਹੈ, ਉਹ ਇੱਕ ਖੁਦ ਸਾਇੰਸਦਾਨ ਸੀ, ਸਾਇੰਟਿਸਟ ਸੀ। ਵਿੱਕੀ ਮਹੇਸ਼ਰੀ ਮੇਰੇ ਨਾਲ ਨੇ, ਇਹਨਾਂ ਦੇ ਨਾਲ ਗੱਲ ਕਰਾਂਗੇ। ਬਾਕੀ ਜੇ ਸਾਡੇ ਲਿਸਨਰਸ ਉਹਨਾਂ ਦੇ ਨਾਲ ਕੋਈ ਵੀ ਗੱਲ ਕਰਨਾ ਚਾਹੁੰਦੇ ਆ, 6042040600 'ਤੇ ਗੱਲ ਕਰ ਸਕਦੇ ਨੇ। ਹੈਲੋ, ਹਾਂਜੀ ਵਿੱਕੀ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਹੈਲੋ ਹੈਲੋ, ਹਾਂਜੀ ਹਾਂਜੀ ਵਿੱਕੀ, ਆਵਾਜ਼ ਆ ਰਹੀ ਮੇਰੀ? ਜੀ 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 ਵਿੱਕੀ, ਤੁਸੀਂ ਗੱਲ ਕਰਕੇ ਹਟੇ ਹੋ, ਮੈਨੂੰ ਇਹ ਆਪਣੇ ਆਪ 'ਚ ਬੜੀ ਹਾਸੋਹੀਣੀ ਗੱਲ ਲੱਗ ਰਹੀ ਹੈ ਕਿ ਜਿੱਥੇ ਤੁਸੀਂ ਗੱਲ ਕਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਤੇ ਅਪਰੋਚ ਬੜੀ ਅਨਸਾਇੰਟੀਫਿਕ ਹੈ, ਅੱਜ ਜਿਸ ਸ਼ਖਸੀਅਤ ਦੇ ਨਾਂ ਦੇ ਉੱਤੇ ਸਟੂਡੈਂਟਸ ਦਾ ਦਿਨ ਮਨਾਇਆ ਜਾ ਰਿਹਾ, ਇੱਕ ਉਹਨਾਂ ਦਾ ਸੁਨੇਹਾ ਆਪਾਂ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰਦੇ ਹਾਂ। ਇੱਕ ਰਿਕਾਰਡਿੰਗ ਹੈ ਮੇਰੇ ਕੋਲ, ਆਓ ਸੁਣੀਏ। History has proven that those who dare to imagine the impossible are the ones who break all the human limitations. The names of the people who imagine the impossible are engraved in our history. You take C.V. Raman, you take Newton, you take Einstein, you take Chandrasekhar. By breaking the limits of their imagination, they change the world. So, ਉਹ ਖੁਦ ਇੱਕ ਸਾਇੰਸਦਾਨ ਸੀ। ਅੱਜ ਮੈਨੂੰ ਇੱਕ ਗੱਲ ਦੱਸੋ ਕਿ ਜਿੱਥੇ ਭਾਰਤ ਦੀ ਇਸ ਸ਼ਖਸੀਅਤ ਦੇ ਨਾਂ ਦੇ ਉੱਤੇ ਵਰਲਡ ਸਟੂਡੈਂਟਸ ਡੇ ਮਨਾਇਆ ਜਾ ਰਿਹਾ, ਕੀ ਭਾਰਤ ਦੇ ਲੋਕਾਂ ਨੂੰ ਇਸ ਗੱਲ ਦੀ ਵਾਕਿਫੀਅਤ ਹੈਗੀ ਆ? ਅੱਜ ਕਿਹੋ ਜਿਹਾ ਦਿਨ ਇਹ ਮਨਾਇਆ ਗਿਆ ਇੰਡੀਆ ਦੇ ਵਿੱਚ? ਦੇਖੋ, ਸਟੂਡੈਂਟ ਮੂਵਮੈਂਟ ਦੇ ਲਈ ਇਹ ਦਿਨ ਖਾਸ ਆ। ਉਹ ਇਸ ਕਰਕੇ ਕਿਉਂਕਿ APJ ਅਬਦੁਲ ਕਲਾਮ, ਜਿਨ੍ਹਾਂ ਦੀ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਲਈ ਇੱਜ਼ਤ ਹੁੰਦੀ ਸੀ ਕਿ ਇੱਕ ਬਹੁਤ ਪਛੜੀ ਕਮਿਊਨਿਟੀ 'ਚੋਂ ਉੱਠ ਕੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਸਾਇੰਸ 'ਚ ਨਾਮ ਨਾ ਖੱਟਿਆ। ਵੱਡੀ ਖਾਸੀਅਤ ਉਹਨਾਂ ਦੀ ਇਹ ਸੀ ਕਿ ਉਹ ਮਤਲਬ ਜੇ 10 ਕੁਰਸੀਆਂ ਸਟੇਜ 'ਤੇ ਲੱਗੀਆਂ ਹੋਈਆਂ ਨੇ, ਜਿਹੜੀ ਕੁਰਸੀ 'ਤੇ ਉਹਨਾਂ ਨੇ ਬੈਠਣਾ, ਜੇ ਉਹਦੇ 'ਤੇ ਕੋਈ ਵੱਖਰਾ ਟੋਵਲ ਵੀ ਰੱਖਿਆ ਹੋਇਆ ਤੇ ਉਹ ਚੱਕ ਕੇ ਪਰੇ ਸੁੱਟ ਦਿੰਦੇ ਸੀ, ਕਿਉਂਕਿ ਉਹ ਸਮਝਦੇ ਸੀ ਵੀ ਮੈਂ ਕਿਸੇ ਤੋਂ ਵੱਖਰਾ ਨਹੀਂ, ਮੈਂ ਇਕੁਅਲ ਆ ਤੇ ਮੈਂ ਇਕੁਐਲਿਟੀ ਲਈ ਲੜ ਰਿਹਾ। ਤੁਸੀਂ ਉਹਨਾਂ ਦੀਆਂ ਹਜ਼ਾਰਾਂ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਬੱਚਿਆਂ ਨਾਲ ਉਹ ਇੰਟਰੈਕਟ ਕਰਦੇ ਨੇ ਤੇ ਉਹ ਪੁੱਛਦੇ ਨੇ ਤੁਹਾਡੇ ਸੁਪਨੇ ਕੀ ਆ। ਫਿਰ ਉਹਨਾਂ ਨੂੰ ਪੇਰੈਂਟਸ ਦੀ ਤਰ੍ਹਾਂ ਦੱਸਦੇ ਨੇ ਕਿ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਏਦਾਂ ਸਕਸੈਸ ਵੱਲ ਅੱਗੇ ਵਧਣ ਦੀ ਲੋੜ ਆ। ਪਰ ਦੂਜੇ ਪਾਸੇ ਅਸੀਂ ਮਤਲਬ ਜਿਨ੍ਹਾਂ ਦੇ ਨਾਲ ਅੱਜ ਲੜ ਰਹੇ ਹਾਂ, ਜਿਸ ਨਿਜ਼ਾਮ ਦੇ ਨਾਲ, ਜਿਹਦਾ ਹੈਡ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਦੇ ਜਨਮ ਦਿਨ ਨੂੰ ਸਾਨੂੰ ਇਸ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਿਵਸ ਮਨਾਉਣਾ ਪੈ ਰਿਹਾ। ਪਿਛਲੇ 2 ਸਾਲਾਂ ਤੋਂ ਲਗਾਤਾਰ ਅਸੀਂ ਉਹਨਾਂ ਦੇ ਜਨਮ ਦਿਨ ਤੇ ਬੇਰੁਜ਼ਗਾਰੀ ਦਿਵਸ ਦੇ ਤੌਰ ਤੇ ਲੋਕ ਆ ਜਿਹੜੇ ਉਹ ਪ੍ਰੋਟੈਸਟ ਕਰਦੇ ਆ। ਸੋ ਜਦੋਂ APJ ਅਬਦੁਲ ਕਲਾਮ ਦਾ ਨਾਮ ਆਉਂਦਾ ਕਿਤੇ ਤੇ ਭਾਰਤ ਦੀ ਸਟੂਡੈਂਟ ਮੂਵਮੈਂਟ ਦਾ ਤੇ ਭਾਰਤ ਦੇ ਵਿਦਿਆਰਥੀਆਂ ਦਾ ਸਿਰ ਪੂਰੀ ਦੁਨੀਆ 'ਚ ਉੱਚਾ ਹੁੰਦਾ। ਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਅੱਜ ਗੱਲ ਕਰਨੀ ਹੋਵੇ ਤੇ ਸਾਇੰਸ ਦੇ ਫੀਲਡ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਪਤਾ ਕਿ ਸਾਇੰਸ ਦੀਆਂ ਇਕੁਏਸ਼ਨਸ ਕਿੱਦਾਂ ਕੰਮ ਕਰਦੀਆਂ, ਉੱਥੇ ਤੁਸੀਂ ਸਮਝਦੇ ਹੋ ਕਿ ਭਾਰਤ ਇੰਨੇ ਮੂਰਖਾਂ ਦਾ ਦੇਸ਼ ਹੈ ਜਿੱਥੇ ਪ੍ਰਧਾਨ ਮੰਤਰੀ ਇੱਦਾਂ ਦਾ ਪ੍ਰਧਾਨ ਮੰਤਰੀ ਹੈ ਜਿਹਨੂੰ ਇਹ ਨਹੀਂ ਪਤਾ ਪਲਾਸਟਿਕ ਸਰਜਰੀ ਕਦੋਂ ਹੋਈ ਸੀ ਤੇ ਇਹਦੀ ਇਨਵੈਂਸ਼ਨ ਕਦੋਂ ਹੋਈ ਸੀ। ਸੋ ਸਾਰੀਆਂ ਗੱਲਾਂ ਦੇ ਵਿੱਚੋਂ, ਕਿਉਂਕਿ ਰਾਜਨੀਤਿਕ ਪਾਰਟੀਆਂ ਵੀ ਇਹੋ ਜਿਹੇ ਮੂਰਖ ਬੰਦੇ ਨੂੰ ਇਸ ਕਰਕੇ ਅੱਗੇ ਲਾਉਂਦੀਆਂ ਤਾਂ ਕਿ ਉਹਨੂੰ ਕੋਈ ਸਵਾਲ ਪੁੱਛਣ ਵਾਲਾ ਨਾ ਹੋਵੇ। ਬਹਰਹਾਲ ਹਿੰਦੁਸਤਾਨ ਦੇ ਵਿੱਚ ਸਟੂਡੈਂਟ ਮੂਵਮੈਂਟ ਦੇ ਲਈ ਇਹ ਦਿਨ ਬੇਹੱਦ ਖਾਸ ਆ। ਹਰ ਰੋਜ਼ ਆ ਜਿਹੜੇ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਜਿਸਟ ਕਰਦੇ ਆ। ਕਦੇ ਦਿੱਲੀ 'ਚ ਪਾਰਲੀਮੈਂਟ ਮਾਰਚ ਹੋ ਰਿਹਾ ਹੁੰਦਾ, ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਜਦੋਂ ਲਖੀਮਪੁਰ ਵਾਲੀ ਏਡੀ ਵੱਡੀ ਘਟਨਾ ਜਿੱਥੇ ਯੋਗੀ ਮਾਡਲ, ਜਿਹਨੂੰ BJP ਦੀ ਸਰਕਾਰ ਪ੍ਰਮੋਟ ਕਰ ਰਹੀ ਆ ਗੁਜਰਾਤ ਮਾਡਲ ਦੇ ਨਾਂ ਤੇ, ਉਸ ਮਾਡਲ ਦੀ ਸੱਚਾਈ ਇਹ ਆ ਕਿ ਇੱਕ 8 ਸਾਲ ਦੀ ਬੱਚੀ ਦਾ ਬਲਾਤਕਾਰ ਕਰ ਦਿੱਤਾ ਜਾਂਦਾ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਂਦੀ, ਉਹਦੀ ਜੀਭ ਕੱਟ ਦਿੱਤੀ ਜਾਂਦੀ ਆ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, ਪਰ ਕੋਈ ਬੋਲਣ ਲਈ, ਕੋਈ ਪਰਚਾ ਦਰਜ ਕਰਨ ਲਈ ਤਿਆਰ ਨਹੀਂ ਹੁੰਦਾ। ਤੇ ਉਹਦਾ ਬਾਪ ਆ ਜਿਹੜਾ ਉਹਨੂੰ ਵੀ ਮੌਤ ਵੱਲ ਕਹਿ ਲਓ ਜਾਣ ਬੁੱਝ ਕੇ BJP ਦੀ ਸਰਕਾਰ ਛੱਡ ਦਿੰਦੀ ਆ। ਉਹੀ ਲਖੀਮਪੁਰ, ਉਹੀ UP ਜਿੱਥੇ ਕਿਸਾਨਾਂ ਦੇ ਸ਼ਾਂਤਮਈ ਪ੍ਰੋਟੈਸਟ ਦੇ ਉੱਤੋਂ ਗੱਡੀ ਇੱਕ ਮਿਨਿਸਟਰ ਦਾ ਬੇਟਾ ਇਉਂ ਚੜਾ ਜਾਂਦਾ ਜਿਵੇਂ ਅੰਗਰੇਜ਼ਾਂ ਦਾ ਰਾਜ ਹੋਵੇ ਤੇ ਉਹ ਜਨਰਲ ਡਾਇਰ ਹੋਵੇ। ਸੋ ਉਸ ਯੋਗੀ ਤੇ ਮੋਦੀ ਮਾਡਲ ਨੂੰ ਐਕਸਪੋਜ਼ ਕਰਨ ਦੇ ਲਈ ਅੱਜ ਵਿਗਿਆਨ ਦੀ, ਅੱਜ ਸਮਾਜਵਾਦ ਦੀ, ਅੱਜ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸਵਿਤਰੀ ਬਾਈ ਫੁੱਲੇ, ਉਹਨਾਂ ਦੇ ਸੁਪਨਿਆਂ ਦੀ ਗੱਲ ਕਰਨੀ ਬੇਹੱਦ ਜ਼ਰੂਰੀ ਆ। ਸੋ ਕਿਸਾਨ ਅੰਦੋਲਨ ਉਹਦੀ ਗੱਲ ਕਰ ਰਿਹਾ। ਸਾਨੂੰ ਉਮੀਦ ਆ ਕਿ ਗੁੰਡਾ ਰਾਜ, ਇਹ ਯੋਗੀ ਮੋਦੀ ਰਾਜ, ਇਹ ਖਤਮ ਹੋਊਗਾ ਤੇ ਭਾਰਤ ਦੇ ਵਿਦਿਆਰਥੀ ਜਿਹੜੇ ਲਗਾਤਾਰ ਹਰ ਅੰਦੋਲਨ ਦੇ ਵਿੱਚ ਅੱਗੇ ਰਹੇ,
ਭਗਤ ਸਿੰਘ ਵਾਜ਼ ਅ ਸਟੂਡੈਂਟ। ਜਦੋਂ ਫਰੀडम ਮੂਵਮੈਂਟ ਚੱਲ ਰਹੀ ਸੀ ਉਦੋਂ ਵਿਦਿਆਰਥੀਆਂ ਦਾ ਵੱਡਾ ਹਿੱਸਾ ਉਸ ਕੁੱਦਿਆ। ਲਾਹੌਰ ਕਾਲਜ ਦੇ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਭਗਤ ਸਿੰਘ ਨੇ ਲੀਡ ਕੀਤਾ ਫਾਂਸੀ ਦੇ ਤਖ਼ਤਿਆਂ ਤੱਕ ਵੀ ਚਲੇ ਗਏ, ਪਰ ਉਹਨਾਂ ਨੇ ਉਸ ਮੂਵਮੈਂਟ ਨੂੰ ਅੰਤਿਮ ਅੰਜਾਮ ਤੱਕ ਲਿਜਾਣ ਵਾਲਾ ਕੰਮ ਕੀਤਾ। ਸੋ ਅੱਜ ਦੀ ਇਹ ਮੂਵਮੈਂਟ ਕਿਸਾਨ ਅੰਦੋਲਨ ਤੋਂ ਵੀ ਉਹੀ ਉਮੀਦ ਰੱਖਦੀ ਆ, ਆਪਦੀਆਂ ਮੂਵਮੈਂਟਸ ਵੀ ਬਣਾ ਰਹੀ ਆ। ਉਸੇ ਤਰੀਕੇ ਨਾਲ ਇਸ ਦੇਸ਼ ਦੇ ਵਿੱਚੋਂ ਅੱਜ ਲੁੱਟ ਦਾ ਪ੍ਰਬੰਧ ਖਤਮ ਕਰਨ ਵਾਸਤੇ ਲਗਾਤਾਰ ਆ ਜਿਹੜੀ ਲੋਕ ਲੱਗੇ ਹੋਏ ਆ। ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਕਿਉਂਕਿ ਦੁਸ਼ਹਿਰਾ ਵੀ ਮਨਾਇਆ ਜਾ ਰਿਹਾ ਤੇ ਦੁਸ਼ਹਿਰੇ ਤੇ ਵੀ ਇਹ ਕਾਲ ਆ, ਮੋਰਚੇ ਵੱਲੋਂ ਵੀ ਇਹ ਕਿਹਾ ਗਿਆ ਕਿ ਬੁਰਾਈ ਦੇ ਜੇ ਪੁਤਲੇ ਫੂਕਣੇ ਆ ਤੇ ਰਾਵਣ ਪ੍ਰਤੀ ਤਾਂ ਫਿਰ ਅਸੀਂ ਡਿਬੇਟ ਕਰਕੇ ਕੁਛ ਚੰਗਾ ਕੱਢ ਸਕਦੇ ਹੋਵਾਂਗੇ। ਮੋਦੀ ਦੇ ਇਸ ਦੇਸ਼ ਦੇ ਵਿੱਚ ਅਦਾਨੀ, ਅੰਬਾਨੀ ਤੇ ਕਾਰਪੋਰੇਟ ਹਾਊਸਾਂ ਦੇ ਪੁਤਲੇ ਫੂਕੇ ਜਾ ਰਹੇ ਆ। ਸੋ ਦੋਵੇਂ ਦਿਨ ਇਕੱਠੇ ਮਨਾਏ ਜਾ ਰਹੇ ਆ। ਵਿੱਕੀ, ਜਦੋਂ ਨੌਜਵਾਨਾਂ ਦੀ ਗੱਲ ਚੱਲਦੀ ਹੈ, ਤੁਸੀਂ ਹੁਣ ਭਗਤ ਸਿੰਘ ਹੁਣਾਂ ਦੀ ਗੱਲ ਕੀਤੀ, ਕਿਉਂਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈ, ਜਿਹੜੀ ਫੈਡਰੇਸ਼ਨ ਹੈ, ਜਿਹਦੇ ਇਸ ਵੇਲੇ ਤੁਸੀਂ ਨੈਸ਼ਨਲ ਜਨਰਲ ਸੈਕਟਰੀ ਹੋ ਪਿਛਲੇ 3 ਸਾਲਾਂ ਤੋਂ, ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਅਸੀਂ ਭਗਤ ਸਿੰਘ ਦਾ ਜਨਮ ਦਿਨ ਵੀ ਮਨਾਉਂਦੇ ਹਾਂ, ਅਸੀਂ ਭਗਤ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਉਂਦੇ ਹਾਂ। ਓਨੈਸਟਲੀ ਦੱਸਣਾ ਕਿ ਜਿਹੜੀ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਹਦਾ ਪ੍ਰਚਾਰ ਕਿੰਨਾ ਕੁ ਕੀਤਾ ਜਾਂਦਾ ਹੈ, ਉਹ ਕਿੰਨੇ ਕੁ ਨੌਜਵਾਨ ਨੇ ਜਾਂ ਸਟੂਡੈਂਟਸ ਨੇ ਜਿਹੜੇ ਉਹਨੂੰ ਸਮਝਦੇ ਨੇ, ਜਾਂ ਬਹੁਤ ਵਾਰੀ ਇਹੀ ਗੱਲ ਹੁੰਦੀ ਹੈ ਕਿ ਭਗਤ ਸਿੰਘ ਦੀ ਜਿਹੜੀ ਫੋਟੋ ਆ ਉਹ ਕਾਰਾਂ ਤੇ ਲਾ ਲਈ, ਸਕੂਟਰਾਂ ਤੇ ਲਾ ਲਈ, ਇੱਥੇ ਤੱਕ ਗੱਲ ਖਤਮ ਹੋ ਜਾਂਦੀ ਹੈ। ਇਹਦੇ ਬਾਰੇ ਦੱਸੋ ਜ਼ਰਾ। ਮੈਂ ਸਮਝਦਾ ਬੇਹੱਦ ਵਾਜਿਬ ਸਵਾਲ ਆ ਅੱਜ ਦੇ ਸਮੇਂ ਦੇ ਵਿੱਚ, ਖਾਸ ਤੌਰ ਤੇ ਉਦੋਂ ਜਦੋਂ ਇੱਡੀ ਵੱਡੀ ਮੂਵਮੈਂਟ ਆ ਜਿਹੜੀ ਉਹ ਹਿੰਦੁਸਤਾਨ ਦੇ ਵਿੱਚ ਵਾਪਰ ਰਹੀ ਆ। ਕਾਰਾਂ ਤੇ ਫੋਟੋ ਲਾਉਣਾ, ਭਗਤ ਸਿੰਘ ਦੀ ਟੀ-ਸ਼ਰਟ ਪਾ ਲੈਣਾ, ਉਹਦੇ ਵਰਗੀ ਪੱਗ ਬੰਨਣਾ ਜਜ਼ਬਾਤੀ ਤੌਰ ਤੇ ਭਗਤ ਸਿੰਘ ਨਾਲ ਜੋੜਦੀ ਆ ਤੇ ਹੋਣਾ ਵੀ ਚਾਹੀਦਾ। ਪਰ ਜਿਹੜੀ ਭਗਤ ਸਿੰਘ ਨਾਲ ਵਿਚਾਰਧਾਰਕ ਸਾਂਝ ਆ, ਜੇ ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਗੱਲ ਕਰਾਂ ਤੇ ਜਿਹੜੀ ਰੁਜ਼ਗਾਰ ਪ੍ਰਾਪਤੀ ਮੁਹਿੰਮ ਦਾ ਮੈਂ ਜ਼ਿਕਰ ਕੀਤਾ ਕਿ 1997 ਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਬਣੀ, ਉਹਨਾਂ ਨੇ ਪਹਿਲੀ ਵਾਰੀ ਇਹ ਡਿਸਾਈਡ ਕੀਤਾ ਕਿ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਣਾ ਚਾਹੀਦਾ, ਕਿਉਂਕਿ ਸ਼ਹੀਦੀ ਦਿਵਸ ਤੇ ਤੁਸੀਂ ਅਫਸੋਸ ਦੀਆਂ ਗੱਲਾਂ ਕਰ ਸਕਦੇ ਹੋ, ਤੁਸੀਂ ਉਹਨੂੰ ਯਾਦ ਕਰ ਸਕਦੇ ਹੋ, ਪਰ ਖੁਸ਼ੀਆਂ ਨਹੀਂ ਮਨਾ ਸਕਦੇ, ਤੁਸੀਂ ਉਹਦੇ ਸੁਪਨੇ ਦੀ ਗੱਲ ਨਹੀਂ ਕਰ ਸਕਦੇ। ਸੋ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਵੇ, ਉਹ ਪਹਿਲੀ ਵਾਰੀ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੇ ਪੰਜਾਬ ਤੋਂ ਸ਼ੁਰੂ ਕੀਤਾ। ਉਦੋਂ ਤੱਕ ਦਾ ਮਾਹੌਲ ਇਹ ਸੀ ਕਿ ਦੇਸ਼ ਤੇ ਕਾਬਜ਼ ਰਹਿਣ ਵਾਲੀ ਕਾਂਗਰਸ ਸਰਕਾਰ ਨੇ ਭਗਤ ਸਿੰਘ ਨੂੰ ਦੂਜੀ ਵਾਰੀ ਉਹ ਕਤਲ ਕਰ ਚੁੱਕੇ ਸੀ। ਉਹ ਕਿੱਦਾਂ ਕੀਤਾ? ਕਿਉਂਕਿ ਜਿਹੜੇ ਸਿਲੇਬਸਾਂ ਦੇ ਰਾਹੀਂ ਬੱਚਿਆਂ ਤੱਕ ਭਗਤ ਸਿੰਘ ਨੇ ਜਾਣਾ ਸੀ, ਉਹਨਾਂ ਸਿਲੇਬਸਾਂ ਚੋਂ ਭਗਤ ਸਿੰਘ ਨੂੰ ਗਾਇਬ ਕਰਤਾ। ਪੂਰੀ ਦੀ ਪੂਰੀ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ, ਫਿਲਮਾਂ ਦੇ ਵਿੱਚ, ਨਾਟਕਾਂ ਦੇ ਵਿੱਚ ਭਗਤ ਸਿੰਘ ਤੇ ਫਿਲਮਾਂ ਬਣਨੀਆਂ, ਸਾਰਾ ਕੁਛ ਉਹ ਤੇ ਰੋਕ ਲਾ ਦਿੱਤੀ ਗਈ। ਲੁਕਵੇਂ ਢੰਗ ਨਾਲ ਭਗਤ ਸਿੰਘ ਨੂੰ ਦੁਬਾਰਾ ਤੋਂ ਮਾਰਨ ਵਾਲਾ ਕੰਮ ਉਹ ਕੀਤਾ ਗਿਆ। ਸੋ ਇਸ ਮੁਹਿੰਮ ਨੇ, ਮੈਂ ਮਾਣ ਨਾਲ ਕਹਿ ਸਕਦਾ ਕਿ ਜਦੋਂ 25 ਵਰ੍ਹੇ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ, ਉਦੋਂ ਭਗਤ ਸਿੰਘ ਦੇ ਨਾਂ ਤੇ ਕਿ ਸਾਡਾ ਉਹ ਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਇਸ ਨਾਅਰੇ ਨਾਲ ਪੂਰੀ ਜਵਾਨੀ ਦੇ ਵਿੱਚ ਉਹ ਲਹਿਰ ਗਈ। ਫਿਰ ਦੇਸ਼ ਦੀ ਸਰਕਾਰ ਨੂੰ ਭਗਤ ਸਿੰਘ ਦਾ ਜਨਮ ਦਿਨ ਵੀ ਮਨਾਉਣਾ ਪਿਆ, ਉਸ ਤੋਂ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ। ਫਿਰ ਪਾਰਲੀਮੈਂਟ ਵਿੱਚ ਬੁੱਤ ਵੀ ਲਾਉਣਾ ਪਿਆ, ਸਿੱਕਾ ਵੀ ਜਾਰੀ ਕਰਨਾ ਪਿਆ। ਉਹ ਸਾਰਾ ਕੁਛ ਕਿਉਂ ਕਰਨਾ ਪਿਆ? ਕਿਉਂਕਿ ਯੂਥ ਨੇ ਭਗਤ ਸਿੰਘ ਨੂੰ ਫਿਰ ਤੋਂ ਅਪਣਾਇਆ। ਹੁਣ ਵੱਡੀ ਲੋੜ ਆ ਜਿਹੜੀ, ਜਿਹਦੇ ਬਾਰੇ ਮੈਂ ਵਾਰ-ਵਾਰ ਮਤਲਬ ਇਕੱਠਾਂ ਦੇ ਵਿੱਚ ਵੀ ਇਹੀ ਗੱਲ ਕਹਿਣਾ ਹੁੰਦਾ ਕਿ ਭਗਤ ਸਿੰਘ ਨਾਲ ਸਾਡੀ ਸਾਂਝ ਜਜ਼ਬਾਤੀ ਸਾਂਝ ਤੋਂ ਵੀ ਉੱਪਰ ਉਹ ਵਿਚਾਰਧਾਰਕ ਸਾਂਝ ਆ। ਤੋਂ ਬਿਨਾਂ ਕਿਤਾਬਾਂ ਪੜ੍ਹਿਆ, ਬਿਨਾਂ ਭਗਤ ਸਿੰਘ ਨੂੰ ਜਾਣਿਆ, ਜੋ ਕੁਛ ਉਹ ਪੜ੍ਹਦਾ ਸੀ ਉਸ ਤੋਂ ਬਿਨਾਂ ਨਹੀਂ ਬਣ ਸਕਦੀ। ਭਗਤ ਸਿੰਘ ਅਖੀਰ ਦੇ ਵਿੱਚ ਜੇਲ੍ਹ ਦੀ ਕਾਲ ਕੋਠੜੀ 'ਚ ਬੈਠਾ, 24 ਤਰੀਕ ਨੂੰ ਫਾਂਸੀ ਦੇਣ ਦੀ ਬਜਾਏ ਉਹ 23 ਤਰੀਕ ਨੂੰ ਫਾਂਸੀ ਦੇਣ ਦਾ ਜਦੋਂ ਹੁਕਮ ਲੈ ਕੇ ਆਉਂਦੇ ਆ, ਤੇ ਭਗਤ ਸਿੰਘ ਕਿਤਾਬ ਦੇ ਪੰਨੇ ਤੋਂ ਆਪਦੀ ਅੱਖ ਨਹੀਂ ਚੱਕਦਾ। ਭਗਤ ਸਿੰਘ ਉਹ ਕਿਤਾਬ ਦਾ ਉਹ ਪਹਿਰਾ ਪੂਰਾ ਕਰਨ ਤੋਂ ਬਾਅਦ 'ਚ ਕਿਤਾਬ ਦਾ ਉਹ ਪੰਨਾ ਮੋੜ ਦਿੰਦਾ ਤੇ ਕਿਤਾਬ ਬੰਦ ਕਰ ਦਿੰਦਾ। ਉਸੇ ਸਮੇਂ ਜੇਲਰ ਜਿਹੜਾ ਉਹਨੂੰ ਸੁਨੇਹਾ ਦੇਣ ਆਇਆ, ਜੇਲਰ ਹੱਸਦਾ ਕਿ ਭਗਤ ਸਿੰਘ ਅੱਜ ਤੈਨੂੰ ਪੂਰੀ ਦੁਨੀਆ ਜਾਣਦੀ ਆ, ਪੂਰੀ ਦੁਨੀਆ 'ਚ ਇਸ ਗੱਲ ਦਾ ਨਾਮ ਆ ਕਿ ਨੌਜਵਾਨਾਂ ਦੀ ਮੂਵਮੈਂਟ ਨੇ ਅੰਗਰੇਜ਼ਾਂ ਨੂੰ ਭਾਜੜਾਂ ਪਾਈਆਂ, ਤੇ ਤੂੰ ਕਿਤਾਬ ਦਾ ਪੰਨਾ ਇੰਝ ਮੋੜਿਆ ਜਿਵੇਂ ਕਿਸੇ ਨੇ ਆ ਕੇ ਦੁਬਾਰਾ ਪੜ੍ਹਨਾ ਹੋਵੇ, ਤੈਨੂੰ ਫਾਂਸੀ ਲੱਗ ਜਾਣੀ, ਤੂੰ ਨਹੀਂ ਮੁੜਨਾ। ਤੇ ਭਗਤ ਸਿੰਘ ਨੇ ਹੱਸ ਕੇ ਉਹਦਾ ਜਵਾਬ ਦਿੱਤਾ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਹ ਜਵਾਬ ਹਮੇਸ਼ਾ ਯਾਦ ਰੱਖਣਾ ਚਾਹੀਦਾ। ਉਹ ਜਵਾਬ ਇਹ ਸੀ ਕਿ ਉਹ ਕਹਿੰਦਾ ਮੈਨੂੰ ਪਤਾ ਕਿ ਇੱਕ ਵਾਰੀ ਮੌਤ ਦੇ ਮੂੰਹ 'ਚ ਗਿਆ ਬੰਦਾ ਦੁਬਾਰਾ ਨਹੀਂ ਮੁੜਦਾ, ਤੇ ਮੇਰੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਇਹ ਜਿਹੜਾ ਮੋੜਿਆ ਹੋਇਆ ਪੰਨਾ, ਇਹ ਬੰਦ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੰਦੇਸ਼ ਆ ਕਿ ਜਿੰਨਾ ਕੰਮ ਮੈਂ ਪੂਰਾ ਕੀਤਾ ਉਹ ਮੇਰੇ ਹਿੱਸੇ ਦਾ ਕੰਮ ਸੀ। ਆਉਣ ਵਾਲੀਆਂ ਪੀੜ੍ਹੀਆਂ ਇਨਕਲਾਬ ਦੇ ਰਾਹ ਤੇ ਇਸੇ ਪੰਨੇ ਤੋਂ, ਇਸੇ ਕਿਤਾਬ ਤੋਂ ਸ਼ੁਰੂ ਕਰਕੇ ਅੱਗੇ ਵਧਣਗੀਆਂ। ਸੋ ਐਡੀ ਵੱਡੀ ਉਮੀਦ ਜਿਹੜੀ ਨੌਜਵਾਨਾਂ ਤੋਂ ਭਗਤ ਸਿੰਘ ਨੇ ਰੱਖੀ, ਜਿਹੜੀ ਉਮੀਦ ਦੀ ਜ਼ਿੰਮੇਵਾਰੀ ਹੈ ਜਿਹੜੀ ਨੌਜਵਾਨਾਂ ਤੇ ਪਾਈ, ਅੱਜ ਉਹ ਰੈਵੋਲਿਊਸ਼ਨਰੀ ਟਾਸਕ ਨੂੰ ਨੌਜਵਾਨ ਪੀੜ੍ਹੀ ਨੂੰ ਦੁਬਾਰਾ ਵਿਚਾਰਧਾਰਕ ਸਾਂਝ ਰਾਹੀਂ ਦੁਬਾਰਾ ਆਪਦੇ ਮੋਢਿਆਂ ਤੇ ਲੈਣ ਦੀ ਲੋੜ ਆ।
ਸਾਨੂੰ ਉਮੀਦ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਤਾਬ ਮੇਲਿਆਂ ਦੇ ਵਿੱਚ ਭਗਤ ਸਿੰਘ ਦੀਆਂ ਕਿਤਾਬਾਂ, ਉਹਦੀ ਜੀਵਨੀ, ਉਹਦੀ ਜੇਲ੍ਹ ਡਾਇਰੀ ਪੜ੍ਹਨ ਦਾ ਰੁਝਾਨ ਵੀ ਵਧਿਆ ਤੇ ਨੌਜਵਾਨ ਜਿਹਨੂੰ ਨਸ਼ਿਆਂ 'ਚ ਲਾ ਕੇ ਜਿਹਦੇ ਤੇ ਵੱਖਰੇ ਵੱਖਰੇ ਇਲਜ਼ਾਮ ਲਾ ਕੇ ਜਾਣਬੁੱਝ ਕੇ ਗਲਤਾਨ ਕੀਤਾ ਗਿਆ, ਉਹ ਫਿਰ ਭਗਤ ਸਿੰਘ ਦੀ ਸੋਚ ਵੱਲ ਮੁੜ ਰਹੇ ਆ। ਜੇ ਮੈਂ ਹੋਰ ਇਮਾਨਦਾਰੀ ਨਾਲ ਦੱਸਾਂ ਤੇ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਪੀੜ੍ਹੀ ਉਹ ਕਿਸੇ ਰਾਜਨੀਤਿਕ ਪਾਰਟੀ ਦੀ ਨਹੀਂ, ਉਹ ਕਿਸੇ ਦੂਜੇ ਤੀਜੇ ਫਿਲਮ ਕਲਚਰ ਦੀ ਨਹੀਂ। ਅੱਜ ਦੀ ਪੀੜ੍ਹੀ ਆ ਜਿਹੜੀ ਉਹ ਭਗਤ ਸਿੰਘ ਦੀ ਤੇ ਸਰਾਭਿਆਂ ਦੀ ਪੀੜ੍ਹੀ ਹੈ। ਸੋ ਵਿੱਕੀ, ਗੱਲ ਤਾਂ ਇਹ ਹੈ, ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਬਣਦੇ ਆ ਉਹ ਬਹੁਤ ਵੱਡੀ ਜੱਦੋਜਹਿਦ ਕਰਕੇ ਬਣਵਾਏ ਜਾਂਦੇ ਆ, ਜਿਹੜੇ ਖਾਸ ਕਰਕੇ ਲੋਕਾਂ ਦੇ ਹਿੱਤਾਂ ਦੇ ਕਾਨੂੰਨ ਹੋਣ। ਹੁਣ ਇਸ ਵੇਲੇ ਜੋ ਭਾਰਤ ਦੀ ਨੈਸ਼ਨਲ ਲੈਵਲ ਦੇ ਉੱਤੇ, ਦੂਸਰੇ ਪਾਸੇ ਜੇ ਅਸੀਂ ਇਕੱਲੇ ਪੰਜਾਬ ਨੂੰ ਦੇਖ ਲਈਏ, ਪੰਜਾਬ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ, ਜੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲ ਅਸੀਂ ਦੇਖਦੇ ਹਾਂ ਤੇ ਕੁਛ ਨਜ਼ਰ ਤਾਂ ਆ ਨਹੀਂ ਰਿਹਾ ਕਿ ਲੋਕ ਪੱਖੀ ਜਾਂ ਲੋਕ ਹਿੱਤੀ ਕੌਣ ਲੋਕ ਨੇ। ਫਿਰ ਕਿਹੜੇ ਕਾਨੂੰਨਾਂ ਦੀ ਆਸ ਕਰਦੇ ਹੋ ਤੁਸੀਂ? ਕਿਹਨਾਂ ਤੋਂ ਆਸ ਕਰ ਰਹੇ ਹੋ ਕਿ ਲੋਕ ਕਾਨੂੰਨ ਬਣਵਾ ਸਕਣਗੇ? ਹੁਣ ਆਉਣ ਵਾਲੀਆਂ ਇਲੈਕਸ਼ਨਸ ਨੇ, ਪੰਜਾਬ ਦੇ ਵਿੱਚ ਛੇਤੀ ਇਲੈਕਸ਼ਨਸ ਆ ਜਾਣੀਆਂ, ਕੀ ਲੋਕਾਂ ਕੋਲ ਚੋਇਸ ਕੀ ਰਹਿ ਜਾਂਦੀ ਆ? ਇਹ ਵੀ ਇੱਕ ਮਤਲਬ ਕਹਿ ਲਓ ਚੁਰਾਹੇ ਤੇ ਖੜੇ ਹੋਣ ਵਾਲਾ ਕੰਮ ਹੋ ਜਾਂਦਾ ਇੱਕ ਵੋਟਰ ਦੇ ਲਈ ਕਿ ਅਸੀਂ ਕਿਹਦੇ ਵੱਲ ਜਾਈਏ। ਤੇ ਫਿਰ ਬਹੁਤੀ ਵਾਰੀ ਵੋਟਰ ਇਹ ਸੋਚ ਲੈਂਦੇ ਆ ਕਿ ਵੱਧ ਮਾੜੇ ਨਾਲੋਂ ਕੋਈ ਘੱਟ ਮਾੜਾ, ਜਿਹਨੂੰ ਆਪਾਂ ਲੈਸਰ ਈਵਲ ਕਹਿ ਦਿੰਦੇ ਵੀ, ਉਹਦੇ ਵੱਲ ਨੂੰ ਹੋ ਜਾਈਏ ਤੇ ਸ਼ਾਇਦ ਕਿਤੇ ਨੁਕਸਾਨ ਘੱਟ ਹੋਵੇ। ਤੇ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ 'ਚ ਰੁਝਾਨ ਵੀ ਰਿਹਾ ਕਿ ਲੋਕਾਂ ਨੇ ਜਿਤਾਉਣ ਦੀ ਬਜਾਏ ਹਰਾਉਣ ਦੀ ਲੜਾਈ ਨੂੰ, ਜਿਹੜੀ ਰਣਨੀਤੀ ਨੂੰ ਅਪਣਾਇਆ ਕਿ ਚਲੋ ਇਹ ਜ਼ਿਆਦਾ ਮਾੜੇ, ਇਹਨਾਂ ਨੂੰ ਹਰਾ ਦਿਓ। ਪਰ ਮੈਂ ਮਤਲਬ ਪੰਜਾਬ ਦੇ ਕੰਟੈਕਸਟ ਤੇ ਵੀ ਆਉਣਾ, ਪਰ ਇਹ ਅਜਿਹਾ ਨਹੀਂ ਕਿ ਦੇਸ਼ ਦੇ ਵਿੱਚ ਰਾਜਨੀਤਿਕ ਧਿਰਾਂ ਨਹੀਂ ਜਿਹੜੀਆਂ ਧਿਰਾਂ ਲੋਕਾਂ ਦੀ ਗੱਲ ਕਰਦੀਆਂ। ਹੁਣ ਮੈਂ ਮਾਣ ਨਾਲ ਕਹਿ ਸਕਦਾ ਕਿ ਇਸੇ ਅੰਦੋਲਨ ਦੇ ਵਿੱਚ ਕੇਰਲਾ ਦੀ ਸਰਕਾਰ ਨੇ, ਜਿੱਥੇ ਲਾਲ ਝੰਡੇ ਵਾਲੀਆਂ ਪਾਰਟੀਆਂ ਦੀ, ਜਿਨ੍ਹਾਂ ਨੂੰ ਵਾਮਪੰਥੀ ਕਹਿ ਲਈਦਾ, ਲੈਫਟ ਦੀ ਸਰਕਾਰ ਆ, ਜੇ ਉੱਥੋਂ ਦੀ ਸਰਕਾਰ ਕਿਸਾਨਾਂ ਨੂੰ 16 ਫਲਾਂ ਤੇ ਸਬਜ਼ੀਆਂ ਤੇ, ਕੈਨ ਯੂ ਇਮੈਜਿਨ ਕਿ ਅਸੀਂ ਝੋਨੇ ਤੇ ਕਣਕ ਤੋਂ ਅੱਗੇ ਸੋਚ ਨਹੀਂ ਪਾਉਂਦੇ, ਉਹਨਾਂ ਨੇ ਖੀਰੇ ਟਮਾਟਰਾਂ ਤੱਕ ਤੇ ਵੀ MSP ਦੇਤੀ। ਮਤਲਬ 16 ਫਲਾਂ ਤੇ ਸਬਜ਼ੀਆਂ ਤੇ MSP ਦਾ ਕਾਨੂੰਨ ਬਣਾਤਾ ਕਿ ਇਦੋਂ ਘੱਟ ਤੇ ਖਰੀਦ ਨਹੀਂ ਕੀਤੀ ਜਾ ਸਕਦੀ। ਇੱਕ ਵੀ ਕਿਸਾਨ ਕੇਰਲਾ ਦੇ ਵਿੱਚ ਅਜਿਹਾ ਨਹੀਂ ਰਜਿਸਟਰਡ ਜਿਹੜੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੋਵੇ। ਤੇ ਸਾਡੇ ਪਿੰਡ ਦੇ ਹਰ ਦੂਜੇ ਘਰ ਦੇ ਵਿੱਚ ਉਹ ਕਿਸਾਨ ਮਿਲ ਸਕਦਾ ਜਿਹਨੇ ਦੁਖੀ ਹੋ ਕੇ ਕਰਜ਼ੇ ਤੋਂ ਖੁਦਕੁਸ਼ੀ ਕੀਤੀ ਆ। ਮਹਾਰਾਸ਼ਟਰ ਪੂਰਾ ਭਰਿਆ ਪਿਆ ਉਹਨਾਂ ਕਿਸਾਨਾਂ ਨਾਲ ਜਿੱਥੇ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ। ਤੇ ਕੁਝ ਪਿੰਡ ਅਜਿਹੇ ਆ ਜਿੱਥੇ ਇੱਕ ਵੀ ਟੱਬਰ ਅਜਿਹਾ ਨਹੀਂ ਜਿੱਥੋਂ ਦਾ ਕੋਈ ਕਿਸਾਨ ਆ ਜਿਹੜਾ ਉਹ ਫਾਹੇ ਨਾ ਲੱਗਿਆ ਹੋਵੇ। ਸੋ ਜੇ ਕੇਰਲਾ ਦੀ ਸਰਕਾਰ ਪਬਲਿਕ ਸੈਕਟਰ ਤੇ ਕੰਮ ਕਰ ਸਕਦੀ ਆ, ਮਤਲਬ ਮਾਡਲ ਹੀ ਦੇਖਣਾ ਹੁੰਦਾ ਨਾ। ਬੀਜੇਪੀ ਦੀ ਸਰਕਾਰ ਕਹਿ ਰਹੀ ਸੀ ਗੁਜਰਾਤ ਮਾਡਲ ਆ, ਉਹ ਫੇਲ ਹੋ ਗਿਆ। ਹੁਣ ਉਹ ਕਹਿ ਰਹੇ UP ਮਾਡਲ ਆ। ਪਰ ਦੂਜੇ ਪਾਸੇ ਕੇਰਲਾ ਵੀ ਤਾਂ ਇੱਕ ਮਾਡਲ ਆ ਜਿੱਥੋਂ ਦੇ ਹੈਲਥ ਸਿਸਟਮ ਦੀ, ਸਾਰੇ ਸਰਕਾਰੀ ਹਸਪੀਟਲ ਆ ਉੱਥੇ, ਪੂਰੀ ਵਰਲਡ ਨੇ ਤਾਰੀਫ ਕੀਤੀ ਕਰੋਨਾ ਨੂੰ ਟੈਕਲ ਕਰਨ ਦੇ ਵਿੱਚ। ਜਿੱਥੋਂ ਦੇ ਪ੍ਰਾਈਵੇਟ ਮਤਲਬ ਸਰਕਾਰੀ ਸਕੂਲ ਆ ਜਿਹੜੇ ਉਹ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਚੰਗੇ ਆ। 4-4 ਕਰੋੜ ਰੁਪਇਆ ਉੱਥੋਂ ਦੇ MLAs ਨੇ ਇੱਕ ਸਕੂਲ ਤੇ ਖਰਚ ਕੀਤਾ ਆਪਦੇ ਏਰੀਏ ਤੇ। ਸੋ ਜੇ ਲੋਕਾਂ ਦਾ ਪੈਸਾ ਲੋਕਾਂ ਦੀਆਂ ਸਹੂਲਤਾਂ ਤੇ ਲਾਉਣ ਵਾਲੇ ਪਾਸੇ ਜਾਣਾ ਹੋਵੇ ਤੇ ਜੇ ਵਾਮਪੰਥੀ ਸਰਕਾਰਾਂ ਜਾ ਸਕਦੀਆਂ ਤੇ ਉਹ ਆਪਸ਼ਨ ਕਿਉਂ ਨਾ ਹੋਵੇ ਲੋਕਾਂ ਕੋਲੇ। ਜੇ ਕਾਂਗਰਸ ਫੇਲ ਹੋ ਗਈ ਇਸ ਕੰਮ ਦੇ ਵਿੱਚ, BJP ਫੇਲ ਹੋ ਗਈ, ਅਕਾਲੀ ਦਲ ਦਾ ਤਾਂ ਕਹਿਣਾ ਹੀ ਕਿ ਜਿਨ੍ਹਾਂ ਨੇ ਮਤਲਬ BJP ਤੋਂ ਘੱਟ ਨਹੀਂ ਗੁਜ਼ਾਰੀ ਲੋਕਾਂ ਨਾਲ। ਸੋ ਇੱਕ ਵਾਮਪੰਥ ਵੀ ਆਪਸ਼ਨ ਲੋਕਾਂ ਕੋਲੇ ਹੈ। ਜੇ ਵਾਮਪੰਥ ਵੀ ਕਿਸੇ ਤਰੀਕੇ ਨਾਲ ਲੋਕਾਂ ਦੀ ਗੱਲ ਨਹੀਂ ਸੁਣ ਪਾਉਂਦਾ ਤੇ ਲੋਕ ਫ੍ਰੀ ਹੁੰਦੇ ਆ, ਉਹ ਆਪ ਇਲੈਕਸ਼ਨਾਂ ਦੇ ਵਿੱਚ ਆ ਸਕਦੇ ਆ, ਉਹ ਆਪਦੀ ਸਰਕਾਰ ਖੁਦ ਬਣਾ ਸਕਦੇ। ਪਰ ਰਵਾਇਤੀ ਪਾਰਟੀਆਂ ਚੋਂ ਬਾਹਰ ਨਿਕਲਣ ਦੀ ਲੋੜ ਆ, ਇਹ ਮੈਨੂੰ ਲੱਗਦਾ ਅੱਜ ਵਧੇਰੇ ਜ਼ਰੂਰੀ ਹੈ। ਪਰ ਤੁਸੀਂ ਜਿੱਥੇ ਇਹ ਗੱਲ ਕਰ ਰਹੇ ਹੋ, ਤੁਹਾਡੀ ਆਪਣੀ ਹੀ ਫੈਡਰੇਸ਼ਨ ਦੇ ਆਗੂ ਰਹੇ ਨੇ ਕਨਈਆ ਕੁਮਾਰ, ਤੁਹਾਡੇ ਨਾਲ ਰਹੇ ਨੇ, ਉਹ ਪਿਛਲੇ ਦਿਨੀ ਕਾਂਗਰਸ ਨੂੰ ਜੁਆਇਨ ਕਰ ਗਏ। ਉਹ ਫਿਰ ਯੂਥ ਲਈ, ਸਟੂਡੈਂਟਸ ਦੇ ਲਈ ਕਿਹੋ ਜਿਹੀ ਐਗਜ਼ਾਮਪਲ ਸੈੱਟ ਕਰਕੇ ਹਟੇ ਨੇ? ਦੇਖੋ, ਇਹ ਇੱਕ ਮੈਂ ਜੇ ਇੱਕ ਮਤਲਬ ਰੇਡੀਓ ਸ਼ੋਅ ਤੇ ਕਹਿਣਾ ਹੋਵੇ ਤੇ ਆਈ ਵਿਲ ਕਾਲ ਇਟ ਅ ਪੋਲੀਟੀਕਲ ਸੁਸਾਈਡ। ਮੇਰੇ ਲਈ ਇਹ ਰਾਜਨੀਤਿਕ ਆਤਮਦਾਹ ਜਿਹੜਾ ਕਨਈਆ ਕੁਮਾਰ ਨੇ ਕੀਤਾ, ਕਿਉਂਕਿ ਇਸ ਦੇਸ਼ ਦੇ ਵਿੱਚ ਜੇ ਕਾਂਗਰਸ ਨੇ ਜਿਹੜਾ ਉਹਨੇ ਲੌਜਿਕ ਦਿੱਤਾ ਅਖੀਰ ਚ ਆ ਕੇ ਕਿ ਵੀ ਕਾਂਗਰਸ ਨੂੰ ਜੇ ਬਚਾਇਆ ਨਾ ਤੇ ਦੇਸ਼ ਨਹੀਂ ਬਚਣਾ। ਜੇ ਕਾਂਗਰਸ ਦੇਸ਼ ਬਚਾ ਸਕਦੀ ਹੁੰਦੀ ਤੇ ਉਹ ਦੇਸ਼ ਨੂੰ ਬਰਬਾਦ ਕਿਉਂ ਕਰਦੀ? 1991 ਦੇ ਵਿੱਚ ਮਨਮੋਹਨ ਸਿੰਘ ਦੇ ਫਾਈਨਾਂਸ ਮਿਨਿਸਟਰ ਰਹਿੰਦੇ ਆ ਜਿਹੜੀਆਂ ਨਿਊ ਇਕਨੋਮਿਕ ਪਾਲਿਸੀਆਂ ਇੱਥੇ ਲੈ ਕੇ ਆਉਂਦੀਆਂ, ਜਿਨ੍ਹਾਂ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਦੀਆਂ ਮਤਲਬ ਕਹਿ ਲਓ ਹੋੜਾਂ ਲੱਗ ਗਈਆਂ। ਅੱਜ ਤੁਹਾਡੀ ਆਖਰੀ ਬਚਦੀ ਏਅਰ ਇੰਡੀਆ ਵੀ ਨਹੀਂ ਛੱਡੀ ਉਹਨਾਂ ਨੇ। ਉਹ ਸਾਰਾ ਕੁਛ ਤਾਂ ਕਾਂਗਰਸ ਨੇ ਸ਼ੁਰੂ ਕੀਤਾ।
ਸੋ ਜੇ ਕਨਈਏ ਬਾਰੇ ਗੱਲ ਕਰਨੀ ਹੋਵੇ, ਦੇਖੋ ਲੋਕਾਂ ਨੇ ਉਹਨੂੰ ਇੱਕ ਆਗੂ ਦੇ ਤੌਰ ਤੇ, ਇੱਕ ਉਮੀਦ ਦੇ ਤੌਰ ਤੇ ਉਹਦੇ ਤੇ ਸਭ ਕੁਝ ਇਨਵੈਸਟ ਕੀਤਾ, એનર્ਜੀ ਵੀ ਇਨਵੈਸਟ ਕੀਤੀ, ਪੈਸਾ ਵੀ ਇਨਵੈਸਟ ਕੀਤਾ, ਜਥੇਬੰਦੀਆਂ ਨੇ ਆਪਦੀ ਤਾਕਤ ਵੀ ਝੋਕੀ। ਤੇ ਮੈਂ ਇਹ ਵੀ ਕਹਿ ਸਕਦਾ ਜੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨਾ ਹੁੰਦੀ, ਖੱਬੇ ਪੱਖੀ ਪਾਰਟੀਆਂ ਨਾ ਹੁੰਦੀਆਂ, ਤੇ ਸ਼ਾਇਦ ਉਹ ਕਿਸੇ ਜੇਲ੍ਹ 'ਚ ਸੜ ਜਾਂਦਾ, ਉਹਨੂੰ ਜੇਲ੍ਹ 'ਚੋਂ ਬਾਹਰ ਨਿਕਲਣ ਦਾ ਮੌਕਾ ਨਾ ਮਿਲਦਾ। ਸੋ ਅਸੀਂ ਉਹ ਜਿਹੜੀ ਉਹਨੇ ਕਦਰ ਕਰਨੀ ਸੀ, ਉਸ ਮਿਹਨਤ ਦੀ ਜਿਹੜੀ ਲੋਕਾਂ ਨੇ ਕੀਤੀ, ਸ਼ਾਇਦ ਉਹ ਉਹਦੇ 'ਚ ਡਗਮਗਾ ਗਿਆ। ਇਸ ਕਰਕੇ ਉਹ ਵਿਚਾਰਧਾਰਕ ਤੌਰ ਤੇ, ਕਿਉਂਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੀ ਫਾਂਸੀ ਚੜ੍ਹਦੇ ਆ, ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੇ ਤਾਮਰ ਪੱਤਰ ਵੀ ਲੈ ਲਏ, ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਬੰਗਲੇ ਗੱਡੀਆਂ ਵੀ ਲੈ ਲਏ, ਪਰ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਰੱਖਿਆ ਜਾਊ ਜਿਹੜੇ ਫਾਂਸੀ ਦੇ ਤਖਤੇ ਤੱਕ ਹੱਸ ਕੇ ਚਲੇ ਜਾਂਦੇ। ਸ਼ਾਇਦ ਕਨਈਏ ਦਾ ਰਾਹ ਫਾਂਸੀ ਦੇ ਤਖਤੇ ਤੋਂ ਡਗਮਗਾ ਕੇ ਬੰਗਲੇ ਤੇ ਗੱਡੀਆਂ ਤੇ ਰਾਜਨੀਤੀ ਦੇ ਵਿੱਚ ਸ਼ਾਇਦ ਕਿਸੇ MP ਦੀ ਸੀਟ ਤੱਕ ਹੀ ਸੀਮਿਤ ਰਹਿ ਗਿਆ, ਵੱਡੇ ਮਕਸਦ ਤੋਂ ਭਟਕ ਗਿਆ। ਕਦੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ। ਸੋ ਵਿੱਕੀ, ਤੁਹਾਡੀ ਇਜਾਜ਼ਤ ਦੇ ਨਾਲ ਕੁਝ ਕਾਲਸ ਲੈ ਲਈਏ? ਜੀ 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 ਜੀ, ਬਿਲਕੁਲ ਬਿਲਕੁਲ। ਸਾਡੇ ਲਿਸਨਰ ਨੇ ਕੈਸਰ ਜੀ। ਹਾਂਜੀ ਕੈਸਰ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਨਵੀ ਜੀ। ਸਤਿ ਸ਼੍ਰੀ ਅਕਾਲ। ਵਿੱਕੀ ਬੱਚੇ ਜਿੱਦਾਂ ਹੀ ਹੋਣਾ ਹੈ ਬੱਚਾ ਵੀ, ਤੇ ਇਹਦੇ ਲਹਿਜੇ 'ਚ ਕਿੰਨਾ ਉਹ ਖਲੂਸ ਤੇ ਦੁੱਖ ਭਰਿਆ ਹੋਇਆ ਹੈ। ਲੇਕਿਨ ਸਾਡੇ ਮੁਲਕਾਂ ਦੀ ਸਭ ਤੋਂ ਵੱਡੀ ਜਿਹੜੀ ਇਹ ਕਿ ਸਾਡੇ ਜਿਹੜੇ ਲੀਡਰ ਨੇ ਨਾ, ਉਹ ਗੰਦਮ ਨਮਾ ਤੇ ਜੌ ਫਰੋਸ਼ ਨੇ। ਆ ਤੁਸੀਂ ਹੁਣੇ ਦੇਖ ਕੇ ਹਟੇ ਜੇ ਕਿ ਚੰਨੀ ਦੇ ਉਹ ਜੀ ਬੇਟੇ ਦਾ ਵਿਆਹ ਹੋਇਆ ਤੇ ਉਹ ਜੀ ਗੁਰਦੁਆਰੇ ਕੁਛ ਨਹੀਂ ਕੀਤਾ, ਮੁੜ ਕੇ ਖਬਰ ਆ ਗਈ ਜੀ ਉਹਨੇ ਲੇਡੀ ਪਾਰਟੀ ਵੀ ਰੱਖੀ, ਉਹਨੇ ਆ ਰੱਖੀ। ਐਵੇਂ ਦੇ ਫਿਰ ਲੀਡਰ ਜਿਹੜੇ ਨੇ, ਨਾ ਉਹਨਾਂ ਦੀ ਇੱਜ਼ਤ ਰਹਿੰਦੀ, ਨਾ ਉਹ ਫਿਰ ਕੌਮ ਨੂੰ ਰਹਿਨੁਮਾਈ ਦਿੰਦੇ। ਦੂਸਰਾ ਸਾਡਾ ਜਿਹੜਾ ਹੈ, ਸਭ ਤੋਂ ਵੱਡੀ ਇਹ ਚੀਜ਼ ਹੈ ਕਿ ਸਾਡੇ ਜਿਹੜੇ ਨਿਸਾਬ ਨੇ ਉਹਨਾਂ ਦੇ ਵਿੱਚ ਅਵਲ ਤੇ ਆ ਜਿਹੜੇ ਪ੍ਰਾਈਵੇਟ ਸਕੂਲ ਨੇ ਬੰਦ ਹੋ ਜਾਣੇ ਚਾਹੀਦੇ। ਗੌਰਮੈਂਟ ਦਾ ਸਕੂਲ ਹੋਵੇ, ਇੱਕੋ ਨਿਸਾਬ ਹੋਵੇ, ਇੱਕੋ ਤਰ੍ਹਾਂ ਦਾ ਤਾਲੀਮ ਦਾ ਨਿਜ਼ਾਮ, ਚਾਹੇ ਸਦਰ ਦਾ ਬੇਟਾ ਹੋਵੇ ਤੇ ਚਾਹੇ ਇੱਕ ਗਰੀਬ ਦਾ ਹੋਵੇ, ਇਕੱਠੇ ਬੈਠ ਕੇ ਪੜ੍ਹਨ, ਔਰ ਲਿਆਕਤ ਕਾਬਲੀਅਤ ਦੀ ਬੁਨਿਆਦ ਤੇ ਉਹਨਾਂ ਨੂੰ ਜੌਬ ਮਿਲਣੀ ਚਾਹੀਦੀ ਹੈ। ਇਹ ਜਦ ਤੱਕ ਇਹ ਚੀਜ਼ ਨਹੀਂ ਮੁੱਕਦੀ, ਉਹ ਇੱਕ ਤਬਕਾ ਉੱਚਾ ਹੈ, ਉਹ ਚਾਹੇ ਨਲਾਇਕ ਵੀ ਹੋਵੇ, ਉਹਨਾਂ ਨੂੰ ਨੌਕਰੀ ਮਿਲ ਜਾਣੀ। ਜਿਹੜੇ ਗਰੀਬ ਦਾ ਬੱਚਾ ਰਗੜੇ ਖਾ ਕੇ ਪੜ੍ਹਦਾ, ਉਹ ਉੱਥੇ ਧੱਕੇ ਖਾਂਦੇ ਰਹਿ ਜਾਂਦੇ, ਜਿਹਦੀ ਵਜ੍ਹਾ ਤੋਂ। ਹਾਂਜੀ ਵਿੱਕੀ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵਿੱਕੀ ਨੂੰ ਤੇ ਮੈਂ ਕਹਿਣਾ ਕਿ ਅੱਛੀ ਸੋਚ ਹੈ, ਅੱਲਾ ਕਰੇ ਕਾਮਯਾਬ ਹੋਵੇ ਬੱਚਾ, ਬਾਕੀ ਵੀ ਇਹ ਪਿੱਛੇ ਵੀ ਉੱਥੇ ਵੀ ਇਹ ਕੰਟਰੋਲ ਰੱਖਣ, ਤੇ ਇੱਕ ਐਸੀ ਲਹਿਰ ਉੱਠੇ ਜਿਹੜੇ ਸਾਡੇ ਜਾਲੀ ਲੀਡਰ ਨੇ ਨਾ, ਉਹਨਾਂ ਨੂੰ ਖਤਮ ਕਰਕੇ ਕੋਈ ਅੱਛੀ ਕਿਆਦਤ ਅੱਗੇ ਆਵੇ, ਮੁਖਲਸ ਗਰੀਬਾਂ ਦੇ ਲੋਕ ਬੱਚੇ ਪੜ੍ਹ ਕੇ ਅੱਗੇ ਆਉਣ, ਤੇ ਸ਼ਾਇਦ ਕੋਈ ਸਵਾਰੀ ਜਾਏ ਗੌਰਮੈਂਟ ਸਾਡੇ ਲੋਕਾਂ ਦੀ ਜ਼ਿੰਦਗੀ। ਨਹੀਂ ਤੇ ਇਸੇ ਤਰ੍ਹਾਂ ਗਰੀਬ ਇਸੇ ਤਰ੍ਹਾਂ ਹੀ ਧੱਕੇ ਖਾਂਦੇ ਰਹਿਣਗੇ, ਅਮੀਰ ਇਸੇ ਤਰ੍ਹਾਂ ਫਾਇਦਾ ਚੁੱਕਦੇ ਰਹਿਣਗੇ। ਇਹਨਾਂ ਦੀ ਕੋਸ਼ਿਸ਼ ਅੱਲਾ ਕਾਮਯਾਬ ਕਰੇ, ਔਰ ਇਹਨਾਂ ਦੇ ਨਾਲ ਪਿੱਛੇ ਹੋਰ ਵੀ ਐਵੇਂ ਜੁੜਨ, ਨਈ ਨਸਲ, ਨਵਾਂ ਨਿਸਾਬ ਇਹੋ ਹੀ ਹੋਵੇ ਕਿ ਪੁਰਾਣੇ ਲੋਕਾਂ ਨੂੰ ਅੱਗੇ ਲਿਆਓ, ਜਿਨ੍ਹਾਂ ਨੇ ਮੁਲਕ ਬਣਾਇਆ, ਜਿਨ੍ਹਾਂ ਨੇ ਆਜ਼ਾਦ ਕੀਤਾ, ਜਿਨ੍ਹਾਂ ਦੇ ਦਿਲ ਦੇ ਵਿੱਚ ਕੌਮ ਮੁਲਕ ਦਾ ਦਰਦ ਹੈ। ਜਦ ਤੱਕ ਉਹ ਲੋਕ ਅੱਗੇ ਨਹੀਂ ਆਉਂਦੇ ਤੇ ਗਰੀਬਾਂ ਦੀ ਨਹੀਂ ਸੁਣੀ ਜਾਣੀ, ਤਰੱਕੀ ਨਹੀਂ ਹੋਣੀ, ਇਸੇ ਤਰ੍ਹਾਂ ਹੀ ਹੁੰਦਾ। ਥੈਂਕ ਯੂ ਕੈਸਰ ਜੀ, ਥੈਂਕ ਯੂ, ਸ਼ੁਕਰੀਆ। ਵਿੱਕੀ, ਕੀ ਕਹੋਗੇ? ਮੈਂ ਸੱਚ ਦਿਲ ਦੀ ਗੱਲ ਦੱਸਾਂ ਤੇ ਮੈਨੂੰ ਲੱਗਦਾ ਜਿਹੜੀ ਗੱਲ ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਪਤਾ ਕਿ ਜੇ ਮਤਲਬ ਸਾਰੇ ਟੱਬਰ ਨੂੰ ਰਾਜਮਾ ਦੇਣਾ, ਸਾਰਿਆਂ ਨੂੰ ਬਰਾਬਰ ਦਾ ਖਵਾਉਣਾ, ਤੇ ਘੱਟ ਚੋਂ ਵੀ ਕਿਵੇਂ ਖਵਾਇਆ ਜਾ ਸਕਦਾ, ਜੇ ਵੱਧ ਆ ਤੇ ਵੱਧ ਕਿਵੇਂ ਵੰਡ ਕੇ ਦੇਣਾ, ਉਹ ਜੇ ਗੱਲ ਮੁਲਕ ਦੇ ਪ੍ਰਧਾਨ ਨੂੰ, ਇਸ ਦੇਸ਼ ਦੀ ਸਿਆਸਤ ਨੂੰ ਸਮਝ ਆ ਜੇ, ਤੇ ਸ਼ਾਇਦ ਜਿਵੇਂ ਮਾਵਾਂ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੀਆਂ ਤੇ ਦੇਸ਼ ਵੀ ਭੁੱਖਾ ਨਾ ਮਰੇ। ਉਹਨਾਂ ਨੇ ਬਿਲਕੁਲ ਠੀਕ ਉਂਗਲ ਰੱਖੀ। ਇਹੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਅਸੀਂ ਨਾਅਰਾ ਵੀ ਇਹ ਲਾਉਂਦੇ ਹਾਂ ਕਿ ਚਾਹੇ ਰਾਸ਼ਟਰਪਤੀ ਹੋਵੇ, ਚਾਹੇ ਕਿਸੇ ਮਜ਼ਦੂਰ ਦੀ ਸੰਤਾਨ, ਸਭ ਨੂੰ ਸਿੱਖਿਆ ਇੱਕ ਸਮਾਨ। ਸੋ ਇਹ ਜਿਹੜੇ ਪ੍ਰਾਈਵੇਟ ਸਕੂਲ ਬੰਦ ਕਰਨ ਦੀ ਉਹਨਾਂ ਨੇ ਗੱਲ ਕੀਤੀ, ਬਿਲਕੁਲ ਜਦੋਂ ਤੱਕ ਤੁਸੀਂ ਪ੍ਰਾਈਵੇਟਾਈਜੇਸ਼ਨ ਨੂੰ ਰੋਕੋਗੇ ਨਹੀਂ, ਉਹਨੂੰ ਬੰਦ ਨਹੀਂ ਕਰੋਗੇ, ਪਬਲਿਕ ਸੈਕਟਰ ਨੂੰ ਬਚਾਇਆ ਨਹੀਂ ਜਾ ਸਕਦਾ। ਸੋ ਸਰਕਾਰੀ ਸੈਕਟਰ ਨੂੰ ਬਚਾਉਣ ਵਾਸਤੇ ਪਬਲਿਕ ਸੈਕਟਰ ਦੇ ਸਕੂਲ ਹੋਣ, ਕਾਲਜ ਹੋਣ, ਹਸਪੀਟਲ ਹੋਣ, ਸਰਕਾਰੀ ਨੌਕਰੀਆਂ ਵੀ ਫਿਰ ਦਿੱਤੀਆਂ ਜਾ ਸਕਦੀਆਂ। ਜਿਹੜੀ ਉਹਨਾਂ ਨੇ VIP ਕਲਚਰ ਬਾਰੇ ਗੱਲ ਕੀਤੀ, ਉਹ ਬਿਲਕੁਲ ਠੀਕ ਹੈ ਗੱਲ। ਮੈਂ ਕੇਰਲਾ ਦੀ ਗੱਲ ਕਰਦਿਆਂ ਵੀ ਜ਼ਿਕਰ ਕੀਤਾ ਸੀ ਜੀ। ਉੱਥੋਂ ਦੇ ਮਿਨਿਸਟਰ ਕੋਈ ਸਿਕਿਉਰਿਟੀ ਨਹੀਂ ਲੈਂਦੇ। ਉੱਥੋਂ ਦੇ ਐਗਰੀਕਲਚਰ ਮਿਨਿਸਟਰ ਨੂੰ ਤੁਸੀਂ ਆਪਦੇ ਖੇਤ 'ਚ ਮਤਲਬ ਇੱਕ ਮਜ਼ਦੂਰ ਦੀ ਤਰ੍ਹਾਂ ਕੰਮ ਕਰਦੇ ਹੋਏ ਦੇਖੋਗੇ, ਉਹ ਲੋਕਲ ਟ੍ਰੇਨਾਂ 'ਚ ਸਫ਼ਰ ਕਰ ਸਕਦੇ। ਤੇ ਸਾਡੇ ਇਹ ਆ ਕਿ ਲੋਕਾਂ ਦੇ ਪੈਸੇ 'ਤੇ 20 ਗੱਡੀਆਂ ਲੈ ਕੇ, ਹਜ਼ਾਰਾਂ ਬੰਦੇ ਸਿਕਿਉਰਿਟੀ ਦੇ ਰੱਖ ਕੇ ਇੱਕ ਲੀਡਰ ਵਾਲੀ ਧੌਂਸ ਆ ਜਿਹੜੀ ਉਹ ਦਿਖਾਈ ਜਾਂਦੀ। ਸੋ ਲੀਡਰ ਨੂੰ ਲੋਕਾਂ ਤੋਂ ਕੋਈ ਖਤਰਾ ਨਹੀਂ ਹੋਣਾ ਚਾਹੀਦਾ। ਇਹ ਕਦੇ ਚੰਨੀ ਆ ਤੇ ਕਦੇ ਕੈਪਟਨ ਆ। ਇਹ ਚਿਹਰਿਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ
ਜਿਹੜੀ ਸਿਆਸਤ ਆ, ਨੀਤੀਆਂ ਕੀ ਬਦਲੀਆਂ, ਕੀ ਮਤਲਬ ਇੱਕ ਗੁਰਦੁਆਰੇ ਦੇ ਵਿੱਚ ਸਧਾਰਨ ਵਿਆਹ ਕਰਨ ਨਾਲ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ, ਤੇ ਮਿਲ ਗਿਆ ਤੇ ਅਸੀਂ ਖੁਸ਼ ਹਾਂ ਚੰਨੀ ਦੇ ਆਉਣ ਨਾਲ। ਜੇ ਨਹੀਂ ਮਿਲਿਆ ਤੇ ਸਵਾਲ ਉਵੇਂ ਦਾ ਉਵੇਂ ਆ ਕਿ ਰੁਜ਼ਗਾਰ ਦੇ ਮਸਲੇ ਤੇ ਐਜੂਕੇਸ਼ਨ ਦੇ ਮਸਲੇ ਤੇ ਸਰਕਾਰ ਕੀ ਕਰ ਰਹੀ ਆ। ਇਹ ਪਰਸਨੈਲਿਟੀ ਕਲਟ ਬਣਾਉਣ ਵਾਲਾ ਕੰਮ ਆ। ਇਹ ਸਿਆਸਤ ਵਿੱਚ ਮਹਿੰਗਾ ਪੈਂਦਾ। ਇਹ ਕਨਈਏ ਵਾਲੇ ਕੇਸ 'ਚ ਵੀ ਮਹਿੰਗਾ ਪਿਆ ਤੇ ਚੰਨੀ ਵਾਲੇ ਕੇਸ 'ਚ ਵੀ ਮਹਿੰਗਾ ਪਏਗਾ। ਸੋ ਇਸ ਕਰਕੇ ਨੀਤੀ ਤੇ ਲਿਆਉਣ ਦੀ ਗੱਲ ਆ। ਮੈਂ ਸਲਾਮ ਕਰਦਾ ਉਸ ਭੈਣ ਨੂੰ, ਉਸ ਮਾਂ ਨੂੰ ਜਿਹਨੇ ਆਪਦੀ ਗੱਲ ਨੂੰ ਇੰਨੇ ਸੰਖੇਪ ਸ਼ਬਦਾਂ ਦੇ ਵਿੱਚ ਰੱਖ ਕੇ ਵੀ ਦੱਸਤਾ ਵੀ ਮੁਲਕ ਨੂੰ ਜੇ ਬਚਾਉਣਾ ਤੇ ਇਸ ਰਾਹ ਤੇ ਬਚਾਇਆ ਜਾ ਸਕਦਾ। ਅਸੀਂ ਉਸ ਰਾਹ ਤੇ ਉਹਨਾਂ ਨਾਲ ਵਾਅਦਾ ਕਰਦੇ ਹਾਂ ਲਗਾਤਾਰ ਪੂਰੀ ਸਹਿਰਦਤਾ ਨਾਲ ਚੱਲਦੇ ਰਵਾਂਗੇ। ਵਿੱਕੀ, ਸਾਡੇ ਬਹੁਤ ਸਾਰੇ ਲਿਸਨਰਸ ਜਿਹੜੇ ਗੱਲ ਕਰਨਾ ਚਾਹੁੰਦੇ ਆ। ਮੈਂ ਬਾਕੀ ਲਿਸਨਰਸ ਨੂੰ ਇਹ ਬੇਨਤੀ ਕਰਦੀ ਹਾਂ ਕਿ ਗੱਲ ਪਲੀਜ਼ ਛੋਟੀ ਰੱਖਿਓ ਤਾਂ ਕਿ ਸਾਰੇ ਲਿਸਨਰਸ ਆਪਣੀ ਗੱਲ ਕਰ ਸਕਣ। ਸੈਮ ਜੀ। ਮੈਂ ਤਾਂ ਵਿੱਕੀ ਜੀ ਨੂੰ ਪੁੱਛੂੰਗਾ ਵੀ ਕੀ ਤੁਸੀਂ ਚੇਂਜ ਹੋਣਾ ਚਾਹੁੰਦੇ ਆ? ਐਜੀਟੇਸ਼ਨ ਤਾਂ ਹੁਣ ਇੱਕ ਧੰਦਾ ਜਿਹਾ ਬਣ ਗਿਆ। ਮੈਂ ਚੱਕ ਲਿਆ ਹਥਿਆਰ ਚੱਕ ਲਿਆ ਜਾਂ ਮੈਂ ਐਜੀਟੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੂਹਰੇ ਚੇਂਜਿੰਗ ਦੀ ਗੱਲ ਹੁੰਦੀ ਆ, ਮੈਂ ਉਦੋਂ ਖੜੇ ਦੇਖੇ ਬਾਹਰਲੇ ਮੁਲਕਾਂ 'ਚ ਉਹ ਚੇਂਜਿੰਗ ਆਈ ਤੇ ਸਾਨੂੰ ਬਹੁਤ ਵਧੀਆ ਲੱਗਿਆ। ਜਦੋਂ ਕਿਸੇ ਨੇ ਸਾਡੇ ਉਹਨਾਂ ਮੁਲਕਾਂ 'ਚ ਚੇਂਜਿੰਗ ਕਰਨੀ ਚਾਹੀ, ਅਸੀਂ ਰੌਲਾ ਪਾ ਕੇ ਬਹਿ ਗਏ। ਤੇ ਇਹ ਵਾਟਸ ਗੋਇੰਗ ਔਨ, ਮੈਂ ਤਾਂ ਇਹ ਕਹੂੰਗਾ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵਿੱਕੀ ਜੀ, ਤੁਹਾਨੂੰ ਇਹਨਾਂ ਦਾ ਸਵਾਲ ਸਪਸ਼ਟ ਹੋਇਆ? ਹਾਂ ਨਹੀਂ, ਮੈਨੂੰ ਸਪਸ਼ਟ ਹੋਇਆ। ਮੈਨੂੰ ਸਵਾਲ ਵੀ ਸਪਸ਼ਟ ਹੋਇਆ ਤੇ ਉਹਨਾਂ ਦੀ ਭਾਵਨਾ ਵੀ ਬੜੀ ਚੰਗੀ ਤਰੀਕੇ ਨਾਲ ਸਪਸ਼ਟ ਹੋਈ। ਮੈਨੂੰ ਲੱਗਦਾ ਖੈਰ ਇਹ ਅਸੀਂ ਜਦੋਂ ਆਪਣੀ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਹਾਂ ਤੇ ਅਸੀਂ ਬੜੇ ਸੌਖੇ ਤਰੀਕੇ ਨਾਲ ਹੀ ਇਹ ਜਿਹੜਾ ਸਾਰੇ ਦਾ ਸਾਰਾ ਦੋਸ਼ ਆ ਜਿਹੜੇ ਪਿੱਛੇ ਰਹਿ ਕੇ ਲੋਕ ਲੜ ਰਹੇ ਆ ਉਹਨਾਂ ਤੇ ਮੜ ਦਿੰਦੇ ਆ। ਇਹ ਵਾਜਬ ਨਹੀਂ। ਜਿਹੜੇ ਲੋਕ ਅੱਜ ਲੜ ਰਹੇ ਆ, ਜੇ ਅਸੀਂ ਕਹੀਏ ਵੀ ਉਹ ਐਜੀਟੇਸ਼ਨ ਧੰਦਾ, ਤੇ ਫਿਰ ਤੁਸੀਂ ਉਹਨਾਂ 600 ਬੰਦੇ ਜਿਹੜੇ ਕੁਰਬਾਨ ਹੋ ਗਏ ਇਸ ਕਿਸਾਨ ਅੰਦੋਲਨ ਦੇ ਵਿੱਚ, ਫਿਰ ਤੁਸੀਂ ਉਹਨਾਂ ਨੂੰ ਇੱਕ ਗਾਲ ਕੱਢ ਰਹੇ ਹੋ। ਇਹਦੇ ਤੋਂ ਬਚਣਾ ਚਾਹੀਦਾ। ਇਹ ਗੁਨਾਹ। ਐਜੀਟੇਸ਼ਨ ਕਰਕੇ ਦੇਸ਼ ਨੂੰ। ਵਿੱਕੀ, ਥੋੜੀ ਜਿਹੀ ਨਾ ਹਮਿੰਗ ਆ ਰਹੀ ਤੁਹਾਡੀ ਫੋਨ ਕਾਲ ਦੇ ਵਿੱਚ। ਜੇ ਤੁਸੀਂ ਇੱਧਰ ਉੱਧਰ ਹਿਲ ਕੇ ਦੇਖੋ ਸ਼ਾਇਦ ਜਿਹੜੀ ਆਵਾਜ਼ ਆ ਜ਼ਿਆਦਾ ਕਲੀਅਰ ਹੋ ਸਕੇ। ਹਮਿੰਗ ਜੀ ਆ ਰਹੀ, ਲਗਾਤਾਰ ਆ ਰਹੀ ਹੈ। ਮੈਨੂੰ ਲੱਗਦਾ ਹੁਣ ਠੀਕ ਹੋਈ, ਥੋੜੀ ਜਿਹੀ ਬਿਹਤਰ ਹੋਈ। ਹਾਂਜੀ, ਥੋੜੀ ਜਿਹੀ ਬਿਹਤਰ ਹੋਈ ਆ। ਜਾਂ ਕਿਤੇ ਚਾਰਜ ਵਗੈਰਾ ਤੇ ਤਾਂ ਨਹੀਂ ਲੱਗਾ ਹੋਇਆ ਫੋਨ? ਤਾਂ ਇੱਧਰ ਉੱਧਰ ਹੋ ਕੇ ਦੇਖ ਲਓ ਪਲੀਜ਼। ਨਹੀਂ, ਮੈਂ ਰਿਮੂਵ ਕਰਤਾ ਮੈਂ। ਹਾਂਜੀ, ਓਕੇ। ਹਾਂਜੀ, ਨਿਰਮਲ ਜੀ। ਜੀ ਮੈਂ ਹੈਲੋ, ਇੱਕ ਸੈਕਿੰਡ। ਹਾਂਜੀ ਵਿੱਕੀ, ਤੁਸੀਂ ਆਪਣੀ ਗੱਲ ਪੂਰੀ ਕਰੋ ਪਲੀਜ਼। ਮੈਂ ਇਹ ਕਹਿ ਰਿਹਾ ਸੀ, ਜਦੋਂ ਅਸੀਂ ਦੇਸ਼ ਤੋਂ ਚਲੇ ਜਾਂਦੇ ਬੜਾ ਸੌਖਾ ਹੋ ਜਾਂਦਾ ਮਗਰ ਲੜ ਰਹੇ ਲੋਕਾਂ ਨੂੰ ਮਿਹਣਾ ਮਾਰ ਦੇਣਾ ਕਿ ਲੋਕ ਅੱਜ ਐਜੀਟੇਸ਼ਨ ਕਰਦੇ ਆ ਤੇ ਉਹ ਕੋਈ ਧੰਦਾ ਬਣ ਗਿਆ। ਸੋ ਇਸ ਕਰਕੇ ਜਿਹੜੇ ਕਿਸਾਨ ਅੰਦੋਲਨ 'ਚ 600 ਤੋਂ ਵੱਧ ਸ਼ਹੀਦ ਹੋ ਗਏ, ਉਹਨਾਂ ਲੋਕਾਂ ਤੇ ਵੀ ਇਹ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਵੀ ਅਸੀਂ ਨਾ ਇਨਸਾਫੀ ਕਰਾਂਗੇ ਜੇ ਅਸੀਂ ਕਹੀਏ ਵੀ ਇਹ ਐਜੀਟੇਸ਼ਨ ਆ, ਇੱਕ ਧੰਦਾ। ਸੋ ਬੜਾ ਸੌਖਾ, ਕਿਉਂਕਿ ਤੁਸੀਂ ਉੱਥੇ ਇੱਕ ਇੱਦਾਂ ਦੀ ਜ਼ਿੰਦਗੀ ਜਿਉ ਰਹੇ ਹੋ, ਤੁਹਾਡਾ ਜਿੰਨਾ ਕੁ ਕੰਮ ਕਰਦੇ ਹੋ ਤੁਹਾਡਾ ਗੁਜ਼ਾਰਾ ਹੋ ਜਾਂਦਾ। ਜਿਹੜੇ ਲਿਸਨਰ ਨੇ ਇਹ ਗੱਲ ਕਹੀ। ਸੋ ਮਗਰ ਜਿਹੜੇ ਲੋਕ ਲੜ ਰਹੇ ਆ, ਜਿਹੜੇ ਰਹਿ ਕੇ ਲਗਾਤਾਰ ਸੰਘਰਸ਼ ਕਰ ਰਹੇ ਆ, ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਦੀ ਲੋੜ ਆ, ਉਹਨਾਂ ਦਾ ਸਾਥ ਦੇਣ ਦੀ ਲੋੜ ਆ, ਜਿਹੜੇ ਉਸ ਘਰ ਨੂੰ ਛੱਡ ਕੇ ਨਹੀਂ ਭੱਜੇ ਬਲਕਿ ਉੱਥੇ ਬਹਿ ਕੇ ਲੜ ਰਹੇ ਆ। ਸੋ ਆਓ ਇਕੱਠੇ ਹੋ ਕੇ, ਦੇਸੀ ਵੀ ਤੇ ਵਿਦੇਸ਼ੀ ਵੀ, ਚਾਹੇ ਕੋਈ ਕੈਨੇਡਾ ਚਲਿਆ ਵੀ ਜਾਵੇ ਉਹ ਰਹਿੰਦਾ ਦੇਸੀ ਆ, ਪੰਜਾਬੀ ਰਹਿੰਦਾ। ਸੋ ਇਸ ਮੁਲਕ ਨੂੰ ਬਚਾਉਣ ਦੇ ਲਈ ਜੋ ਕੀਤਾ ਜਾ ਸਕਦਾ ਉਹ ਕਰੀਏ, ਬਿਨਾਂ ਕਿਸੇ ਇਸ ਗੱਲ 'ਚ ਉਲਝਿਆ ਕਿ ਕੋਈ ਇਹ ਰਾਜਨੀਤੀ ਦਾ ਪਾਰਟ ਆ। ਬਿਲਕੁਲ ਜੇ ਚੰਗੀ ਰਾਜਨੀਤੀ ਹੁੰਦੀ ਤੇ ਮਾੜੀ ਵੀ ਨਾਲ ਹੁੰਦੀ ਆ। ਭਗਤ ਸਿੰਘ ਵਾਲੀ ਚੰਗੀ ਰਾਜਨੀਤੀ ਹੈ ਤੇ ਉਹਨੂੰ ਅਪਣਾਓ। ਜੇ ਅਕਾਲੀਆਂ ਵਾਲੀ ਰਾਜਨੀਤੀ ਮਾੜੀ ਸੀ, ਜੇ ਉਹਨਾਂ ਨੇ ਧਰਮ ਦੇ ਆਧਾਰ ਤੇ ਲੜਾਇਆ ਤੇ ਉਹਨੂੰ ਛੱਡਣ ਦੀ ਲੋੜ ਆ। ਸੋ ਇਸ ਤਰੀਕੇ ਨਾਲ ਡਿਫਰੈਂਸ਼ੀਏਟ ਕਰਨਾ ਵੀ ਸਾਡਾ ਹੀ ਕੰਮ ਆ। ਓਕੇ ਵਿੱਕੀ, ਇੱਥੇ ਬੈਠੇ ਲੋਕ ਇੱਕ ਹੋਰ ਗੱਲ ਬਹੁਤ ਮਹਿਸੂਸ ਕਰਦੇ ਆ, ਬਹੁਤ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿੱਚ ਇਹ ਗੱਲ ਉੱਠਦੀ ਹੈਗੀ ਆ ਕਿ ਜਿਹੜਾ ਇਸ ਵੇਲੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈਗਾ, ਕਿਸਾਨ ਆਗੂ ਜਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਉਹ ਯੂਥ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਯੂਥ ਅੱਗੇ ਕਰਨਾ ਚਾਹੀਦਾ। ਤੁਹਾਡਾ ਇਹਦੇ ਬਾਰੇ ਕੀ ਟੇਕ ਹੈਗਾ ਕਿ ਵਾਕਈ ਯੂਥ ਨੂੰ ਕੋਈ ਰੈਪਰੈਜ਼ੈਂਟੇਸ਼ਨ ਨਹੀਂ ਦਿੱਤੀ ਜਾ ਰਹੀ ਹੈ, ਯੂਥ ਦੀ ਕੋਈ ਪੁੱਛਗਿੱਛ ਨਹੀਂ ਹੈਗੀ, ਉਹ ਵੱਖਰੇ ਨੇ, ਤੁਸੀਂ ਵੱਖਰੇ ਹੋ? ਇਹ ਜਿਹੜਾ ਇਲਜ਼ਾਮ ਆ ਇਹ ਵੀ ਉਸੇ ਤਰੀਕੇ ਦਾ ਸਿਆਸੀ ਤੌਰ ਤੇ ਕਿਸੇ ਲੈਬ 'ਚ ਬਹਿ ਕੇ ਬਣਾਇਆ ਵਾ ਇਲਜ਼ਾਮ ਆ ਤਾਂ ਕਿ ਇਸ ਅੰਦੋਲਨ ਨੂੰ ਜਿਹੜੀ ਢਾਲ ਲਾਈ ਜਾ ਸਕੇ। ਮੈਂ ਪੁੱਛਦਾ ਕਿ ਉਹ 80 ਸਾਲ ਦੇ ਬਜ਼ੁਰਗ ਹੀ ਸੀ ਜਿਹੜੇ ਟਰੈਕਟਰ ਭਰ ਕੇ ਲੈ ਕੇ ਗਏ 26 ਨਵੰਬਰ ਨੂੰ, ਅੱਜ ਤੋਂ 1 ਸਾਲ ਪਹਿਲਾਂ? ਨਹੀਂ, ਉਹਨਾਂ ਦੇ ਧੀਆਂ ਪੁੱਤ ਵੀ ਵਿੱਚ ਸ਼ਾਮਲ ਸੀ। ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ ਤੇ ਮੈਂ ਆਪਦੇ ਵਰਗੇ ਹਜ਼ਾਰਾਂ ਬੰਦਿਆਂ ਦੇ ਗਿਣਵਾ ਸਕਦਾ ਨਾਮ, ਜਿਹੜੇ ਲੋਕ ਉਸ ਅੰਦੋਲਨ 'ਚ ਲਗਾਤਾਰ 1 ਸਾਲ ਤੋਂ ਸ਼ਾਮਲ ਆ। ਇਹ ਕਿਹੜੇ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਇਹ 'ਚ ਗੱਲ ਹੋ ਰਹੀ ਸੀ? ਉਹ ਸੀ ਦੀਪ ਸਿੱਧੂ ਵਰਗੇ ਬੰਦੇ।
ਉਹ ਸੀ ਉਹ ਬੰਦੇ ਜਿਹੜੇ ਇਸ ਅੰਦੋਲਨ ਨੂੰ ਬਰਬਾਦ ਕਰਨ ਦੇ ਲਈ ਇਹਦੇ ਵਿੱਚ ਪਲਾਂਟ ਕੀਤੇ ਗਏ। ਸੋ ਜੇ ਇੱਦਾਂ ਦੇ ਯੂਥ ਨੂੰ ਪਲਾਂਟ ਕਰਨ ਦੇ ਲਈ ਜਾਂ ਇਹ ਕਿਹਾ ਜਾਵੇ ਵੀ ਕਿਸਾਨ ਅੰਦੋਲਨ ਦੇ ਵਿੱਚ ਯੂਥ ਹੈ ਨਹੀਂ, ਫਿਰ ਅਸੀਂ ਸਮਝਦੇ ਹਾਂ ਕਿ ਇਹ ਲੋਕਾਂ ਤੋਂ ਬਚਾ ਹੀ ਰਵੇ ਤੇ ਚੰਗਾ। ਪਰ ਜਿਹੜੇ ਉਹ ਨੌਜਵਾਨ ਚੁੱਪ-ਚਾਪ ਉੱਥੇ ਬੈਠੇ ਆ, ਲਗਾਤਾਰ ਅੰਦੋਲਨ ਦੀ ਖੈਰ ਖਿਦਮਤ ਮੰਗਦੇ ਆ, ਲਗਾਤਾਰ ਇਸ ਅੰਦੋਲਨ ਦੇ ਲਈ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਲੈ ਕੇ ਜਾਂਦੇ ਆ, ਬੰਦੇ ਵੀ ਲੈ ਕੇ ਜਾਂਦੇ ਆ, ਉਹ ਨੌਜਵਾਨ ਵੀ ਉੱਥੇ ਬਜ਼ੁਰਗਾਂ ਦੇ ਬਰਾਬਰ ਬੈਠੇ ਹੋਏ ਆ। ਤੇ ਨੌਜਵਾਨ ਇਸ ਅੰਦੋਲਨ ਤੋਂ ਕੋਈ ਪਾਸੇ ਨਹੀਂ। ਕੋਈ ਵੀ ਅੰਦੋਲਨ ਇੰਨਾ ਲੰਬਾ ਟਾਈਮ ਜੇ ਅਸੀਂ ਕਹੀਏ ਵੀ ਇਕੱਲੇ ਬਾਬਿਆਂ ਨੇ ਚਲਾਇਆ ਹੋਊਗਾ, ਇਹ ਇਸ ਤਰੀਕੇ ਨਾਲ ਨਹੀਂ ਚੱਲਦੇ। ਪੂਰੀ ਪੰਜਾਬ ਦੀ, ਹਰਿਆਣੇ ਦੀ ਜਵਾਨੀ, ਗੀਤਕਾਰ, ਲੋਕ ਸਭ ਸ਼ਾਮਲ ਆ। ਇਸੇ ਕਰਕੇ ਅੰਦੋਲਨ ਅੱਜ ਤੱਕ ਚੜ੍ਹਦੀ ਕਲਾ ਦੇ ਵਿੱਚ ਚੱਲ ਸਕਿਆ। ਯੂਥ ਤੋਂ ਬਿਨਾਂ ਇਹ ਚੱਲ ਨਹੀਂ ਸੀ ਸਕਦਾ। ਸੋ ਉਹ ਯੂਥ ਜਿਹੜਾ ਇਮਾਨਦਾਰੀ ਨਾਲ ਇਸ ਅੰਦੋਲਨ ਦੇ ਨਾਲ ਆ, ਉਹ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਖੜਾ। ਮੈਂ ਸਾਰੇ ਆਪਣੇ ਲਿਸਨਰਸ ਨੂੰ ਬੇਨਤੀ ਕਰਦੀ ਹਾਂ, ਕਿਉਂਕਿ ਲਾਈਨਸ ਮੇਰੇ ਕੋਲ ਸਾਰੀਆਂ ਬਿਜ਼ੀ ਨੇ, ਜਿਹੜੇ ਗੱਲ ਕਰਨਾ ਚਾਹੁੰਦੇ, ਪਲੀਜ਼ ਆਪਣਾ ਸਵਾਲ ਟੂ ਦਾ ਪੁਆਇੰਟ ਬਰੀਫ ਰੱਖਿਓ। ਰਾਜਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਵੀ ਇਹਨਾਂ ਨੇ ਕਿਹਾ ਵੀ ਜਿਵੇਂ ਪਹਿਲਾਂ ਵੀ ਮੁੰਡਿਆਂ ਦੀਆਂ, ਲੋਕਾਂ ਦੀਆਂ PhDਆਂ ਕੀਤੀਆਂ ਹੋਈਆਂ ਨੇ ਤੇ ਮੋਦੀ ਸਾਹਿਬ ਕਹਿੰਦੇ ਆ ਪਕੌੜੇ ਤਲ ਲਓ। PhD ਕਰੇ ਹੋਏ ਇੱਥੇ ਅਨਪੜ੍ਹਾਂ ਨੇ ਬਿਜ਼ਨਸ ਖੋਲ ਕੇ ਹਜ਼ਾਰ ਦੀ ਜੋਬਾਂ ਤੇ ਰੱਖੇ ਹੋਏ ਨੇ। ਮਤਲਬ PhD ਵਾਲਾ ਪਕੌੜੇ ਕਿਉਂ ਨਹੀਂ ਵੇਚ ਸਕਦਾ ਜਿੱਥੇ ਰੋਟੀ ਚੱਲਦੀ ਆ? ਜੇ ਕਿਸਾਨਾਂ ਨੇ ਆਪਣੇ ਜਵਾਕਾਂ ਨੂੰ PhDਆਂ ਕਰਾਈਆਂ, ਕਾਲਜ ਭੇਜਿਆ, ਤਾਂ ਉਹਨਾਂ ਨੇ ਖੇਤੀ ਛੱਡੀ, ਤਾਂ ਕਿਸਾਨੀ ਦਾ ਆਹ ਹਾਲ ਆ ਅੱਜ। ਤੋ ਕਹਿਣ ਦਾ ਮਤਲਬ ਵੀ ਡੁੱਬੀ ਤਾਂ ਜੇ ਸਾਹ ਨਹੀਂ ਆਇਆ। ਇੱਕ ਆਪਾਂ ਕਹਿੰਦੇ ਵੀ ਲੀਡਰ ਚੰਗਾ, ਪਤਾ ਕਿਵੇਂ ਲੱਗੂ ਵੀ ਚੰਗਾ ਕੌਣ ਆ? ਕਿਸੇ ਦੇ ਕਿਹੜਾ ਆਪਾਂ ਵਿੱਚ ਵੜ ਕੇ ਦੇਖਿਆ? ਹੁਣ ਜਿਵੇਂ ਇੱਕ ਪਹਿਲਾਂ ਬੀਬੀ ਜੀ ਆਏ ਸੀ, ਉਹ ਕਹਿੰਦੇ ਵੀ ਪੁਰਾਣੇ ਜਿਹੜੇ ਲੀਡਰ ਨੇ ਨਵੇਂ, ਉਹਨਾਂ ਨੂੰ ਖਤਮ ਕਰ ਦਿਓ। ਸੋ ਉਹਨਾਂ ਨੂੰ, ਤੁਹਾਨੂੰ ਅੱਲਾ ਦਾ ਮੈਸੇਜ ਮਿਲ ਹੀ ਗਿਆ ਹੋਣਾ ਵੀ ਅੱਲਾ ਕਹਿੰਦਾ, ਮਤਲਬ ਇਹਦਾ ਮਤਲਬ ਇਹ ਆ ਉਹ ਬੀਬੀ ਜੀ ਨੂੰ ਉੱਥੇ ਬਣਾ ਦਿਓ ਪਾਕਿਸਤਾਨ ਦੀ ਹੈੱਡ, ਤਾਂ ਕਿ ਉਹ ਸਵਰਗ ਬਣ ਜਾਵੇ। ਰਾਜਦੀਪ ਜੀ, ਲੀਡਰਾਂ ਨੂੰ ਖਤਮ ਕਰ ਦਿਓ। ਗੱਲ ਪਲੀਜ਼ ਆਪਣਾ ਤੁਸੀਂ ਜੇ ਸਵਾਲ ਹੈਗਾ ਉਹ ਰੱਖੋ ਜ਼ਰੂਰ। ਮੇਰਾ ਸਵਾਲ ਇਹ ਆ ਵੀ ਜੇ ਕਿਸੇ ਨੇ PhD ਕਰਕੇ ਪਕੌੜੇ ਵੇਚ ਕੇ ਰੇਹੜੀ ਲਾ ਕੇ ਜੇ ਕਿਸੇ ਦੀ ਰੋਟੀ ਚੱਲਦੀ ਆ ਤਾਂ ਹਰਜ ਕੀ ਆ? ਕਿਸਾਨਾਂ ਨੇ PhDਆਂ ਕਰਾ ਕੇ ਉਹਦੇ ਚ ਕਰਕੇ ਇਸੇ ਕਰਕੇ ਤਾਂ ਖੇਤੀ ਛੱਡੀ ਆ। ਥੈਂਕ ਯੂ ਜੀ। ਹਾਂਜੀ ਵਿੱਕੀ। ਹਾਂ, ਮੈਂ ਇਸ ਸਵਾਲ ਨੂੰ ਦੋ ਤਰੀਕਿਆਂ ਨਾਲ ਇਹਦਾ ਜਵਾਬ ਦਿੱਤਾ ਜਾ ਸਕਦਾ ਤੇ ਦੋ ਸਵਾਲ ਇਕੱਠੇ ਕਰਨ ਕਰਕੇ ਕਨਫਿਊਜ਼ਨ ਪੈਦਾ ਹੁੰਦੀ। ਮੈਂ ਇਹਨਾਂ ਦਾ ਸਤਿਕਾਰ ਕਰਦਾ, ਇਹਨਾਂ ਦੀ ਭਾਵਨਾ ਵੀ ਸਮਝਦਾ। ਪਹਿਲੀ ਗੱਲ, ਕਿਸਾਨੀ ਦਾ ਬੁਰਾ ਹਾਲ ਇਸ ਕਰਕੇ ਆ ਕਿਉਂਕਿ ਕਿਸਾਨੀ ਨੂੰ ਸਰਕਾਰਾਂ ਨੇ ਲਾਹੇਵੰਦ ਧੰਦਾ ਨਹੀਂ ਛੱਡਿਆ। ਇਹਦਾ ਕਾਰਨ ਇਹ ਨਹੀਂ ਵੀ ਕਿਸਾਨਾਂ ਨੇ ਆਪਦੇ ਧੀਆਂ ਪੁੱਤ ਪੜ੍ਹਾ ਲਏ। ਤੇ ਜਿਹੜੇ ਧੰਦੇ ਦੇ ਵਿੱਚ ਕੁਝ ਬਚਦਾ ਨਾ ਹੋਵੇ, ਮੁੰਡੇ ਕੁੜੀਆਂ ਉਸ ਖੇਤੀ ਨੂੰ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਵੇਖਿਆ ਵੀ ਸਾਡਾ ਬਾਪ ਵੀ ਉਸੇ ਜ਼ਮੀਨ 'ਚ ਮਰ ਗਿਆ, ਸਾਡਾ ਦਾਦਾ ਵੀ ਮਰ ਗਿਆ, ਤੇ ਸਾਡਾ ਕੀ ਬਣੂ? ਸੋ ਇਸ ਕਰਕੇ ਖੇਤੀ ਲਾਹੇਵੰਦ ਧੰਦਾ ਹੋਵੇ, ਇਹਦੇ ਲਈ ਜ਼ਰੂਰੀ ਆ ਕਿ ਕਾਰਪੋਰੇਟ ਮਾਡਲ ਖਤਮ ਕਰਕੇ ਇੱਕ ਖੇਤੀ ਦਾ ਸਾਂਝਾ ਸਹਿਯੋਗੀ, ਜਿਹਨੂੰ ਕੋਆਪਰੇਟਿਵ ਮਾਡਲ ਆ, ਜਿਹੜਾ ਅਸਲ ਦੇ ਵਿੱਚ ਸਾਰਿਆਂ ਦੇ ਸਾਥ ਦੇ ਨਾਲ ਚੱਲ ਸਕਦਾ। ਕਿਉਂਕਿ ਖੇਤੀ ਦਾ ਕੋਈ ਬਦਲ ਨਹੀਂ। ਤੁਸੀਂ ਅਨਾਜ ਨੂੰ ਅਸਮਾਨ 'ਚ ਪੈਦਾ ਨਹੀਂ ਕਰ ਸਕਦੇ। ਲੋਕਾਂ ਦਾ ਢਿੱਡ ਭਰਨ ਦੇ ਲਈ, ਰॉ ਮਟੀਰੀਅਲ ਪੈਦਾ ਕਰਨ ਦੇ ਲਈ ਖੇਤੀ ਦਾ ਹੋਰ ਕੋਈ there is no substitute। ਸੋ ਇਸ ਕਰਕੇ ਜੇ ਮੁੰਡੇ ਕੁੜੀਆਂ ਪੜ੍ਹ ਲਿਖ ਜਾਂਦੇ, ਉਹਦੇ ਨਾਲ ਨਹੀਂ ਉਹ ਖੇਤੀ ਛੱਡਦੇ। ਉਹਨਾਂ ਨੂੰ ਇੱਕ ਜ਼ਿੰਦਗੀ ਦਾ ਪਤਾ ਲੱਗ ਜਾਂਦਾ, ਉਹ ਚਾਹੁੰਦੇ ਆ ਕਿ ਜ਼ਿੰਦਗੀ ਬਿਹਤਰ ਹੋਵੇ, ਇਸ ਕਰਕੇ ਉਹਨਾਂ ਨੂੰ ਖੇਤੀ ਛੱਡਣੀ ਪੈਂਦੀ। ਪਰ ਖੇਤੀ ਦਾ ਕਿਉਂਕਿ ਬਦਲਣੀ, ਇਸ ਲਈ ਲਾਹੇਵੰਦ ਖੇਤੀ ਦੀ ਇੱਕ ਨੀਤੀ ਬਣਨੀ ਚਾਹੀਦੀ। ਦੂਜਾ ਸਵਾਲ ਜਿਹੜਾ ਉਹਨਾਂ ਦਾ ਇਹ ਆ, ਇਸ ਤਰੀਕੇ ਨਾਲ ਵੀ ਕਿ ਇਹ ਜੇ ਪਕੌੜੇ ਤਲ ਲੈਣਗੇ ਤੇ ਇਹਦੇ ਨਾਲ ਕੀ ਫਰਕ ਪੈਂਦਾ? ਮੈਨੂੰ ਉਹਨਾਂ ਦੀ ਇਸ ਸੋਚ ਤੇ ਹੈਰਾਨੀ ਆ ਤੇ ਮੈਂ ਚਾਹੂੰਗਾ ਕਿ ਉਹ ਇਸ ਗੱਲ ਨੂੰ ਦਰੁਸਤ ਕਰਨ। ਫਿਰ ਜੇ ਮਤਲਬ ਜੇ ਯੋਗਤਾ ਦਾ ਮੁੱਲ ਹੀ ਕੋਈ ਨਹੀਂ, ਤੇ ਫਿਰ ਅਸੀਂ ਗੁਰਬਾਣੀ ਨੂੰ ਕਿਵੇਂ ਮੱਥਾ ਟੇਕਦੇ ਹਾਂ? ਗੁਰਬਾਣੀ ਜਿਹੜੀ ਇਸ ਗੱਲ ਦੇ ਲਈ ਲੜਦੀ ਆ, ਜਿਹਦੇ 'ਚ ਕਿਰਤ ਕਰਨ ਦੇ ਹੱਕ ਦੀ ਗੱਲ ਆ, ਗੁਰੂ ਸਾਹਿਬਾਨਾਂ ਨੇ ਪਹਿਲੇ ਨੰਬਰ ਤੇ ਰੱਖੀ। ਜਿਹਦੇ 'ਚ ਗੁਰਬਾਣੀ 'ਚ ਮਤਲਬ ਸਿੱਖਿਆਵਾਂ ਨੂੰ ਇਕੱਠੀਆਂ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਤੱਕ ਵੀ ਚੱਲ ਕੇ ਗਏ। ਉਹ ਗਿਆਨ ਦਾ ਖਜ਼ਾਨਾ ਕਿਉਂ ਇਕੱਠਾ ਕੀਤਾ? ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਯੋਗਤਾ ਨਾਮ ਦੀ ਕੋਈ ਚੀਜ਼ ਹੁੰਦੀ ਆ, ਪੈਸਾ ਨਾਮ ਦੀ ਕੋਈ ਚੀਜ਼ ਹੁੰਦੀ ਆ। ਸੋ ਵਿਦਿਆਰਥੀ ਜਿਹਦੀ ਜਿੰਨੀ ਯੋਗਤਾ, ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ। ਕਿਉਂ ਨਹੀਂ ਮਿਲਣਾ ਚਾਹੀਦਾ? ਕੀ ਮਤਲਬ ਅਸੀਂ ਇਹ ਉਮੀਦ ਕਰਦੇ ਆ? ਇਸੇ ਕਰਕੇ ਤਾਂ ਨੌਜਵਾਨ ਭੱਜਦੇ ਆ। ਉਹਨਾਂ ਦੀ ਗੱਲ ਦਾ ਜਵਾਬ ਹੀ ਉਹਨਾਂ ਦੀ ਆਪਦੇ ਸਵਾਲ ਦੇ ਵਿੱਚ ਆ। ਤੁਸੀਂ PhD ਕੀਤੇ ਨੌਜਵਾਨ ਨੂੰ ਕਹੋ ਵੀ ਤੂੰ ਖੇਤੀ ਦੇ ਵਿੱਚ ਆ ਕੇ ਮਤਲਬ ਉਸੇ ਪੁਰਾਣੇ ਸੰਦਾਂ ਦੇ ਨਾਲ ਉਸੇ ਪੁਰਾਣੇ ਰੇਟ ਤੇ ਕੰਮ ਕਰ, ਉਹ ਨਹੀਂ ਕਰੂਗਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦਾ ਪੜ੍ਹਿਆ ਵਾ ਵਿਦਿਆਰਥੀ ਚਾਹੇਗਾ ਕਿ ਉਹਦੀ ਜ਼ਮੀਨ ਹੋਰ ਬਿਹਤਰ ਪੈਦਾ ਕਰ ਸਕੇ, ਤੇ ਉਹਦੀਆਂ ਸਹੂਲਤਾਂ ਕਿਹਨੇ ਦੇਣੀਆਂ? ਉਹ ਸਰਕਾਰ ਨੇ ਦੇਣੀਆਂ।
ਸੋ ਇਸ ਕਰਕੇ ਜਿੰਨੀ ਯੋਗਤਾ ਉਹਨੂੰ ਓਨਾ, ਮੈਂ ਪਕੌੜੇ ਤਲਣ ਵਾਲਿਆਂ ਦੀ ਕਿਸੇ ਦੀ ਕਿਰਤ ਨੂੰ ਛੋਟਾ ਨਹੀਂ ਸਮਝਦਾ, ਮੈਂ ਸਫਾਈ ਕਰਮਚਾਰੀਆਂ ਨੂੰ ਛੋਟਾ ਨਹੀਂ ਸਮਝਦਾ। ਔਰ ਕੀ ਇੱਕ PhD ਇੱਕ ਡਾਕਟਰ ਦੀ ਡਿਗਰੀ ਕਰਕੇ ਤੁਸੀਂ ਚਾਹੋਗੇ ਕਿ ਉਹ ਸਫਾਈ ਕਰੀ ਚੱਲੇ ਤੇ ਕਰੋਨਾ 'ਚ ਲੋਕ ਆ ਹਸਪਤਾਲਾਂ 'ਚ ਡਾਕਟਰ ਨਹੀਂ ਇਸ ਕਰਕੇ ਮਰੀ ਜਾਣ? ਡਾਕਟਰ ਤੋਂ ਤਾਂ ਤੁਸੀਂ ਡਾਕਟਰ ਵਾਲਾ ਕੰਮ ਲਓਗੇ ਨਾ, ਫੇਰ ਹੀ ਸੁਸਾਇਟੀ ਅੱਗੇ ਵਧੇਗੀ। ਸੋ ਇਸ ਕਰਕੇ ਰੋਟੀ ਚਲਾਉਣ ਦਾ ਮਾਮਲਾ ਨਹੀਂ, ਮਾਮਲਾ ਹੈ ਕਿ ਜਿੰਨੀ ਸੋਹਣੀ ਜ਼ਿੰਦਗੀ ਹੋ ਸਕਦੀ ਉਹ ਸਾਰਿਆਂ ਲਈ ਹੋਵੇ। ਜੀ ਅਗਲੇ ਲਿਸਨਰ ਨੇ ਸਾਡੇ ਜਸਵੀਰ ਮੰਗੂਵਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਬਹੁਤ ਵਧੀਆ ਜਿਹੜੇ ਹੈਗੇ ਆ ਉਹ ਗੈਸਟ ਲੈ ਕੇ ਆਉਂਦੇ ਆ। ਥੈਂਕ ਯੂ ਜੀ। ਤੇ ਇਹ ਮੁੰਡਾ ਵੀ ਸਾਡੇ ਦੇਸ਼ ਦਾ ਭਵਿੱਖ ਆ ਵਿੱਕੀ। ਜਦੋਂ ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਆ ਕਿ ਉਹ ਜਿਹੜੇ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਫਿਰਕਾ ਪ੍ਰਸਤੀ ਦੇ ਵਿੱਚ ਵੰਡ ਕੇ ਜਿਹੜਾ ਹੈਗਾ ਲੜਾਉਣ ਲੱਗੀਆਂ ਆ, ਜਦੋਂ ਸਾਡੇ ਜਿਹੜੇ ਸਿਸਟਮ ਆ ਉਹ ਗੰਦੇ ਗੀਤਾਂ ਰਾਹੀਂ ਪ੍ਰਮੋਟ ਕਰਕੇ ਇਹਨਾਂ ਨੂੰ ਜਦੋਂ ਬੰਦੂਕਾਂ ਚੱਕਣਾ ਦੀ ਗੱਲ ਕਰਦਾ ਆ, ਮਾਰ ਧਾੜ ਦੀਆਂ ਗੱਲਾਂ ਕਰਦਾ, ਉਦੋਂ ਜਦੋਂ ਸਾਡੇ ਜਿਹੜੇ ਬੱਚੇ ਆ ਜਾਂ ਸਾਡੇ ਭਰਾ ਆ ਉਹ ਇੱਦਾਂ ਦੀ ਸੋਚ, ਭਗਤ ਸਿੰਘ ਦੀ ਸੋਚ, ਕਰਤਾਰ ਸਿੰਘ ਸਰਾਭੇ ਦੀ ਸੋਚ ਰੱਖਦੇ ਆ, ਜਿਹੜੀ ਸੋਚ ਜਿਹੜੀ ਹੈਗੀ ਆ ਉਹ ਮਨੁੱਖਤਾਵਾਦੀ ਹੈਗੀ ਆ, ਤੇ ਇਹ ਬਹੁਤ ਖੁਸ਼ੀ ਦੀ ਗੱਲ ਆ। ਇਹ ਚੰਗੇ ਭਵਿੱਖ ਦੀ, ਚੰਗੇ ਦੇਸ਼ ਦੇ ਚੰਗੇ ਨਿਰਮਾਣ ਦੀ ਆਸ ਕਰਦੇ ਆ ਕਿ ਇੱਕ ਜਿਹੜਾ ਸਮਾਂ ਆ ਜੇ ਵਿੱਕੀ ਵਰਗੇ ਲੋਕ ਹੋਣਗੇ, ਕਿਉਂਕਿ ਮੈਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਸਟੂਡੈਂਟ ਯੂਨੀਅਨ ਆ ਉਹਦੇ ਵਿੱਚ ਬਹੁਤ ਨਵੇਂ ਜਿਹੜੇ ਸੁਲਝੇ ਹੋਏ ਬੱਚੇ ਆਏ ਆ, ਚਾਹੇ ਉਹ ਕੁੜੀਆਂ ਵੀ ਬਹੁਤ ਵੱਡੇ ਜਿਹੜੇ ਹੈਗੇ ਆ ਪੱਧਰ ਤੇ ਆਈਆਂ, ਚਾਹੇ ਉਹ ਅਮਨ ਹੋਵੇ, ਚਾਹੇ ਉਹ ਤੋਂ ਪਹਿਲਾਂ ਕਨੂਪ੍ਰਿਆ ਹੋਵੇ, ਜਾਂ ਹੋਰ ਵੀ ਕਿੰਨੀਆਂ ਯੂਨੀਵਰਸਿਟੀ ਦੇ ਵਿੱਚ JNU ਦੇ ਜਿਹੜੇ ਸਟੂਡੈਂਟ ਹੈਗੇ ਆ, ਉਹਨਾਂ ਨੇ ਸਮਝਿਆ ਵੀ ਸਾਡੇ ਸਮਾਜ ਵਿੱਚ ਹੋ ਕੀ ਰਿਹਾ, ਸਿਸਟਮ ਚੱਲ ਕਿੱਦਾਂ ਰਿਹਾ ਆ। ਔਰ ਜਦੋਂ ਇਹ ਸਟੂਡੈਂਟ ਸਮਝ ਜਾਣ ਕਿ ਸਿਸਟਮ ਚੱਲ ਕਿੱਦਾਂ ਰਿਹਾ, ਸਿਸਟਮ ਦੇ ਵਿੱਚ ਬੁਰਾਈਆਂ ਕੀ ਆ, ਤੇ ਉਦੋਂ ਜਿਹੜਾ ਹੈਗਾ ਆ ਉਹਨੂੰ ਠੀਕ ਕਰਨ ਲਈ ਲੜਨਾ, ਉਹਨੂੰ ਠੀਕ ਕਰਨ ਲਈ ਅੱਗੇ ਆਉਣਾ ਜਿਹੜਾ ਹੈਗਾ ਇਹ ਵੀ ਆ ਜਾਂਦਾ, ਤੇ ਲੋਕ ਵੀ ਜਿਹੜੇ ਸਾਡੇ ਆ ਉਹ ਜ਼ਰੂਰ ਸੁਣਨਗੇ। ਸਾਡੇ ਦੇਸ਼ ਦਾ ਭਵਿੱਖ ਆ, ਤੇ ਮੈਂ ਇਹਨਾਂ ਤੋਂ ਬਹੁਤ ਆਸ ਕਰਦੀ ਹਾਂ। ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਗੱਲਾਂ ਕਰ ਰਹੇ ਆ। ਤੁਹਾਡਾ ਵੀ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜਸਵੀਰ ਮੰਗੂਵਾਲ। ਪਰ ਸਾਡੇ ਕੁਝ ਲਿਸਨਰਸ ਇਸ ਵੇਲੇ ਸ਼ਾਮਿਲ ਹੋਏ ਨੇ। ਵਿੱਕੀ ਜੀ, ਤੁਹਾਡੀ ਇਜਾਜ਼ਤ ਦੇ ਨਾਲ ਮੈਂ ਉਹਨਾਂ ਨੂੰ ਸ਼ਾਮਿਲ ਕਰ ਲਵਾਂ ਜੀ? ਬਿਲਕੁਲ ਜੀ, ਬਿਲਕੁਲ। ਹਾਂਜੀ ਨਿਰਮਲ ਜੀ, ਕਾਫੀ ਦੇਰ ਤੋਂ ਤੁਸੀਂ ਹੋਲਡ ਤੇ ਹੈਗੇ, ਮਾਫੀ ਚਾਹੁੰਦੀ ਹਾਂ ਮੈਂ। ਹੈਲੋ। ਹਾਂਜੀ ਨਿਰਮਲ ਜੀ। ਵਿੱਕੀ, ਮੇਰੀ ਜਿੱਦਾਂ ਆਪਣੀ ਸੋਚਣੀ ਮੁਤਾਬਕ ਵਾ, ਪਿਛਲੇ ਸਾਰੇ ਜਿਹੜੇ ਨਾ ਬੱਚੇ ਆ, ਜਿਹੜੇ ਜਵਾਨ ਵਾ ਜਾਂ ਇੰਡੀਆ ਦੇ ਵਿੱਚ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਰਹਿ ਚੁੱਕਾ ਆਉਂਦਾ ਕਿੱਥੋਂ ਆ, ਕਿਉਂਕਿ ਫਿਰ ਥੋੜੀ ਜਿਹੀ ਨਾ ਧਰਤੀ ਨਾਲ ਪਿਆਰ ਬੰਦਿਆਂ ਨੂੰ ਹੋਊਗਾ। ਕਿਉਂਕਿ ਜਿਹੜਾ ਅਨਾਜ ਵਾ, ਪਾਣੀ ਆ, ਜਿਹੜੀ ਹਵਾ ਆ, ਉਹ ਹਰ ਇਨਸਾਨ ਨੂੰ ਲੋੜ ਆ, ਪਰ ਆਮ ਦੁਨੀਆ ਨੂੰ ਇਹ ਨਹੀਂ ਪਤਾ ਹੈਗਾ ਵੀ ਦੁੱਧ ਜਾਂ ਜਿਹੜੀਆਂ ਰੋਟੀਆਂ ਜਾਂ ਇਹ ਕਿੱਥੋਂ ਬਣ ਕੇ ਕਿੱਥੋਂ ਅਨਾਜ ਆਉਂਦਾ ਆ। ਤੇ ਦੂਸਰਾ ਮੈਨੂੰ ਹੈਗਾ ਵੀ ਇਹ ਵੀ ਹੋ ਸਕਦਾ ਵੀ ਜੇ ਜਾਤ ਪਿੱਛੇ ਨਹੀਂ ਨੌਕਰੀ ਹੋਣੀ ਚਾਹੀਦੀ, ਨੌਕਰੀ ਮਿਲਣੀ ਚਾਹੀਦੀ ਆ ਵੀ ਜਿਹੜੀ ਉਹ ਨੌਕਰੀ ਇਨਸਾਨ ਕਰਨ ਯੋਗ ਹੋਵੇ। ਕਿਉਂਕਿ ਜਿਹੜਾ ਇੱਕ ਬਾਹਮਣ ਪਰਿਵਾਰ ਵਾ ਉਹ ਵੀ ਜਿੱਦਾਂ ਰੋਟੀ ਢਿੱਡ ਭਰ ਕੇ ਰੋਟੀ ਖਾ ਕੇ ਢਿੱਡ ਨਹੀਂ ਭਰ ਸਕਦਾ, ਉਹ ਗਰੀਬ ਆ। ਤੇ ਦੂਜੇ ਪਾਸੇ ਜਿਹੜੀ ਹੈਗੇ ਜਿਹੜੇ ਲੋ ਜਾਤ ਕਹਿ ਦਿੰਦੇ ਹੈਗੇ ਆ, ਉਹ ਇੱਕ ਹੈਗਾ ਡਾਕਟਰ ਹੈਗਾ ਆ। ਇਸ ਕਰਕੇ ਮੈਨੂੰ ਹੈਗਾ ਵੀ ਜਿੱਦਾਂ ਉਹਨਾਂ ਦੀ ਜਿਹੜੀ ਹੈਗੀ ਆ ਨੌਲੇਜ ਤੇ ਜਾਂ ਉਹ ਨੌਕਰੀ ਉਹ ਕਰ ਸਕਦੇ ਆ, ਉਹਨਾਂ ਨੂੰ ਹੋਣੀ ਚਾਹੀਦੀ ਆ। ਥੈਂਕ ਯੂ ਨਿਰਮਲ ਜੀ। ਮੈਂ ਬੇਨਤੀ ਕਰਦੀ ਹਾਂ ਸਾਰੇ ਲਿਸਨਰਸ ਨੂੰ ਕਿ ਆਪਣੀ ਕਾਲ ਪਲੀਜ਼ ਛੋਟੀ ਰੱਖਿਓ। ਥੈਂਕ ਯੂ ਸੋ ਮਚ ਨਿਰਮਲ ਜੀ। ਥੈਂਕ ਯੂ। ਹਾਂਜੀ, ਥੈਂਕ ਯੂ, ਸੌਰੀ ਬਹੁਤ। ਹਾਂਜੀ ਵਿੱਕੀ, ਕੋਈ ਕਮੈਂਟ ਤੁਹਾਡਾ? ਹਾਂ ਬਿਲਕੁਲ, ਇਹ ਜ਼ਰੂਰੀ ਸਵਾਲ ਵੀ ਹੈ। ਇਹਨਾਂ ਦਾ ਜਿਹੜਾ ਮਸਲਾ ਹੈ ਕਿ ਰਿਜ਼ਰਵੇਸ਼ਨ ਬਾਰੇ ਜਿਹੜੀ ਪਾਲਿਸੀ ਹੋਣੀ ਚਾਹੀਦੀ ਹੈ। ਦੇਖੋ, ਜੇ ਖਾਣ ਵਾਲੇ 10 ਹੋਣ ਤੇ ਰੋਟੀਆਂ 2 ਹੋਣ ਤੇ ਫਿਰ ਲੜਾਈ ਹੁੰਦੀ ਆ। ਫਿਰ ਮੈਂ ਚਾਹੂੰਗਾ ਵੀ ਮੈਨੂੰ ਰਿਜ਼ਰਵੇਸ਼ਨ ਮਿਲ ਜੇ ਤੇ ਸ਼ਾਇਦ ਮੈਨੂੰ ਉਹਦੇ 'ਚ 2 ਬੁਰਕੀਆਂ ਮਿਲ ਜਾਣ। ਕੋਈ ਹੋਰ ਵੀ ਚਾਹ ਸਕਦਾ, ਉਹਦੇ 'ਚ ਕੋਈ ਉੱਚੀ ਨੀਵੀਂ ਜਾਤ ਵਾਲਾ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਸੋ ਰਿਜ਼ਰਵੇਸ਼ਨ ਦਾ ਜਿਹੜਾ ਮਾਮਲਾ, ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਾਰਿਆਂ ਲਈ ਕਿਉਂ ਨਹੀਂ ਤੁਸੀਂ ਰਿਜ਼ਰਵੇਸ਼ਨ, ਕੁਝ ਸੀਟਾਂ ਰਾਖਵੀਆਂ ਐਜੂਕੇਸ਼ਨ 'ਚ ਇਸ ਕਰਕੇ ਰੱਖੀਆਂ ਜਾਂਦੀਆਂ ਨਾ ਤਾਂ ਕਿ ਸਰਕਾਰੀ ਕਾਲਜ ਦੀ ਸੀਟ ਕਿਸੇ ਬੰਦੇ ਦੇ ਲੇਖੇ ਲੱਗ ਜੇ। ਸਾਰਿਆਂ ਨੂੰ ਸਰਕਾਰੀ ਐਜੂਕੇਸ਼ਨ ਕਿਉਂ ਨਹੀਂ? ਰੁਜ਼ਗਾਰ ਦੇ ਵਿੱਚ ਵੀ ਤੁਸੀਂ 1000 ਪੋਸਟ ਕੱਢਦੇ ਹੋ, ਮਤਲਬ ਪੰਜਾਬ ਦੀ ਸਰਕਾਰ 1000 ਕੋਈ ਪੋਸਟ ਕੱਢੇ, ਉਹਦੇ 'ਚੋਂ ਵੀ 20 ਅਸੀਂ ਇਹਨਾਂ ਲਈ ਰੱਖੀਆਂ ਹੋਈਆਂ। ਉਹ ਰਿਜ਼ਰਵੇਸ਼ਨ ਦਾ ਸਿਸਟਮ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਸੀ
ਤੇ 10 ਸਾਲਾਂ ਦੇ ਵਿੱਚ ਰਿਜ਼ਰਵੇਸ਼ਨ ਦਾ ਸਿਸਟਮ ਖਤਮ ਕੀਤਾ ਜਾਊਗਾ ਤਾਂ ਕਿ ਉਹਨਾਂ ਲੋਕਾਂ ਨੂੰ ਬਰਾਬਰ ਲੈ ਆਂਦਾ ਜਾਵੇ। ਪਰ ਦੇਸ਼ ਦੀ ਸਰਕਾਰ ਨੇ ਕੀਤਾ, ਲਗਾਤਾਰ ਉਹਨਾਂ ਲੋਕਾਂ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਵਰਤੀ ਤਾਂ ਗਏ ਪਰ ਲੋਕਾਂ ਨੂੰ ਅਪਲਿਫਟ ਨਹੀਂ ਕੀਤਾ। ਇਸੇ ਕਰਕੇ ਅੱਜ ਇਹ ਰਿਜ਼ਰਵੇਸ਼ਨ ਏਦਾਂ ਲੱਗਦੀ ਆ ਵੀ ਜੀ ਕੋਈ ਵੀ ਜਿਹੜੇ ਦੂਜੇ ਜਰਨਲ ਕੈਟੇਗਰੀ ਦੀ ਆ, ਚਾਹੇ ਉਹ ਕਿਸੇ ਵੀ ਉਹਦੇ ਚ ਵੱਖਰੀ ਜਾਤ ਦੇ ਲੋਕ ਹੋਣ, ਉਹ ਕਹਿੰਦੇ ਵੀ ਸਾਡਾ ਵੀ ਗਰੀਬੀ ਨਾਲ ਬੁਰਾ ਹਾਲ ਆ, ਅਸੀਂ ਕੀ ਕਰੀਏ। ਸੋ ਇਹ ਨਹੀਂ ਵੀ ਉਹ ਰਿਜ਼ਰਵੇਸ਼ਨ ਖੋ ਕੇ ਸਾਨੂੰ ਮਿਲ ਜੇ, ਮਾਮਲਾ ਇਹ ਹੈ ਕਿ ਸਾਰਿਆਂ ਲਈ ਨੌਕਰੀ ਦਾ ਪ੍ਰਬੰਧ ਹੋਵੇ, ਉਹਦੇ ਚ ਜਿਹੜੇ ਜ਼ਿਆਦਾ ਪਛੜੇ ਕੈਟੇਗਰੀਆਂ ਉਹਨਾਂ ਨੂੰ ਰਿਜ਼ਰਵੇਸ਼ਨ ਵੀ ਦਿੱਤੀ ਜਾ ਸਕਦੀ ਆ, ਪਰ ਪ੍ਰਬੰਧ ਸਾਰਿਆਂ ਲਈ ਹੋਣਾ ਚਾਹੀਦਾ। ਐਜੂਕੇਸ਼ਨ ਸਾਰਿਆਂ ਲਈ ਹੋਵੇ, ਇੰਪਲਾਇਮੈਂਟ ਸਾਰਿਆਂ ਲਈ ਹੋਵੇ, ਇਸ ਤੋਂ ਬਿਨਾਂ ਦਾ ਕੋਈ ਹੱਲ ਨਹੀਂ। ਅਗਲੇ ਸਾਡੇ ਲਿਸਨਰ ਨੇ ਅਮਰਜੀਤ ਸੰਧੂ ਜੀ। ਹਾਂਜੀ ਵਿਜੋਤ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਮਹਿਮਾਨ ਨੂੰ ਬਹੁਤ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹਨਾਂ ਦੀ ਸੋਚ ਹੈ, ਜਿਸ ਤਰੀਕੇ ਦੇ ਨਾਲ ਇਹ ਗੱਲ ਕਰ ਰਿਹਾ, ਮੈਨੂੰ ਬਹੁਤ ਚੰਗਾ ਲੱਗਾ। ਚੜ੍ਹਦੀ ਕਲਾ ਦੇ ਵਿੱਚ ਨੇ, ਸੋ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੂੰ ਰਹਿਣਾ ਚਾਹੀਦਾ। ਇੱਕ ਗੱਲ ਮੈਂ ਪਿੱਛੇ ਜੇ ਹੋ ਗਏ ਕਈ ਸਾਲ, 4-5 ਸਾਲ ਤੋਂ ਮੈਂ ਇੰਡੀਆ ਰਹਿ ਕੇ ਥੋੜਾ ਜਿਹਾ ਮੈਂ ਦੇਖਦਾ ਸੀਗਾ ਵੀ ਗੱਡੀਆਂ ਦੇ ਪਿੱਛੇ ਲਿਖਿਆ ਹੋਇਆ ਸੀਗਾ ਵੀ ਭਗਤ ਸਿੰਘ ਦੀ ਫੋਟੋ ਲਾ ਕੇ ਲਿਖਿਆ ਹੁੰਦਾ ਸੀਗਾ ਵੀ ਮੈਨੂੰ ਫਿਰ ਦੁਬਾਰੇ ਆਉਣਾ ਪਊ। ਮੈਂ ਉਸ ਗੱਲ ਦੇ ਉੱਤੇ ਮੈਂ ਉਹ ਠੀਕ ਨਹੀਂ ਸਮਝਦਾ। ਉੱਥੇ ਲਿਖਿਆ ਇਹ ਹੋਣਾ ਚਾਹੀਦਾ ਵੀ ਜਿਹੜੀ ਇਹ ਗੱਲ ਕਰ ਰਹੇ ਨੇ, ਇਹਨਾਂ ਦੀ ਜਿਹੜੀ ਸੋਚ ਆ, ਜਿਹੜੀ ਭਗਤ ਸਿੰਘ ਦੀ ਫੋਟੋ ਤਾਂ ਭਾਵੇਂ ਹੋਵੇ, ਪਰ ਗੱਲ ਇਹ ਹੋਣੀ ਆ ਵੀ ਸਾਨੂੰ ਉਹਨਾਂ ਦੀ ਸੋਚ ਲੈ ਕੇ ਆਉਣੀ ਚਾਹੀਦੀ ਆ ਕਿ ਸਾਡੇ ਵਿੱਚ ਵੀ ਹੋ ਸਕਦੀ ਆ। ਸੋ ਮੈਂ ਇਹ ਕਹਾਂਗਾ ਕਿ ਇਹਨਾਂ ਨੂੰ ਇੱਕ ਤਾਂ ਇਹ ਸਵਾਲ ਹੈ ਮੇਰਾ ਕਿ ਵੀ ਇਹ ਦੱਸਣ ਕਿ ਜਿਹੜਾ ਇਹਨਾਂ ਦਾ ਮੈਂਬਰ ਹੈ ਕਿੰਨਾ ਬਣ ਚੁੱਕਿਆ ਵਾ, ਕਿੰਨਾ ਹੈਗਾ, ਕਿੰਨਾ ਤੇ ਦੂਸਰਾ ਇਹ ਕਿ ਆਪਣਾ ਫੋਨ ਦੇਣ। ਤੇ ਤੀਜੀ ਗੱਲ ਇਹ ਮੈਂ ਇਹਨਾਂ ਨੂੰ ਕਹਾਂਗਾ ਵੀ ਜੇ ਕੋਈ ਮੇਰੇ ਵਰਗਾ ਕੋਈ ਗੱਲ ਜਿਹੜੀ ਹੈ ਢਹਿੰਦੀ ਕਲਾ ਵੱਲ ਕਰਦਾ ਵਾ ਤੇ ਉਹਦੀ ਪਰਵਾਹ ਨਾ ਕਰਨ, ਇਹ ਚੜ੍ਹਦੀ ਕਲਾ ਵਿੱਚ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਕੰਮ ਕਰਦੇ ਰਹਿਣ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਕੰਮ ਮਿਲੇ ਤੇ ਉਹ ਉੱਪਰ ਜਾਣ ਤੇ ਉਹ ਦੇਸ਼ ਦਾ ਕੁਛ ਨਾ ਕੁਛ ਸਵਾਰਨ। ਥੈਂਕ ਯੂ, ਇੰਨਾ ਕਹਿਣਾ ਚਾਹੁੰਦਾ ਜੀ। ਥੈਂਕ ਯੂ। ਫੋਨ ਨੰਬਰ ਜ਼ਰੂਰ ਦੇਣ ਪਲੀਜ਼। ਓਕੇ, ਹਾਂਜੀ ਵਿੱਕੀ, ਇੱਕ ਤਾਂ ਇਹਨਾਂ ਨੇ ਪੁੱਛਿਆ ਕਿ ਤੁਹਾਡੇ ਮੈਂਬਰ ਕਿੰਨੇ ਨੇ ਤੇ ਦੂਸਰਾ ਕਨੈਕਟ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਇਹ। ਜੀ ਜੀ ਬਿਲਕੁਲ, ਕੰਟੈਕਟ ਤਾਂ ਇਹ ਹੈ ਜੀ ਨਵਜੋਤ ਜੀ, ਜਿਨ੍ਹਾਂ ਨੇ ਮੈਨੂੰ ਮੈਂ ਇਹਨਾਂ ਨੂੰ ਵੈਸੇ ਦੀਦੀ ਕਹਿ ਕੇ ਬੁਲਾਉਣਾ ਹੁੰਦਾ। ਇਹ ਸਾਡੇ ਭੈਣ ਨੇ, ਸਾਨੂੰ ਮਾਣ ਆ ਕਿ ਪੰਜਾਬ ਦੀ ਧਰਤੀ ਤੋਂ ਉੱਠ ਕੇ ਇਹਨਾਂ ਨੇ ਇੰਨਾ ਨਾਮ ਕਮਾਇਆ ਤੇ ਇਸ ਫੀਲਡ 'ਚ ਲਗਾਤਾਰ ਕੰਮ ਕਰ ਰਿਹਾ। ਤੁਸੀਂ ਇਹਨਾਂ ਦੇ ਰਾਹੀਂ ਨੰਬਰ ਜਿਹੜਾ ਤੁਹਾਨੂੰ ਮਿਲ ਸਕਦਾ। ਇਸ ਜਥੇਬੰਦੀ ਦੀ ਪੂਰੇ ਦੇਸ਼ ਦੇ ਵਿੱਚ ਮੈਂਬਰਸ਼ਿਪ ਆ ਜਿਹੜੀ 19 ਲੱਖ ਮੈਂਬਰਸ਼ਿਪ ਆ ਜੀ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ। ਲਗਾਤਾਰ ਅਸੀਂ ਇਹਨੂੰ ਵਧਾਉਣ ਦੇ ਲਈ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਹਾਂ। ਹੁਣ ਤਾਂ ਮਸਲਾ ਇਹ ਹੋਇਆ ਕਿ ਸਕੂਲ ਕਾਲਜ ਬੰਦ ਨੇ ਤੇ ਉਹਨਾਂ ਨੂੰ ਖਲਵਾਉਣ ਦੇ ਲਈ ਲੜਾਈ ਲੜਨੀ ਪੈ ਰਹੀ ਆ। ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਪਹਿਲੀ ਯੂਨੀਵਰਸਿਟੀ ਹੈ ਇਸ ਦੇਸ਼ ਦੀ ਜਿਹੜੀ ਵਿਦਿਆਰਥੀਆਂ ਨੇ ਲੜ ਕੇ ਖਲਵਾਈ। ਇਸ ਕਰਕੇ ਲਗਾਤਾਰ ਅਸੀਂ ਵਿਦਿਆਰਥੀਆਂ 'ਚ ਜਾ ਰਹੇ ਹਾਂ। ਦੂਜੀ ਗੱਲ ਜਿਹੜੀ ਢਹਿੰਦੀ ਕਲਾ ਦੀ ਗੱਲ ਆ, ਮੈਨੂੰ ਲੱਗਦਾ ਜਦੋਂ ਅਸੀਂ ਆਪਦੇ ਇਤਿਹਾਸ ਤੋਂ ਵਾਕਫ ਨਹੀਂ ਹੁੰਦੇ ਤੇ ਫਿਰ ਕਿਤੇ ਨਾ ਕਿਤੇ ਲੋਕ ਢਹਿੰਦੀ ਕਲਾ 'ਚ ਚਲੇ ਜਾਂਦੇ ਆ। ਅਸੀਂ ਉਸ ਧਰਤੀ ਤੋਂ ਆਉਂਦੇ ਹਾਂ ਜਿੱਥੇ ਕੂਕਿਆਂ ਦੇ ਮਤਲਬ ਅੰਦੋਲਨ 'ਚ 9 ਸਾਲ ਦਾ ਬੱਚਾ ਕਿਸ਼ਨ ਸਿੰਘ ਜਿਹੜਾ ਕੂਕਾ ਅੰਦੋਲਨ 'ਚ ਸ਼ਾਮਲ ਆ, ਉਹ ਉਸ ਵੇਲੇ ਮਤਲਬ DC ਨੇ ਇਹ ਕਹਿਤਾ ਜੀ ਚਲੋ ਕਿਉਂਕਿ ਰਹਿਮ ਦੀਆਂ ਅਪੀਲਾਂ ਹੋ ਰਹੀਆਂ ਤੇ ਕਿਸੇ ਤਰੀਕੇ ਨਾਲ ਛੱਡ ਦਿਓ, ਤੇ ਉਹ ਕਹਿੰਦੇ ਆ ਜੀ ਇਹਨੂੰ ਬਖਸ਼ ਦਿੱਤਾ ਜਾਵੇ ਕਿਉਂਕਿ ਇਹ ਬੱਚਾ, ਕਿਉਂਕਿ ਇਹਦੀ ਜਿਹੜੀ ਛਾਤੀ ਆ ਉਹ ਤੋਪ ਨਾਲੀ ਦੇ ਬਰਾਬਰ ਨਹੀਂ ਆਉਂਦੀ, ਉਹ ਨੀਵੀਂ ਰਹਿ ਜਾਂਦੀ ਆ। ਤੇ ਉਹਨੇ ਕੀ ਕੀਤਾ, ਆਸੇ ਪਾਸੇ ਢੀਮਾਂ ਇੱਟਾਂ ਪੱਥਰ ਇਕੱਠੇ ਕਰਕੇ ਉਹਨੇ ਇੱਕ ਢੇਰੀ ਲਾ ਲਈ ਤੇ ਉਹ ਢੇਰੀ ਤੇ ਖੜ ਗਿਆ ਤੇ ਉਹਨੇ ਆਪਦੀ ਛਾਤੀ ਆ ਜਿਹੜੀ ਤੋਪ ਦੇ ਨਾਲੀ ਦੇ ਜਮਾ ਬਰਾਬਰ ਕਰਕੇ ਕਿਹਾ ਵੀ ਹੁਣ ਚਲਾਓ ਗੋਲਾ, ਕੂਕੇ ਕਦੇ ਡਰਨਾ ਜਾਂ ਝੁਕਣਾ ਨਹੀਂ ਜਾਣਦੇ। ਸੋ ਪੰਜਾਬ ਦੀ ਧਰਤੀ 'ਚ ਭਗਤ ਉਹ ਧਰਤੀ 'ਚ ਝੁਕਣ ਦਾ ਕੋਈ ਸਵਾਲ ਨਹੀਂ। ਚੜ੍ਹਦੀ ਕਲਾ 'ਚ ਤੇ ਚੜ੍ਹਦੀ ਕਲਾ 'ਚ ਰਵਾਂਗੇ। ਅਗਲੇ ਲਿਸਨਰ ਨੇ ਸਾਡੇ ਧਾਲੀਵਾਲ ਜੀ। ਹੈਲੋ, ਸਤਿ ਸ੍ਰੀ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਮੈਂ ਟਾਈਮ ਤੇ ਨਹੀਂ ਖਰਾਬ ਕਰਦਾ, ਪਰ ਛੇਤੀ ਆਪਾਂ ਇਹ ਪੀੜਾਂ ਦੇ ਪਰਾਗੇ ਅੰਗ ਕੱਢ ਦਿੰਦੇ ਆ। ਇਸ ਹੀ ਕੰਟਰੀ ਦੇ ਵਿੱਚ ਮਨਮੋਹਨ ਸਿੰਘ ਸੀ ਤਾਂ ਕੰਟਰੀ ਕਿੱਥੇ ਚਲ ਗਈ ਸੀ ਤੇ ਇਸ ਕੰਟਰੀ ਨੂੰ ਉਸ ਇਨਸਾਨ ਨੇ ਕਿੱਥੇ ਲੈ ਆਂਦਾ ਸੀ। ਤਾਂ ਇੱਕ ਉਸ ਧਰਤੀ ਦਾ ਇਨਸਾਨ। ਇੱਥੇ ਦੇਖ ਲਓ ਮੋਦੀ ਸਾਹਿਬ ਔਰ ਜਨਤਾ ਕਿੰਨੀ ਮਰ ਰਹੀ ਆ। ਇੱਕ ਆਪਣੇ ਲਈ ਨਹੀਂ, ਉਹ ਪਰਸਨਲੀ ਆਪਣੇ ਲਈ ਨਹੀਂ ਕਰ ਰਹੇ। ਜਿੰਨੇ ਵੀ ਕਿਸਾਨ ਜਿੰਨੇ ਵੀ ਕੰਮ ਕਰਨ ਉਹਨਾਂ ਲਈ ਕਰਦੇ। ਦੇਖੋ ਬੰਦਾ ਮੰਨਦਾ ਨਹੀਂ। ਔਰ ਇਹ ਹੁੰਦੀ ਆ ਮਨ ਦੀ ਮੱਤ, ਗੁਰੂ ਦੀ ਮੱਤ। ਜਿਹੜੀ ਮਨ ਦੀ ਮੱਤ ਹੁੰਦੀ ਆ ਇਹ ਬਦਲਦੀ ਰਹਿੰਦੀ ਆ। ਇੱਕੋ ਹੀ ਗੁਰੂ, ਇੱਕੋ ਹੀ ਸ਼ਬਦ, ਇੱਕੋ ਹੀ ਮੱਤ। ਧਾਲੀਵਾਲ ਜੀ, ਵਿੱਕੀ ਨੂੰ ਕੁਝ ਪੁੱਛਣਾ ਤੁਸੀਂ? ਵਿੱਕੀ ਨਾਲ ਗੱਲ ਕਰਨੀ ਕੋਈ? ਤੇ ਮੈਂ ਇਹਨਾਂ ਨੂੰ ਇਹ ਕਹਿ ਦੇਣਾ ਜੀ ਵੀ
ਅਖਿਆਈਆਂ ਸੁਹਿਆਈਆਂ ਹਨੇਰੀਆਂ ਝੱਖੜ ਆਉਂਦੇ ਆ, ਆਪਣਾ ਮਨ ਪੱਕਾ ਰੱਖਣ, ਇਸ ਜਿਹੜੀ ਚੱਕਿਆ ਪਾਨਾਂ ਦਾ ਬੀੜਾ ਇਹਨੂੰ ਧੁਰ ਲਾਉਣ। ਕੋਈ ਹੈਲਪ ਦੀ ਲੋੜ ਹੋਈ ਤਾਂ ਜੇ ਸਾਥ 'ਚ ਹੈਗੇ ਬਾਅਦ ਝਾੜ ਕੇ ਇਹਨਾਂ ਦੀ ਹੈਲਪ ਵੀ ਕਰਾਂਗੇ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਵਿੱਕੀ ਜੀ ਸ਼ੁਕਰੀਆ ਤੁਹਾਡੇ ਇਹਨਾਂ ਲਫ਼ਜ਼ਾਂ ਦੇ ਲਈ। ਸਾਡੇ ਮਾਪਿਆਂ ਦੇ, ਸਾਡੇ ਵੱਡੇ ਭੈਣਾਂ ਭਰਾਵਾਂ ਦੇ ਜਿਹੜੇ ਅਲਫਾਜ਼ ਆ ਉਹ ਸਾਨੂੰ ਕਹਿ ਲਓ ਇਸ ਮੈਦਾਨ ਦੇ ਵਿੱਚ ਚੱਲਦਾ ਰੱਖਣ ਦੇ ਵਿੱਚ ਬਹੁਤ ਮਦਦਗਾਰ ਹੁੰਦੇ। ਸਾਨੂੰ ਪੂਰਾ ਯਕੀਨ ਆ ਕਿ ਜਿਹੜੇ ਲੋਕ ਅੱਜ ਬਦਲ ਦੇ ਲਈ ਲੜ ਰਹੇ ਆ ਉਹ ਸਾਰੇ ਜਾਣੇ ਇੱਕ ਨੇ, ਉਹ ਭਾਵੇਂ ਕੈਨੇਡਾ ਦੀ ਧਰਤੀ ਤੇ ਬੈਠੇ ਆ, ਭਾਵੇਂ ਉਹ ਹਿੰਦੁਸਤਾਨ ਦੇ ਵਿੱਚ ਨੇ। ਤੁਹਾਡਾ ਸਾਥ, ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ ਇਸ ਅੰਦੋਲਨ ਦੇ ਲਈ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਪਹਿਲਾਂ ਸਮਿਆਂ ਦੇ ਵਿੱਚ ਅੰਦੋਲਨਾਂ ਨੂੰ ਪਿਆ। ਅਸੀਂ ਚੜ੍ਹਦੀ ਕਲਾ 'ਚ, ਤੁਹਾਡਾ ਪਿਆਰ ਸਤਿਕਾਰ ਬਣਿਆ ਰਵੇ, ਲਗਾਤਾਰ ਲੜਾਈ ਜਾਰੀ ਰੱਖਾਂਗੇ। ਹਰਦਿਆਲ ਨਾਗਰਾ ਜੀ ਨੈਕਸਟ ਸਾਡੇ ਲਿਸਨਰ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਤੁਹਾਡੇ ਮਹਿਮਾਨ ਨੂੰ ਪਿਆਰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਨਕਲਾਬ ਜਿੰਦਾਬਾਦ ਹੈ ਕੋਈ ਲਾਉਂਦਾ ਹਿੰਦੁਸਤਾਨ ਕੋਈ ਇੱਦਾਂ ਦਾ? ਬਿਲਕੁਲ ਬਿਲਕੁਲ, ਇਨਕਲਾਬ ਜਿੰਦਾਬਾਦ ਹੀ ਕਹਿੰਦੇ ਆ ਵਿੱਕੀ ਹੁਣੀ। ਕਹਿੰਦੇ ਤਾਂ ਫਿਰ ਕਿਹੜੇ ਹੈਗੇ ਮਜ਼ਦੂਰ ਉਹ ਕਿਉਂ ਨਹੀਂ ਨਾਲ ਰਲਦੇ? ਕਿਸਾਨੇ ਸਿਰਫ ਕਿਸਾਨੇ ਲੜਦੇ, ਕੀ ਗੱਲ ਮਜ਼ਦੂਰ ਉਹ ਗੁਲਾਮ ਹੋ ਚੁੱਕੇ ਉਹਨਾਂ ਦੇ ਸਮਾਜ ਦੇ। 80% ਗਰੀਬ ਹੈ ਬੰਦੇ ਹਿੰਦੁਸਤਾਨ 'ਚ, 20% ਹੈ ਲਾਲੇ ਏਦਾਂ ਦੇ ਮੋਦੀ ਵਰਗੇ, 20% ਸਾਨੂੰ ਆਫਿਸ ਲੜਾਈ ਜਾਂਦੇ ਆ ਪੈਸੇ ਦੇ ਕੇ, ਪੈਸੇ ਖੇਲਦੇ ਆ। ਉਹ ਸਾਡੇ ਭਰਾ ਸਾਨੂੰ ਮਾਰਦੇ ਆ। ਹਰਦਿਆਲ ਜੀ, ਸਾਡੇ ਨਾਲ ਮਾਰਿਆ ਸਾਨੂੰ। ਹਰਦਿਆਲ ਜੀ, ਇਹ ਤਾਂ ਲੱਗੇ ਹੋਏ ਆ, ਇਹ ਤਾਂ ਤੁਹਾਨੂੰ ਦੱਸ ਰਹੇ ਆ ਕਿ ਇਹ ਤਾਂ ਲੱਗੇ ਹੋਏ ਆ। ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਸਪੋਰਟ ਦਿੰਦੇ ਹੋ ਜਾਂ ਤੁਸੀਂ ਕੋਈ ਸਵਾਲ ਪੁੱਛਦੇ ਹੋ ਇਹਨਾਂ ਨੂੰ? ਇਹਨੂੰ ਮੈਂ ਕਹਿੰਦਾ ਬਈ ਆਪਣਾ ਲਾਭ ਥੋੜਾ ਲਿਆਓ, ਦਾਤੀ ਥੋੜਾ। ਕਾਂਗਰਸ ਨੂੰ ਛੱਡੋ, ਕਾਮਰੇਡਾਂ ਨੂੰ ਲਿਆਓ ਮੋਹਰੇ। ਕਾਮਰੇਡ ਲੜਦੇ ਹੁੰਦੇ ਆ ਇਨਕਲਾਬ ਜਿੰਦਾਬਾਦ, ਉਹ ਕਹਿੰਦੇ ਹੁੰਦੇ ਉਹ ਮੋਹ ਬੰਬੜਦੇ ਆ। ਆਹ ਕਾਂਗਰਸੀ ਇਹ ਤਾਂ ਝੋਈ ਚੁੱਕਿਆ ਅੰਗਰੇਜ਼ਾਂ ਦੇ ਪੱਠੂ ਆਏ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਵਿੱਕੀ ਕੀ ਕਹੋਗੇ ਕੁਇਕਲੀ, ਆਪਣੇ ਕੋਲ ਸਮਾਂ ਥੋੜਾ? ਹਾਂਜੀ। ਨਾਗਰਾ ਸਾਹਿਬ ਦੀ ਗੱਲ, ਮੈਂ ਨਾਗਰਾ ਸਾਹਿਬ ਦੀ ਗੱਲ ਨੂੰ ਭਾਵੁਕਤਾ ਤੋਂ ਉੱਪਰ ਉੱਠ ਕੇ ਜੇ ਲਵਾਂ ਤੇ ਉਹਨਾਂ ਦੀ ਗੱਲ ਬਿਲਕੁਲ ਵਾਜਬ ਆ ਕਿ ਜਦੋਂ ਭਗਤ ਸਿੰਘ ਨਾਅਰਾ ਲਾਉਂਦਾ ਕਿ ਇਨਕਲਾਬ ਜਿੰਦਾਬਾਦ, ਉਹ ਬਰਾਬਰ ਨਾਅਰਾ ਲਾਉਂਦਾ ਸਾਮਰਾਜਵਾਦ ਮੁਰਦਾਬਾਦ। ਇਸ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਜਿਹੜਾ ਫਾਈਨਾਂਸ ਕੈਪੀਟਲ ਦਾ ਜਿਹੜੀ ਜਕੜ ਆ, ਤੁਸੀਂ ਵਿਦੇਸ਼ਾਂ 'ਚ ਬੈਠੇ ਵੀ ਦੇਖੋਗੇ ਕਿ ਇੱਕ ਬੰਦਾ 10-10 ਕਿਸ਼ਤਾਂ ਭਰ ਰਿਹਾ, ਘਰ ਦੀ ਕਿਸ਼ਤ ਆ, ਗੱਡੀ ਦੀ ਕਿਸ਼ਤ ਆ, ਬੱਚੇ ਦੀ ਪੜ੍ਹਾਈ ਦੀ ਕਿਸ਼ਤ ਆ। ਇਹ ਪੈਸਾ ਜਿਹੜਾ ਲੋਕ ਕਮਾਈ ਕਰਦੇ ਆ ਤੇ ਸਾਰੀ ਉਮਰ ਕਿਸੇ ਨੂੰ ਕਰਜ਼ਾ ਲਾ ਰਹੇ ਆ, ਉਹ ਕਿਹੜੀ ਤਾਕਤ ਆ ਜਿਹਨੂੰ ਅਸੀਂ ਕਮਾ ਕੇ ਦੇਈ ਜਾਂਦੇ ਹਾਂ? ਸੋ ਜਿਹੜੀ ਫਾਈਨਾਂਸ ਕੈਪੀਟਲ ਆ ਜਿਹਦਾ ਅੱਜ ਗਲਬਾ ਪਿੰਡਾਂ ਤੱਕ ਚਲਿਆ ਗਿਆ, ਉਹ ਕੈਪੀਟਲ ਲੋਕਾਂ ਦੇ ਹਿੱਸੇ 'ਚ ਤਾਂ ਹੀ ਆ ਸਕਦੀ ਹੈ ਜੇ ਮਜ਼ਦੂਰਾਂ ਕਿਸਾਨਾਂ ਦੀ ਸਰਕਾਰ ਤੇ ਉਹਨਾਂ ਦਾ ਰਾਜ ਹੋਵੇ। ਉਹਨਾਂ ਨੇ ਬਹੁਤ ਸਿੱਧੇ ਤਰੀਕੇ ਨਾਲ ਕਹਿਤਾ ਕਿ ਦਾਤੀ ਥੋੜਾ, ਕਿਉਂਕਿ ਦੁਨੀਆ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਸਿੰਬਲ ਆ, ਲੋਕ ਉਹਦੇ ਤੋਂ ਉਮੀਦ ਕਰਦੇ, ਲਗਾਤਾਰ ਲੋਕ ਲੜਦੇ। ਜੇ ਕੇਰਲਾ ਦੀ ਮੈਂ ਉਦਾਹਰਨ ਦਿੱਤੀ, ਉੱਥੇ ਵੀ ਦਾਤੀ ਥੋੜੇ ਦੀ ਪਾਰਟੀਆਂ ਵਾਲੀ ਸਰਕਾਰ ਹੋਣ ਕਰਕੇ ਅੱਜ ਕੋਈ ਆਸ ਦੀ ਕਿਰਨ ਹੈ। ਜੇ ਅੱਜ ਕਿਊਬਾ ਦੇ ਵਿੱਚ ਦੇਖ ਲਓ, ਜੇ ਕਿਊਬਾ ਪੂਰੀ ਦੁਨੀਆ ਦੇ ਵਿੱਚ ਆਪਦੇ ਹੈਲਥ ਮਾਡਲ ਕਰਕੇ, ਐਜੂਕੇਸ਼ਨ ਕਰਕੇ ਜਾਣਿਆ ਜਾਂਦਾ, ਇਟਸ ਜਸਟ ਬਿਕੋਜ਼ ਆਫ ਦੇਅਰ ਸੋਸ਼ਲਿਸਟ ਇਕੁਏਸ਼ਨ, ਜਿਹਦੇ 'ਚ ਦਾਤੀ ਥੋੜੇ ਵਾਲੀਆਂ ਪਾਰਟੀਆਂ ਦਾ ਰਾਜ ਆ, ਜਿਹਦੇ ਕਰਕੇ ਉਹ ਅੱਗੇ ਵਧਿਆ। ਸੋ ਕਿਸੇ ਵੀ ਤਰੀਕੇ ਨਾਲ ਹੋਵੇ, ਪਰ ਕਾਮਰੇਡ ਕਹਿ ਕੇ ਕਹਿ ਲਓ ਜਾਂ ਉਹਨਾਂ ਨੂੰ ਤੁਸੀਂ ਕਮਿਊਨਿਸਟ ਕਹਿ ਕੇ ਕਹਿ ਲਓ, ਜਿੱਥੇ ਵੀ ਲੋਕ ਨਵੀਂ ਸੋਚ ਵਾਲੇ ਉੱਭਰਨਗੇ ਉੱਥੇ ਲੋਕਾਂ ਦੀ ਹਾਲਤ ਚੰਗੀ ਹੋਏਗੀ। ਤੇ ਹਿੰਦੁਸਤਾਨ ਦੇ ਵਿੱਚ ਵੀ ਲੋਕ ਇਸ ਗੱਲ ਨੂੰ ਜਲਦੀ ਸਮਝਣ। ਸਮਾਂ ਬਹੁਤ ਥੋੜਾ ਮੇਰੇ ਕੋਲ, ਮੈਂ ਸਿਰਫ ਇੱਕ ਕਾਲਰ ਹੋਰ ਲੈ ਸਕਦੀ ਹਾਂ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਜੀ ਬਸ ਇਹ ਵਿੱਕੀ ਸਾਹਿਬ ਨੂੰ ਸਲੂਟ ਹੀ ਕਰਨਾ ਕਿ ਇੰਨੇ ਥੋੜੇ ਲਫ਼ਜ਼ਾਂ 'ਚ ਆਪਣੀ ਵਧੀਆ ਗੱਲ ਕਰਦੇ ਆ, ਬੇਤੁਕੇ ਸਵਾਲਾਂ ਦਾ ਜਵਾਬ ਵੀ ਵਧੀਆ ਦੇ ਰਹੇ ਆ। ਤੇ ਇਹ ਮੇਰੇ ਤੋਂ ਪਹਿਲਾਂ ਇੱਕ ਧਾਲੀਵਾਲ ਜੀ ਤੇ ਦੂਜੇ ਆਏ ਸੀ ਕਾਲਰ, ਉਹਨਾਂ ਨੂੰ ਵੀ ਵਧੀਆ ਗੱਲ ਕੀਤੀ, ਉਹਨਾਂ ਨੂੰ ਵੀ ਸਲੂਟ। ਤੇ ਵਿੱਕੀ ਸਿੰਘ ਸਾਹਿਬ ਨੂੰ ਫੇਰ ਮਿਲੀਅਨ ਸਲੂਟਸ। ਆਪਣਾ ਕੰਮ ਜਾਰੀ ਰੱਖੋ ਤੇ ਥੈਂਕ ਯੂ। ਬਸ ਮੈਂ ਇੰਨਾ ਹੀ ਕਹਿਣਾ ਸੀ। ਥੈਂਕ ਯੂ ਜੀ। ਵਿੱਕੀ, ਮੈਂ ਫਿਰ ਉਹੀ ਕਹੂੰਗਾ, ਮੈਂ ਖੁਸ਼ੀ ਜ਼ਾਹਰ ਕਰ ਰਿਹਾ ਕਿ ਤੁਸੀਂ ਮੈਨੂੰ ਇਹਨਾਂ ਸੁਨੇਹਿਆਂ ਦੇ ਰੂਬਰੂ ਕੀਤਾ। ਤੇ ਉਹ ਲੋਕ ਜਿਹੜੀਆਂ ਇੱਥੇ ਤਾਂ ਅਸੀਂ ਜਦੋਂ ਇਕੱਠਾਂ ਦੇ ਵਿੱਚ ਜਾਂਦੇ ਹਾਂ ਤੇ ਮਾਵਾਂ ਸਿਰ ਪਲੋਸਦੀਆਂ ਤੇ ਪਤਾ ਲੱਗਦਾ ਵੀ ਹਾਂ ਸਾਡੇ ਮਾਪੇ ਹੈਗੇ ਆ, ਪਰ ਸਾਨੂੰ ਅੱਜ ਮੈਨੂੰ ਉਨੀ ਹੀ ਤਸੱਲੀ ਹੋਈ ਕਿ ਉਹ ਮਾਵਾਂ ਜਿਹੜੀਆਂ ਕੈਨੇਡਾ 'ਚ ਬੈਠੀਆਂ, ਬਾਕੀ ਥਾਵਾਂ ਤੇ ਬੈਠੀਆਂ, ਉਹਨਾਂ ਦੇ ਹੱਥ ਨੂੰ ਵੀ ਅਸੀਂ ਆਪਦੇ ਸਿਰ ਤੇ ਮਹਿਸੂਸ ਕਰਦੇ ਹਾਂ। ਇਹਨਾਂ ਮਾਪਿਆਂ ਦੇ, ਇਹ ਜਿਹੜੇ ਬਜ਼ੁਰਗ ਨੇ ਸਾਡੇ, ਵੱਡੀ ਉਮਰ ਦੇ ਨੇ, ਇਹਨਾਂ ਦਾ ਥਾਪੜਾ ਅਸੀਂ ਆਪਦੀ ਢੂੰਹ ਤੇ ਮਹਿਸੂਸ ਕਰਦੇ ਹਾਂ। ਤੇ ਇਹ ਥਾਪੜਾ ਜਿਵੇਂ ਸਰਾਭੇ ਵੇਲੇ, ਜਿਵੇਂ ਭਗਤ ਸਿੰਘ ਵੇਲੇ, ਅੱਜ ਜਦੋਂ ਸਾਡੇ ਤੇ ਜ਼ਿੰਮੇਵਾਰੀ ਪਈ ਆ, ਅਸੀਂ ਇਸ ਥਾਪੜੇ ਨਾਲ ਕਦੇ ਧੋਖਾ ਨਹੀਂ ਕਰਾਂਗੇ, ਇਹਦਾ ਮੁੱਲ ਪਾਵਾਂਗੇ। ਤੇ ਨਾਲ ਦੀ ਨਾਲ ਜਿਹੜੀ ਇਹ ਉਮੀਦ ਕਰਦੇ ਆ ਤੁਹਾਡੇ
ਬੱਚੇ ਹੋਣ ਦੇ ਤੌਰ ਤੇ ਇਹ ਕਹਿੰਦੇ ਆ ਕਿ ਇਸ ਚੇਤਨ ਮੁਹਿੰਮ ਨੂੰ ਜਿੰਨੇ ਲੋਕਾਂ ਤੱਕ ਲੈ ਕੇ ਜਾ ਸਕਦੇ ਹੋਏ ਲੈ ਕੇ ਜਾਵਾਂਗੇ, ਕਿਉਂਕਿ ਇਹਦਾ ਕੋਈ ਬਦਲ ਨਹੀਂ। ਜ਼ਿੰਦਗੀ ਬਹੁਤ ਖੂਬਸੂਰਤ ਬਣਾਈ ਜਾ ਸਕਦੀ ਆ। ਜ਼ਿੰਦਗੀ ਨੂੰ ਨਰਕ ਚੋਂ ਕੱਢ ਕੇ ਇੱਕ ਸਵਰਗ ਰੂਪੀ ਜ਼ਿੰਦਗੀ ਬਣਾਉਣਾ ਪਏਗਾ। ਉਹਦੇ 'ਚ ਤੁਹਾਡਾ, ਸਾਡਾ ਤੇ ਆਉਣ ਵਾਲੀਆਂ ਨਸਲਾਂ ਦਾ ਜਿਹੜਾ ਖੂਨ ਪਸੀਨਾ ਸ਼ੁਮਾਰ ਹੋਏਗਾ, ਉਸ ਸ਼ੁਮਾਰ ਦੇ ਨਾਲ ਮੈਂ APJ ਅਬਦੁਲ ਕਲਾਮ ਜੀ ਨੂੰ ਫਿਰ ਤੋਂ ਯਾਦ ਕਰਦਾ, ਤੁਹਾਡੇ ਸਾਰੇ ਸਰੋਤਿਆਂ ਨੂੰ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਜਥੇਬੰਦੀ ਵੱਲੋਂ ਸਲਾਮ ਕਰਦਾ ਤੇ ਵਾਅਦਾ ਕਰਦਾ ਕਿ ਸਾਰੇ ਦੇ ਸਾਰੇ ਲੋਕ ਜਿਹੜੇ ਅੱਜ ਬਦਲ ਲਈ ਲੜ ਰਹੇ ਆ, ਉਹ ਦੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਇੱਕ ਬਦਲ ਦੀ ਰਾਜਨੀਤੀ ਦੇ ਝੰਡੇ ਨੂੰ ਉੱਚਾ ਚੱਕਣਗੇ ਤੇ ਕਾਮਯਾਬ ਹੋਣਗੇ। ਬਹੁਤ ਬਹੁਤ ਸ਼ੁਕਰੀਆ। ਵਿੱਕੀ, ਇੱਕ ਚੀਜ਼ ਹੋਰ ਮੈਂ ਖਾਸ ਤੌਰ ਤੇ ਜਿਹੜੇ ਇੱਥੇ ਨੌਜਵਾਨ ਹੈਗੇ ਆ, ਸਟੂਡੈਂਟਸ ਆਏ ਹੋਏ ਆ, ਉਹਨਾਂ ਦੇ ਲਈ ਜੇ ਤੁਸੀਂ ਕੋਈ ਵਿਸ਼ੇਸ਼ ਸੁਨੇਹਾ ਦੇਣਾ ਚਾਹੋ ਤਾਂ, ਜਿਹੜੇ ਇੰਡੀਆ ਤੋਂ ਆਏ ਹੋਏ ਆ ਭੈਣਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ, ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਕੋਈ ਪੜ੍ਹਨ ਦੇ ਲਈ ਜਾਂਦਾ ਤੇ ਉਹ ਅਸੀਂ ਵੀ ਜਾਣਦੇ ਹਾਂ ਕਿ ਉਹ ਪੜ੍ਹਨਾ ਸਿਰਫ ਇੱਕ ਰਾਹ ਬਣਾਉਣ ਹੁੰਦਾ ਤਾਂ ਕਿ ਕੈਨੇਡਾ ਦੇ ਵਿੱਚ ਸੈਟਲ ਹੋਇਆ ਜਾ ਸਕੇ। ਸੋ ਅਸੀਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਚਲੋ ਤੁਸੀਂ ਅੱਜ ਆਪਦੀ ਜ਼ਿੰਦਗੀ ਦੀ ਬਿਹਤਰੀ ਦੇ ਲਈ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਲਈ, ਕੰਮ ਦੇ ਲਈ ਗਏ ਹੋ, ਪਰ ਉਸ ਅੰਦੋਲਨ ਦੇ ਨਾਲ ਜਿਹੜਾ ਵੀ ਇਸ ਧਰਤੀ ਤੋਂ ਉੱਠਦਾ ਉਹਦੇ ਨਾਲ ਜੁੜੇ ਰਹੋ, ਕਿਉਂਕਿ ਉਹ ਮਿੱਟੀ ਜਿਹਦੇ 'ਚ ਤੁਸੀਂ ਪਲੇ ਵੱਡੇ ਹੋਏ ਹੋ, ਉਸ ਮਿੱਟੀ ਦੀ ਮੁਕਤੀ ਵੀ ਓਨੀ ਹੀ ਜ਼ਰੂਰੀ ਆ ਜਿੰਨੀ ਸਾਡੀ ਨਿੱਜੀ ਤੌਰ ਤੇ ਜ਼ਿੰਦਗੀ ਦਾ ਸੋਹਣਾ ਹੋਣਾ। ਸੋ ਇਸ ਕਰਕੇ ਜਿੱਥੇ ਵੀ ਤੁਸੀਂ ਬੈਠੇ ਹੋ, ਕਦੇ ਕੋਸ਼ਿਸ਼ ਕਰਿਆ ਕਰੋ ਕੰਮ ਤੋਂ ਵਿਹਲੇ ਹੋ ਕੇ ਭਗਤ ਸਿੰਘ ਦੀ ਉਹ ਜੇਲ੍ਹ ਡਾਇਰੀ ਖੋਲ ਕੇ ਪੜ੍ਹੋ ਕਿ ਉਹ ਸਾਡੇ ਤੋਂ ਕੀ ਉਮੀਦ ਕਰਦਾ। ਸਰਾਭਾ 19 ਸਾਲਾਂ ਦੇ ਵਿੱਚ ਇਹੋ ਜਿਹਾ ਕਿਹੜਾ ਗੁਰਮੰਤਰ ਸੀ ਉਹਦੇ ਕੋਲੇ ਜਿਹਦੇ ਕਰਕੇ ਉਹ ਕਾਮਾ ਕਾਟਾ ਮਾਰੂ ਦੇ ਜਹਾਜ਼ ਤੇ ਤਾਰੀਆਂ ਲਾਉਂਦਾ ਹੋਇਆ ਇਸ ਦੇਸ਼ ਦੇ ਵਿੱਚ ਗਦਰ ਦਾ ਸਿਪਾਹੀ ਬਣ ਕੇ ਪ੍ਰਵਾਨ ਚੜ੍ਹ ਗਿਆ। ਸੋ ਆਓ ਆਪਾਂ ਉਸ ਵਿਰਾਸਤ ਨੂੰ ਯਾਦ ਕਰਦੇ ਹਾਂ। ਇਸ ਮੁਲਕ ਨੂੰ ਹੀ ਨਹੀਂ, ਇਸ ਦੁਨੀਆ ਦੇ ਨਕਸ਼ੇ ਨੂੰ ਬਦਲਣ ਵਾਸਤੇ, ਦੁਨੀਆ ਨੂੰ ਖੂਬਸੂਰਤ ਬਣਾਉਣ ਵਾਸਤੇ ਗਲਵੱਕੜੀ ਪਾਈਏ, ਸਾਂਝ ਪਾਈਏ, ਹੱਥਾਂ 'ਚ ਹੱਥ ਲੈ ਕੇ ਅੱਗੇ ਵਧੀਏ। ਜ਼ਿੰਦਗੀ ਬਹੁਤ ਸੋਹਣੀ ਹੈ, ਇਹਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ। ਤੁਹਾਡੇ ਤੇ ਸਾਡੇ ਸਾਥ ਦੀ ਲੋੜ ਹੈ। ਵਿੱਕੀ, ਇਸ ਸਾਰੀ ਗੱਲਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੀ ਹਾਂ ਕਿ ਇੱਥੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਰੋਜ਼ ਕਿਸਾਨ ਅੰਦੋਲਨ ਦੇ ਲਈ ਉਹ ਸਾਡੇ ਇੱਥੇ 1-2 ਇੰਟਰਸੈਕਸ਼ਨਸ ਆ ਜਿੱਥੇ ਉਹ ਜ਼ਰੂਰੀ ਸ਼ਾਮ ਨੂੰ ਖੜਦੇ ਨੇ ਆਪਣੇ ਵੱਲੋਂ। ਉਹ ਇੱਕ ਤਰ੍ਹਾਂ ਦੀ ਸਪੋਰਟ ਹੈ, ਉਹ ਸੁਨੇਹਾ ਹੈ ਜਿਹੜਾ ਉਹ ਦਿੰਦੇ ਨੇ ਕਿ ਵੀ ਹਾਂ ਅਸੀਂ ਉੱਥੇ ਲਈ ਮਹਿਸੂਸ ਕਰਦੇ ਹਾਂ, ਸਾਡਾ ਜਿਹੜਾ ਸਾਥ ਹੈ, ਸਪੋਰਟ ਹੈ, ਉਹ ਜ਼ਰੂਰ ਹੈਗੀ ਆ। ਅੱਜ ਸਮਾਂ ਕੱਢਿਆ, ਇੰਨੀਆਂ ਗੱਲਾਂ ਬਾਤਾਂ ਕੀਤੀਆਂ। ਇਹਦੇ ਚ ਮੈਂ ਇੱਕ ਜ਼ਰੂਰ ਇਹ ਐਡ ਕਰ ਦਿਆਂ, ਕਿਉਂਕਿ ਇਹ ਅੰਦੋਲਨ ਇੰਨਾ ਕਾਮਯਾਬ ਸ਼ਾਇਦ ਨਾ ਹੋ ਸਕਦਾ ਜੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਭਾਈਚਾਰਾ ਤੇ ਜਾਂ ਭਾਰਤੀ ਭਾਈਚਾਰਾ ਜਿਹੜਾ ਉਹ ਮਦਦ ਨਾ ਕਰਦਾ। ਸੋ ਇਹ ਕੇਵਲ ਫਾਈਨੈਂਸ਼ੀਅਲ ਸਪੋਰਟ ਦਾ ਮਾਮਲਾ ਨਹੀਂ, ਇਹ ਮੋਰਲ ਸਪੋਰਟ ਵੀ ਆ, ਇਹ ਤੁਹਾਡਾ ਪਿਆਰ ਵੀ ਹੈ, ਇਸ ਮਿੱਟੀ ਦੇ ਲਈ ਧੜਕਦਾ ਦਿਲ ਵੀ ਆ, ਜਿਹਦੇ ਕਰਕੇ ਅੱਜ ਅੰਦੋਲਨ ਇਸ ਜਗ੍ਹਾ ਤੱਕ ਪਹੁੰਚਿਆ। ਅਸੀਂ ਦੇਖੇ ਲੰਡਨ ਵਰਗੇ ਸ਼ਹਿਰ ਦੇ ਵਿੱਚ, ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਹੋਲਡਿੰਗ ਲੈ ਕੇ, ਗੱਡੀਆਂ ਤੇ ਫਲੈਕਸ ਲਾ ਕੇ ਕਿਸਾਨ, ਉਹ ਵੀ ਇਹ ਜ਼ਰੂਰੀ ਨਹੀਂ ਕਿ ਉਹ ਕਿਸਾਨਾਂ ਦੇ ਧੀਆਂ ਪੁੱਤ ਹੋਣ, ਜਿਹੜੇ ਖੇਤੀ ਨੂੰ ਬਚਾਉਣਾ ਚਾਹੁੰਦੇ, ਇਸ ਹਿੰਦੁਸਤਾਨ ਨੂੰ ਬਚਾਉਣਾ ਚਾਹੁੰਦੇ, ਉਹ ਲੋਕ ਰੋਜ਼ ਸੜਕਾਂ ਤੇ ਨਿਕਲਦੇ ਆ। ਵੀਰੋ, ਤੁਹਾਨੂੰ ਸਲਾਮ ਆ। ਆਓ ਇਸ ਅੰਦੋਲਨ ਨੂੰ ਹੋਰ ਤਕੜਾ ਕਰੀਏ। ਜੀ ਵਿੱਕੀ, ਸਮਾਂ ਕੱਢਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸਾਡੇ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਆਉਂਦੇ ਸਮੇਂ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਹੋਵੇ। ਤੁਹਾਡੀ ਹਰ ਤਰ੍ਹਾਂ ਦੀ ਕਾਮਯਾਬੀ ਦੇ ਲਈ ਦੁਆਵਾਂ। ਸ਼ੁਕਰੀਆ।